ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼ ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਜਿਸ ਦੇ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਅਸੀਂ ਮੇਰੇ ਕੋ-ਹੋਸਟ ਦੇ ਨਾਲ ਅਸੀਂ ਤੁਹਾਡੇ ਲਈ ਵਧੀਆ ਟੌਪਿਕ ਲੈ ਕੇ ਆਈਏ ਤੇ ਵਧੀਆ ਖਬਰਾਂ ਤੇ ਡਿਸਕਸ ਕਰੀਏ ਜਿਨ੍ਹਾਂ ਦੀ ਵਾਕਿਆ ਹੀ ਜਾਣਕਾਰੀ ਤੁਹਾਡੇ ਤੱਕ ਲਿਆਉਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਬੁੱਧਵਾਰ ਦਾ ਦਿਨ ਸਾਡੇ ਨਾਲ ਬਲਵੀਰ ਕੌਰ ਢਿੱਲੋਂ ਜੀ ਹੁੰਦੇ ਨੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ। ਅੱਜ ਜਿੱਥੇ ਬਲਵੀਰ ਕੌਰ ਢਿੱਲੋਂ ਸਾਡੇ ਨਾਲ ਨੇ ਮੇਰੇ ਕੋ-ਹੋਸਟ ਨੇ ਉਸ ਦੇ ਨਾਲ ਖੰਨਾ ਪੰਜਾਬ ਤੋਂ ਸਾਡੇ ਨਾਲ ਇੱਕ ਨੌਜਵਾਨ ਅਮਨਪ੍ਰੀਤ ਸਿੰਘ ਗਿੱਲ ਵੀ ਸਾਡੇ ਨਾਲ ਅੱਗੇ ਜਾ ਕੇ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ। ਤੇ ਨੌਜਵਾਨ ਪੀੜ੍ਹੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਯੂਥ ਦੀ ਗੱਲ ਕਰਦੇ ਹਾਂ ਨੌਕਰੀਆਂ ਦੇ ਲਈ ਡਿਗਰੀਆਂ ਲੈ ਕੇ ਕੀ ਨੌਜਵਾਨਾਂ ਦਾ ਹਾਲ ਹੋ ਰਿਹਾ ਕਿਹੜੇ ਉਹ ਲੋਕ ਨੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਨੌਕਰੀਆਂ ਦੇ ਉੱਤੇ ਕੁੰਡਲੀਆਂ ਮਾਰ ਕੇ ਬੈਠੇ ਹੋਏ ਨੇ ਕੀ ਨਵੇਂ ਕਾਨੂੰਨ ਪਾਸ ਹੋਏ ਆ ਕਿਵੇਂ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਆ ਇਸ ਦੇ ਬਾਰੇ ਖਾਸ ਗੱਲਬਾਤ ਅਸੀਂ ਅਮਨਪ੍ਰੀਤ ਸਿੰਘ ਗਿੱਲ ਹੋਣਾ ਦੇ ਨਾਲ ਕਰਾਂਗੇ। ਖੰਨੇ ਤੋਂ ਸਾਨੂੰ ਜੁਆਇਨ ਕਰਨਗੇ ਪਰ ਪਹਿਲਾਂ ਅਸੀਂ ਸ਼ੋਅ ਦੇ ਵਿੱਚ ਬਲਵੀਰ ਕੌਰ ਢਿੱਲੋਂ ਹੋਣਾ ਨੂੰ ਜੀ ਆਇਆਂ ਕਹਿੰਦੇ ਆ ਬੁੱਧਵਾਰ ਸਾਡੇ ਨਾਲ ਹੁੰਦੇ ਆ। ਸੋ ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਜੀ ਸਾਰੇ ਸਾਂਝਾ ਟੀਵੀ ਦੇਖਣ ਵਾਲੇ ਪਿਆਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਬੁੱਧਵਾਰ ਸਾਡਾ ਸਾਥ ਦਿੰਦੇ ਹੋ ਬਲਵੀਰ ਜੀ ਬਹੁਤ ਵਧੀਆ ਲੱਗਦਾ ਸੋ ਥੈਂਕ ਯੂ। ਤੇ ਅੱਜ ਜਿਹੜੀ ਅਸੀਂ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਗੈਸਟ ਵੀ ਸ਼ਾਮਲ ਹੋ ਰਹੇ ਹੈਗੇ ਆ ਔਰ ਤੁਸੀਂ ਜਾਣਦੇ ਹੋ ਕਿ ਜਿਹੜੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਜਿਨ੍ਹਾਂ ਨੇ ਇੱਕ ਹੁਣ ਕਾਨੂੰਨ ਤੇ ਫਿਰ ਸਖਤੀ ਦੇ ਨਾਲ ਕੰਮ ਕਰਨ ਦਾ ਜਿਹੜਾ ਵਾਅਦਾ ਕੀਤਾ ਹੈਗਾ ਆ। ਸੋ ਜਦੋਂ ਅਸੀਂ ਕਹਿੰਦੇ ਰਿਟਾਇਰਮੈਂਟ ਹੋਣੀ ਆ ਨਾ ਤੇ ਕਾਫੀ ਲੋਕ ਮੈਂ ਆਪਣਿਆਂ ਲੋਕਾਂ ਦੀ ਨਹੀਂ ਗੱਲ ਕਰਦੀ ਮੈਂ ਗੋਰਿਆਂ ਲੋਕਾਂ ਦੀ ਜਾਂ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਇੰਜੋਏ ਕਰਦੇ ਆ ਜ਼ਿੰਦਗੀ ਨੂੰ ਐਕਸਾਈਟਡ ਹੁੰਦੇ ਮੈਂ ਆਪਣੇ ਵੀ ਹੋਣਗੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਮੈਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਉਡੀਕਦੇ ਹੁੰਦੇ ਆ ਕਿ ਸਾਰੀ ਉਮਰ ਮੈਂ ਮਿਹਨਤ ਕਰ ਲਈ ਆ ਮੇਰੇ ਬੱਚਿਆਂ ਦਾ ਘਰ-ਬਾਰ ਬਣ ਗਏ ਆ ਮੈਂ ਆਪਣਾ ਪਰਿਵਾਰ ਸੈਟਲ ਕਰਤਾ ਬੱਚੇ ਵਿਆਹ ਤੇ ਹੁਣ ਮੈਂ ਰਿਟਾਇਰਮੈਂਟ ਲੈ ਕੇ ਜ਼ਿੰਦਗੀ ਨੂੰ ਮਾਨਣਾ ਆ। ਬਿਲਕੁਲ ਸਹੀ ਗੱਲ ਮੈਂ ਉਹਨਾਂ ਲੋਕਾਂ ਦੀ ਗੱਲ ਕਰਦੀ ਉਹਨਾਂ ਦੀ ਨਹੀਂ ਕਰਦੀ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰਦੇ ਨੇ ਫਿਰ ਵੀ ਉਹ ਇੱਕ ਤਾਂ ਉਹ ਕੰਮ ਕਰਦੇ ਨੇ ਦੂਜਾ ਉਹ ਕਿਸੇ ਹੋਰ ਦੀ ਨੌਕਰੀ ਨੂੰ ਕਹਿ ਲੋ ਕਿ ਉਹ ਕਿਸੇ ਹੋਰ ਦਾ ਹੱਕ ਲੈ ਰਹੇ ਆ ਕਿਉਂਕਿ ਉਹਦੇ ਤੇ ਕਬਜ਼ਾ ਕਰਕੇ ਬੈਠੇ ਆ। ਸੋ ਬਹੁਤੇ ਤੇ ਇਹ ਆ ਕਿ ਸਿਹਤ ਨੂੰ ਸਰੀਰ ਨੂੰ ਚੱਲਦਾ ਫਿਰਦਾ ਰੱਖਣਾ ਇੱਕ ਅੱਧਾ ਦਿਨ ਕਰਦੇ ਆ ਪਰ ਬਹੁਤੇ ਜਿਹੜੇ ਆ ਗਲਤ ਤਰੀਕੇ ਦੇ ਨਾਲ ਦੂਜੇ ਨੌਜਵਾਨ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਸੋ ਉਹਨਾਂ ਪੋਜੀਸ਼ਨਸ ਦੇ ਉੱਤੇ ਉਹਨਾਂ ਸਰਕਾਰੀ ਨੌਕਰੀਆਂ ਦੇ ਉੱਤੇ ਉਹ ਲੋਕ ਰਿਟਾਇਰਮੈਂਟ ਤੋਂ ਬਾਅਦ ਵੀ ਬੈਠੇ ਰਹਿੰਦੇ ਆ। ਸੋ ਇਹਦੇ ਤੇ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ। ਸੋ ਅਸੀਂ ਜੀ ਆਇਆਂ ਕਹਿੰਦੇ ਆ ਜੀ ਸਾਡੇ ਨਾਲ ਖੰਨੇ ਤੋਂ ਪੰਜਾਬ ਤੋਂ ਅਮਨਪ੍ਰੀਤ ਸਿੰਘ ਗਿੱਲ ਸਾਡੇ ਨਾਲ ਹਾਜ਼ਰ ਆ। ਸੋ ਅਮਨਪ੍ਰੀਤ ਜੀ ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਂਝਾ ਟੀਮ ਚੈਨਲ ਦਾ ਬਹੁਤ ਧੰਨਵਾਦ ਹੈ ਜੀ ਜੋ ਮੈਨੂੰ ਇਸ ਡਿਬੇਟ ਵਿੱਚ ਤੁਸੀਂ ਸ਼ਾਮਿਲ ਕੀਤਾ ਤੇ ਬਾਕੀ ਮੇਰੇ ਵੱਲੋਂ ਸਾਰੇ ਦੇਸ਼ਾਂ ਚ ਵੱਸਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਂਝਾ ਟੀਵੀ ਮੈਂ ਚਾਹੁੰਦਾ ਇਦਾਂ ਦੇ ਹੀ ਮਸਲੇ ਉਭਾਰਦਾ ਰਹੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਜੀ। ਥੈਂਕ ਯੂ ਅਮਨ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਯੂਥ ਦੀ ਤੁਸੀਂ ਲੋਕਲ ਐਕਟਿਵਿਸਟ ਵੀ ਹੋ ਤੁਸੀਂ ਹਮੇਸ਼ਾ ਹੀ ਕੋਈ ਵੀ ਮੁੱਦਾ ਹੁੰਦਾ ਆ ਤੁਸੀਂ ਆਪਣੀ ਡਿਊਟੀ ਸਮਝਦੇ ਹੋਏ ਸਾਡੇ ਤੱਕ ਪਹੁੰਚਦਾ ਵੀ ਕਰਦੇ ਆ ਸਾਨੂੰ ਹਮੇਸ਼ਾ ਖਬਰਾਂ ਵੀ ਤੁਸੀਂ ਪੰਜਾਬ ਦੀਆਂ ਦਿੰਦੇ ਰਹਿੰਦੇ ਹੋ ਚਿੰਤਾ ਵੀ ਕਰਦੇ ਰਹਿੰਦੇ ਹੋ ਹਮੇਸ਼ਾ ਪੰਜਾਬ ਦੀ ਕਿਉਂਕਿ ਤੁਸੀਂ ਰਹਿੰਦੇ ਪੰਜਾਬ ਦੇ ਵਿੱਚ ਹੋ ਤੇ ਪਰਦੇਸੀ ਵੀ ਉਨੀ ਹੀ ਚਿੰਤਾ ਕਰਦੇ ਆ ਜਿੰਨੀ ਤੁਸੀਂ ਕਰਦੇ ਆ। ਅਸੀਂ ਬੇਸ਼ੱਕ ਦੂਰ ਬੈਠੇ ਆ ਪਰਦੇਸਾਂ ਦੇ ਵਿੱਚ ਪਰ ਸਾਡਾ ਦਿਲ ਜਿਹੜਾ ਹਮੇਸ਼ਾ ਪੰਜਾਬ ਧੜਕਦਾ ਰਹਿੰਦਾ। ਸੋ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਇੱਕ ਕਾਨੂੰਨ ਅੱਜ ਤੋਂ ਪਹਿਲਾਂ ਬਣਿਆ ਸੀ 2012 ਦੇ ਵਿੱਚ ਇਹ ਕਾਨੂੰਨ ਬਣਿਆ ਸੀ ਕਿ ਜਦੋਂ ਤੁਸੀਂ 58 ਵਰਿਆਂ ਦੇ 58 ਹੋ ਜਾਂਦੇ ਆ ਤੇ ਤੁਹਾਨੂੰ ਰਿਟਾਇਰਮੈਂਟ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ 2 ਸਾਲ ਉਹ ਵਧਾ ਲਏ ਜਾਂਦੇ ਸੀ 60 ਦੇ ਕਹਿਣਾ ਹੋਣ ਤੋਂ ਬਾਅਦ ਰਿਟਾਇਰਮੈਂਟ ਲਈ ਜਾਊਗੀ 2 ਸਾਲ ਵਾਧਾ ਮੋਸਟ ਕਈ ਕਰ ਲੈਂਦੇ ਸੀ ਤੇ ਕਈ 58 ਤੇ ਹੀ ਰਿਟਾਇਰਮੈਂਟ ਲੈ ਲੈਂਦੇ ਸੀ। ਪਰ ਹੁਣ ਸੁਖਜਿੰਦਰ ਅਸੀਂ ਗੱਲ ਕਰੀਏ ਜਿਹੜੇ ਸੁਖਜਿੰਦਰ ਰੰਧਾਵਾ ਜੀ ਹੁਣਾਂ ਵੱਲੋਂ ਦੁਬਾਰਾ ਤੋਂ ਬੜੀ ਸਖਤੀ ਦੇ ਨਾਲ ਇਹਦੇ ਤੇ ਐਕਸ਼ਨ ਲੈਣ ਦੀ ਗੱਲ ਕੀਤੀ ਆ। ਸੋ ਜਿਹੜਾ ਇਹਦੇ ਬਾਰੇ ਪਹਿਲਾਂ ਤੇ ਤੁਸੀਂ ਸਾਨੂੰ ਦੱਸੋ ਕਿਉਂਕਿ ਯੂਥ ਆ ਤੁਸੀਂ ਵੀ ਇੱਕ ਗਵਰਨਮੈਂਟ ਦੀ ਜੌਬ ਕਰਦੇ ਆ ਸੋ ਤੁਸੀਂ ਦੱਸੋ ਕਿ ਇਸ ਕਾਨੂੰਨ ਨੂੰ ਪਹਿਲਾਂ ਵੀ ਤੇ ਇਹ ਕਾਨੂੰਨ ਸੀਗਾ ਤੇ ਪਰ ਇਹਦੇ ਤੇ ਅਮਲ ਕਿਉਂ ਨਹੀਂ ਹੋਇਆ ਹੁਣ ਦੁਬਾਰਾ ਤੋਂ ਫਿਰ ਇਹਦੇ ਤੇ ਇੰਨੇ ਕਿਉਂ ਐਕਸ਼ਨ ਲਏ ਜਾ ਰਹੇ ਹੈਗੇ ਆ। ਬਿਲਕੁਲ ਜੀ ਮਾਰਚ ਦੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਦੇ ਵੱਲੋਂ ਇੱਕ ਪੱਤਰ ਇਸ਼ੂ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਜਿਹੜੀ ਤੁਹਾਡੀ ਐਕਸਟੈਂਸ਼ਨ ਹੈ
58 ਤੋਂ 2 ਸਾਲ ਦੀ ਐਕਸਟੈਂਸ਼ਨ ਮਿਲਦੀ ਸੀ, 60 ਸਾਲ ਤੱਕ ਬੰਦਾ ਇੱਕ ਨੌਕਰੀ ਕਰਦਾ ਸੀਗਾ ਗਵਰਨਮੈਂਟ EMPLOY ਪੰਜਾਬ ਦੇ ਵਿੱਚ। ਜੀ ਉਹਨਾਂ ਨੇ ਆਪਣੇ ਪੱਤਰ ਰਾਹੀਂ ਉਹ 2 ਸਾਲ ਦੀ ਜਿਹੜੀ ਐਕਸਟੈਂਸ਼ਨ ਆ ਬਿਲਕੁਲ ਖਤਮ ਕਰ ਦਿੱਤੀ ਸੀ ਤੇ ਇਕੱਲੀ 58 ਸਾਲ ਦੀ ਰਿਟਾਇਰਮੈਂਟ ਏਜ ਬਰਕਰਾਰ ਰੱਖੀ। ਜੀ ਇਹ ਡਿਸੀਜਨ ਜਦੋਂ ਉਹਨਾਂ ਨੇ ਲਿਆ ਤਾਂ ਜੀ। ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੇ ਬਹੁਤ ਉਹਨਾਂ ਨੂੰ ਉਤਸ਼ਾਹ ਨਾ ਮਿਲੀ ਉਹਦੇ ਨਾਲ, ਕਿਉਂਕਿ ਪੰਜਾਬ ਸਰਕਾਰ ਨੇ ਵੀ ਆਪਣੇ ਮੈਨੀਫੈਸਟੋ 'ਚ ਕਿਹਾ ਸੀਗਾ ਘਰ ਘਰ ਨੌਕਰੀ, ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ। ਤਾਂ ਪੰਜਾਬ ਦੇ ਨੌਜਵਾਨਾਂ ਨੇ ਸੋਚਿਆ ਵੀ ਚਲੋ ਹੁਣ ਮੌਕਾ ਹੈ, ਕਿਸੇ ਨੇ ਤਾਂ ਡਿਸੀਜਨ ਲਿਆ ਨਾ, ਪੰਜਾਬ ਦੇ ਨੌਜਵਾਨਾਂ ਲਈ ਸੋਚਿਆ। ਮੈਂ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਜੋ ਸਹਿਕਾਰਤਾ ਤੇ ਜੇਲ੍ਹ ਮੰਤਰੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਅਜਿਹੇ ਮੰਤਰੀ ਨੇ, ਮੈਨੂੰ ਲੱਗਦਾ ਹੈ ਇਸ ਟਾਈਮ ਦੇ ਵਿੱਚ ਉਹ ਇੱਕ ਮੰਤਰੀ ਹੈ ਜਿਹੜਾ ਆਪਣੇ ਬੋਰਡ ਡਿਸੀਜਨ ਲਈ ਜਾਣਿਆ ਜਾਂਦਾ ਹੈ। ਵਿਧਾਨ ਸਭਾ ਦੇ ਵਿੱਚ ਵੀ ਉਹ ਮੁੱਦੇ ਉਠਾਉਂਦੇ ਰਹੇ ਨੇ, ਚਾਹੇ ਜੋ ਵੀ ਮੁੱਦਾ ਹੋਇਆ, ਪੰਜਾਬ ਦੇ ਪਾਣੀਆਂ ਨਾਲ ਸੰਬੰਧਿਤ ਮੁੱਦਾ ਹੈ ਤੇ ਪੰਜਾਬ 'ਚ ਨਸ਼ੇ ਦਾ ਮੁੱਦਾ ਹੈ, ਉਹ ਪ੍ਰਮੁੱਖਤਾ ਨਾਲ ਉਠਾਉਂਦੇ ਰਹੇ ਨੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਡਿਸੀਜਨ ਲਿਆ ਕਿ ਪਹਿਲਾਂ ਜੋ ਡਿਸੀਜਨ ਲਿਆ ਸੀ ਕਿ ਐਕਸਟੈਂਸ਼ਨ ਆ ਉਹ ਖਤਮ ਕੀਤੀ ਜਾਵੇ, ਠੀਕ ਹੈ ਨਾ। ਪਰ ਇੱਕ ਲੈਟਰ ਹੁਣ ਫੇਰ ਇਸ਼ੂ ਹੋਇਆ ਇਸ ਮਹੀਨੇ ਦੇ ਵਿੱਚ, ਸਤੰਬਰ ਦੇ ਵਿੱਚ। ਉਹਦੇ ਵਿੱਚ ਉਹਨਾਂ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਹੈ ਕਿ 58 ਸਾਲ ਦੀ ਰਿਟਾਇਰਮੈਂਟ ਤਾਂ ਕਰ ਦਿੱਤੀ ਗਈ ਹੈ, ਉਸ 58 ਸਾਲ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਕੁਝ ਵਿਅਕਤੀ ਠੇਕੇਦਾਰੀ ਸਿਸਟਮ ਦੇ ਥਰੂ ਆ ਜਾਂਦੇ ਨੇ ਤੇ ਹਲੇ ਜੌਬਸ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਦੇ ਵਿੱਚ। ਇੱਕ ਇਕੱਲੇ ਸਹਿਕਾਰਤਾ ਡਿਪਾਰਟਮੈਂਟ ਦੇ ਵਿੱਚ ਨਹੀਂ, ਸਾਰੇ ਡਿਪਾਰਟਮੈਂਟਾਂ ਵਿੱਚ ਇਹੀ ਹਾਲ ਹੈ ਜੀ। ਜੇ ਇੱਕ RTI ਦੁਆਰਾ ਇਨਫੋਰਮੇਸ਼ਨ ਲਈ ਜਾਵੇ ਨਾ, ਪੰਜਾਬ ਦੇ ਬਹੁਤ ਸਾਰੇ ਜਿੰਨੇ ਵੀ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਮਿਲ ਸਕਦੀਆਂ, ਨੌਜਵਾਨਾਂ ਦੇ ਚਿਹਰੇ ਖਿਲ ਸਕਦੇ ਨੇ। ਇਹ ਨੌਬਤ ਆ ਸਕਦੀ ਹੈ ਪੰਜਾਬ ਦੇ ਵਿੱਚ ਕਿ ਇੰਨੀਆਂ ਨੌਕਰੀਆਂ ਪੈਦਾ ਹੋ ਸਕਦੀਆਂ। ਤੇ ਅਮਨ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਵੀ ਇਹ ਬਣਿਆ ਸੀ ਕਾਨੂੰਨ ਤੇ 58 ਵਰਿਆਂ ਤੋਂ ਬਾਅਦ 2 ਸਾਲ ਦੀ ਐਕਸਟੈਂਸ਼ਨ ਦੀ ਗੱਲ ਕੀਤੀ ਗਈ ਸੀ, ਪਰ ਹੁਣ ਦੁਬਾਰਾ ਤੋਂ ਇਸ ਤੇ ਐਕਸ਼ਨ ਹੋ ਰਿਹਾ ਹੈਗਾ। ਕਿ ਇਹੋ ਜਿਹੇ ਲੋਕਾਂ ਦਾ ਚਿੱਠਾ ਸਾਹਮਣੇ ਆਇਆ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਠੇਕਾ ਲੈ ਕੇ ਠੇਕੇ ਤੇ ਜਿਹੜੇ EMPLOYE ਹਾਇਰ ਕਰ ਲਏ ਜਾਂਦੇ ਆ, ਕਿ ਇਸ ਤਰ੍ਹਾਂ ਉਹ ਲੋਕ ਕੰਮ ਕਰਦਾ ਕੋਈ ਇਹੋ ਜਿਹਾ ਸਾਹਮਣੇ ਆਏ ਕੇਸ ਕਿ ਤਾਂ ਇਸ ਕਾਨੂੰਨ ਨੂੰ ਫਿਰ ਤੋਂ ਜਿਹੜਾ ਸਖਤੀ ਦੇ ਨਾਲ ਲੈਣ ਦੀ ਗੱਲ ਕੀਤੀ ਗਈ? ਬਿਲਕੁਲ, ਆਪਣੇ ਕੋਲ ਡਾਟਾ ਤਾਂ ਕੋਈ ਨਹੀਂ ਹੈਗਾ ਇਸ ਟਾਈਮ ਕਿ ਕਿੰਨੇ ਬੰਦੇ ਰਿਟਾਇਰਮੈਂਟ ਤੋਂ ਬਾਅਦ ਹਲੇ ਵੀ ਨੌਕਰੀ ਕਰ ਰਹੇ ਆ ਠੇਕੇਦਾਰੀ ਸਿਸਟਮ ਦੇ ਥਰੂ। ਪਰ ਜੋ ਮੰਤਰੀ ਸਾਹਿਬ ਨੇ ਡਿਸੀਜਨ ਲਿਆ, ਇਹ ਕਿਸੇ ਡਾਟੇ ਦੇ ਬਿਹਾਫ ਤੇ ਡਿਸੀਜਨ ਲਿਆ ਕਿ ਉਹਨਾਂ ਕੋਲ ਕੋਈ ਡਾਟਾ ਪ੍ਰੋਵਾਈਡ ਕਿਸੇ ਵੱਲੋਂ ਕੀਤਾ ਗਿਆ ਹੈ ਕਿ ਹਲੇ ਵੀ ਇਹ ਵਿਅਕਤੀ ਜਿਹੜੇ ਨੇ ਇਹ ਠੇਕੇਦਾਰੀ ਸਿਸਟਮ ਦੇ ਥਰੂ ਆ ਜਾਂਦੇ ਨੇ। ਤੇ ਇਹ ਜਿਹੜੇ ਵਿਅਕਤੀ ਨੇ, ਇੱਥੇ ਇੱਕ ਖਾਸ ਗੱਲ ਹੈ ਕਿ ਇਹ ਵਿਅਕਤੀ ਨੇ ਜਿਹੜੇ ਨਾ, ਕਿ ਜੋ ਪੰਜਾਬ 'ਚ DC ਰੇਟ ਹੈ ਜੀ, ਮੈਕਸਿਮਮ 15,000 DC ਰੇਟ ਹੈ ਜੋ A ਗ੍ਰੇਡ ਦਾ, ਇਸ A ਗ੍ਰੇਡ ਦਾ 15,000 ਤੋਂ ਜ਼ਿਆਦਾ ਨਹੀਂ ਹੈਗਾ ਜੀ ਜੋ DC ਮਹੀਨੇ ਦੀ 15,000 ਸੈਲਰੀ ਹੈ ਜੋ ਕਿ ਗਵਰਨਮੈਂਟ ਦੇ ਜਿਹੜੇ ਵਿਭਾਗ ਨੇ ਉਹਨਾਂ 'ਚ ਲਾਗੂ ਹੈ DC ਰੇਟ ਜੀ। ਇਹ ਜਿਹੜੇ ਵਿਅਕਤੀ ਜੋ ਕਿ 58 ਸਾਲ ਤੋਂ ਬਾਅਦ ਕੰਟਰੈਕਟ ਤੇ ਆ ਜਾਂਦੇ ਸੀ ਰਿਟਾਇਰਮੈਂਟ ਤੋਂ ਬਾਅਦ, ਇਹ 15,000 ਨਹੀਂ ਲੈਂਦੇ ਸੀ, ਇਹ ਘੱਟੋ ਘੱਟ 25-30,000 ਤੇ ਆਉਂਦੇ ਸੀ। ਤੇ ਇਹਨਾਂ ਨੂੰ ਇੱਕ ਤੁਸੀਂ ਲਾ ਲਓ ਵੀ ਇਹ ਮੈਨੇਜਮੈਂਟ ਨਾਲ ਇਹ ਰਲ ਕੇ ਏਦਾਂ ਫਿਰ ਇਹ ਵੱਧ ਤਨਖਾਹ ਤੇ ਆਉਂਦੇ ਸੀਗੇ। ਤੇ ਇਹ ਮੇਰੇ ਅਕੋਰਡਿੰਗ ਕੀ ਇਹ ਹੈ ਕਿ ਇੰਨੀ ਤਨਖਾਹ ਤੇ ਘੱਟੋ ਘੱਟ 3-4 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਸੀ। ਇੱਕ ਹੋਰ ਪ੍ਰੋਬਲਮ ਜੀ, ਇਹ ਸਿਸਟਮ ਦੇ ਵਿੱਚ ਇੱਕ ਹੋਰ ਪ੍ਰੋਬਲਮ ਸੀ ਕਿ ਉਹ ਵਿਅਕਤੀ ਉਸ ਪੋਸਟ ਤੇ ਕਾਬਿਜ਼ ਰਹਿੰਦਾ ਸੀ 8-10 ਸਾਲ ਜੀ, ਕਿ ਫਿਰ ਉਸ ਪੋਸਟ ਦੇ ਅਗੇਂਸਟ ਕੋਈ ਭਰਤੀ ਨਹੀਂ ਹੁੰਦੀ ਸੀ। ਅੱਛਾ ਅਮਨ ਜੀ, ਮੇਰਾ ਇੱਕ ਸਵਾਲ ਆ, ਜਿਵੇਂ ਅਸੀਂ ਹੁਣ ਇਹਨਾਂ ਮੁਲਕਾਂ 'ਚ ਰਹਿੰਦੇ ਆ, ਕੋਈ ਜੌਬ ਓਪਨਿੰਗ ਹੁੰਦੀ ਆ, ਬੇਸ਼ੱਕ ਉਹ ਗਵਰਨਮੈਂਟ ਦੀ ਜੌਬ ਹੋਵੇ, ਬੇਸ਼ੱਕ ਉਹ ਕੋਈ ਆਮ ਜੌਬ ਹੋਵੇ, ਸਾਡੇ ਇੱਥੇ ਜੌਬ ਸਾਈਟਸ ਬਣੀਆਂ ਹੈਗੀਆਂ ਆ, ਇੰਟਰਨੈਟ ਦੇ ਰਾਹੀਂ ਲੋਕੀ ਜੌਬ ਸਰਚ ਕਰਦੇ ਆ, ਜੌਬ ਬੈਂਕ ਆ, ਜਿੱਥੇ ਜਾ ਕੇ ਕੋਈ ਵੀ ਬੇਸ਼ੱਕ ਉਹ ਸਰਕਾਰੀ ਆ ਜਾਂ ਗੈਰ ਸਰਕਾਰੀ ਆ, ਪ੍ਰਾਈਵੇਟ ਆ, ਲੋਕੀ ਆਪਣੀ ਕਾਬਲਤਾ ਦੇ ਅਨੁਸਾਰ ਜਿੰਨੀ ਉਹਨਾਂ ਦੀ ਐਜੂਕੇਸ਼ਨ ਆ ਆਪਣੇ ਰੈਜ਼ੂਮੇ ਉਹਨਾਂ ਨੂੰ ਭੇਜਦੇ ਆ, ਫਿਰ ਉਹ ਤੁਹਾਡੀ ਇੰਟਰਵਿਊ ਹੁੰਦੀ ਹੈ। ਕਿ ਇਹੋ ਜਿਹੀਆਂ ਜੌਬ ਓਪਨਿੰਗਸ ਜਿਹੜੀਆਂ ਸਰਕਾਰੀ ਆ ਉਹ ਪੰਜਾਬ 'ਚ ਵੀ ਹੋ ਰਹੀਆਂ ਨੇ ਕਿ ਉੱਥੇ ਸਿਰਫ ਤੇ ਸਿਰਫ ਸਿਫਾਰਸ਼ੀ ਹੀ ਜੌਬਾਂ ਤੇ ਜਾਂਦੇ ਨੇ, ਜਾਂ ਜੇ ਇੱਕ ਹਟਿਆ ਤੇ ਦੂਜੇ ਨੇ ਆਪਣੀ ਸਿਫਾਰਸ਼ ਲਾ ਕੇ ਆਪਣੇ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਉੱਥੇ ਲੈ ਆਂਦਾ?
ਨਹੀਂ ਬਿਲਕੁਲ ਐਦਾਂ ਵੀ ਨਹੀਂ ਹੋ ਰਿਹਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਫਾਰਿਸ਼ ਲਾ ਕੇ ਕੰਮ ਚੱਲ ਰਿਹਾ, ਐਦਾਂ ਬਿਲਕੁਲ ਨਹੀਂ ਹੋ ਰਿਹਾ। ਜਦੋਂ ਜੌਬਸ ਹੈ ਹੀ ਉਹ ਨਹੀਂ ਸਰਕਾਰੀ ਤਾਂ ਮਿਲਣਗੇ ਕਿੱਥੋਂ? ਜ਼ਿਆਦਾਤਰ ਤਾਂ ਉਸੇ ਵਿਅਕਤੀ ਨੂੰ ਦੁਬਾਰਾ ਰੱਖ ਲਿਆ ਜਾਂਦਾ ਜੋ ਰਿਟਾਇਰ ਹੋਇਆ ਹੁੰਦਾ। ਉਹ ਇਹ ਹਵਾਲਾ ਦਿੰਦੇ ਨੇ ਕਿ ਇਹ ਬੰਦੇ ਨੂੰ ਐਕਸਪੀਰੀਅੰਸ ਹੈ, ਅੱਛਾ ਜੀ, ਇਹ ਸਾਲਾਂ ਤੋਂ ਕੰਮ ਕਰ ਰਿਹਾ, ਇਹਨੂੰ ਐਕਸਪੀਰੀਅੰਸ ਹੈ ਕੰਮ ਦਾ। ਉਹ ਨਵੇਂ ਬੰਦੇ ਨੂੰ ਇਸ ਕਰਕੇ ਜੌਬ ਨਹੀਂ ਦਿੰਦੇ ਕਿ ਇਹ ਅਨਐਕਸਪੀਰੀਅੰਸ ਹੈ, ਕਿ ਇਹ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਊਗਾ। ਜੇ ਆਪਾਂ ਸੋਚੀਏ ਕਿ ਇੱਕ ਬੱਚਾ ਜਦੋਂ ਆਪਾਂ ਉਹਨੂੰ ਸਕੂਲ ਦੇ ਵਿੱਚ ਪੜ੍ਹਨ ਲਈ ਪਾਉਂਦੇ ਆ ਤਾਂ ਉਹ ਊੜਾ ਆੜਾ ਤਾਂ ਜਾਂਦਾ ਹੀ, ਘਰੋਂ ਤਾਂ ਨਹੀਂ ਸਿੱਖ ਕੇ ਜਾਂਦਾ। ਉੱਥੇ ਟੀਚਰਸ ਨੇ ਉਹਨੂੰ ਸਿਖਾਉਂਦੇ ਨੇ ਤਾਂ ਉਹ ਪਰਪੱਕ ਹੁੰਦਾ। ਪੁੱਛੋਗੇ ਕੀ ਤੁਸੀਂ ਸਹੀ ਗੱਲ ਹੈ? ਹਾਂਜੀ ਬਿਲਕੁਲ ਜੀ। ਤੇ ਬਲਵੀਰ ਜੀ, ਜਿੱਦਾਂ ਹੁਣ ਆਪਾਂ ਇੱਥੇ ਗੱਲ ਕਰਦੇ ਆ, ਸਾਡੇ ਨਾਲ ਅਮਨ ਹੁਣੀ ਗੱਲ ਕਰਕੇ ਦੱਸ ਰਹੇ ਹੈਗੇ ਆ ਕਿ ਉਹ ਕਹਿੰਦੇ ਕਿ ਇਹਨਾਂ ਕੋਲ ਐਕਸਪੀਰੀਅੰਸ ਆ। ਹਾਂਜੀ। ਸੋ ਹੁਣ ਸਾਡੇ ਇੱਥੇ ਬੱਚੇ ਆ ਜਦੋਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਜਾਂਦੇ ਆ, ਜਦੋਂ ਕੋਈ ਆਪਣੀ ਡਿਗਰੀ ਲੈਂਦੇ ਆ, ਬੇਸ਼ੱਕ ਉਹ ਟੀਚਰ ਦੀ ਆ ਜਾਂ ਉਹ ਕੋਈ ਲਾਅ ਦੀ ਡਿਗਰੀ ਕੀਤੀ, ਕੁਝ ਵੀ ਕੀਤਾ, ਸੋ ਸਾਡੇ ਬੱਚੇ ਟ੍ਰੇਨਿੰਗ ਲਈ ਪਹਿਲਾਂ ਪ੍ਰੀ ਟ੍ਰੇਨਿੰਗ ਲਈ ਵੀ ਜਾਂਦੇ ਹੈਗੇ ਆ। ਸੋ ਥੋੜੇ ਸਮੇਂ ਦੇ ਲਈ ਉਹ ਕਿਤੇ ਨਾ ਕਿਤੇ ਜਾ ਕੇ ਆਪਣਾ ਐਕਸਪੀਰੀਅੰਸ ਬਣਾਉਂਦੇ ਆ। ਤੇ ਅਮਨ ਜੀ, ਇਦਾਂ ਦਾ ਕੋਈ ਹੈਗਾ ਆ ਗਵਰਨਮੈਂਟੀ ਜਿਹੜੀਆਂ ਜੌਬਾਂ ਹੈਗੀਆਂ, ਸਰਕਾਰੀ ਨੌਕਰੀਆਂ, ਉਹਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਕੋਈ ਇਦਾਂ ਦੇ ਚਾਂਸ ਦਿੱਤੇ ਜਾਂਦੇ ਆ ਜਿੱਥੇ ਨੌਜਵਾਨ ਪੀੜ੍ਹੀ ਜਿਹੜੇ ਪਹਿਲਾਂ ਉੱਥੇ ਸੀਨੀਅਰ ਕੰਮ ਕਰਦੇ ਉਹਨਾਂ ਤੋਂ ਕੁਝ ਸਿੱਖ ਕੇ ਐਕਸਪੀਰੀਅੰਸ ਬੇਸ ਵੋਲੰਟਰਲੀ ਤੌਰ ਦੇ ਉੱਤੇ ਜਾ ਕੇ ਉਹ ਇਦਾਂ ਕੁਝ ਕਰਦੇ ਹੈ? ਇਹੋ ਜੀਆਂ ਅਪਰਚੂਨਿਟੀਜ਼, ਕੁਝ ਓਪਨਿੰਗਸ ਇਦਾਂ ਹੁੰਦੀਆਂ ਉੱਥੇ ਜਾਂ ਨਹੀਂ ਹੁੰਦੀਆਂ? ਨਹੀਂ, ਇਦਾਂ ਬੇਸਿਕਲੀ ਇਹ ਹੁੰਦਾ ਹੈ ਜਿੰਨੇ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਨੇ ਉਹਨਾਂ ਵਿੱਚ ਨਾ ਕਾਲਜ ਦੇ ਸਟੂਡੈਂਟਸ ਜਦੋਂ ਉਹਨਾਂ ਦੀ ਡਿਗਰੀ ਵਗੈਰਾ ਪੂਰੀ ਹੁੰਦੀ ਹੈ ਤਾਂ ਉਹਨਾਂ ਦਾ ਇੱਕ ਉਹਨਾਂ ਨੂੰ ਦਿਖਾਉਣ ਲਈ ਉਹ ਲਿਜਾਇਆ ਜਾਂਦਾ ਕਿ ਕਿੱਦਾਂ ਵਰਕਿੰਗ ਹੈ। ਬੇਸਿਕਲੀ ਹੋਰ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਗਵਰਨਮੈਂਟ ਵੱਲੋਂ ਕੋਈ ਇਦਾਂ ਦਾ ਪ੍ਰੋਗਰਾਮ ਹੈ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਇਦਾਂ ਦਾ ਕੋਈ ਪ੍ਰੋਗਰਾਮ ਗਵਰਨਮੈਂਟ ਵੱਲੋਂ ਨਹੀਂ ਚਲਾਇਆ ਜਾਂਦਾ। ਜਿਵੇਂ ਇੱਥੇ ਹੈਗਾ ਆ, ਜਿਵੇਂ ਬੱਚੇ ਐਕਸਪੀਰੀਅੰਸ ਲੈਣ ਲਈ ਉਹ ਐਜ਼ ਅ ਵਲੰਟੀਅਰ ਕੰਮ ਕਰ ਸਕਦੇ ਆ। ਸੋ ਇਦਾਂ ਦਾ ਕੁਝ ਵੀ ਨਹੀਂ ਹੈ ਉੱਥੇ ਕਿ ਤੁਸੀਂ ਜਿਵੇਂ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਤੁਸੀਂ ਦੇਖੋ ਜੌਬ ਫੇਅਰਸ ਵੀ ਲੱਗਦੇ ਨਾ ਪੰਜਾਬ ਗਵਰਨਮੈਂਟ ਵੱਲੋਂ, ਜੌਬ ਫੇਅਰਸ ਲਗਾ ਰਹੇ ਆ, ਉਹਨਾਂ ਵਿੱਚ ਨੌਕਰੀਆਂ ਦੇਖੋ ਤੁਸੀਂ ਕਿੱਦਾਂ ਦੀਆਂ ਨੇ। ਕਿਸੇ ਕੱਪੜੇ ਦੀ ਦੁਕਾਨ ਤੇ ਲੱਗ ਜਾਓ ਜਾ ਕੇ, ਕਿਸੇ ਦੇ ਤੁਸੀਂ ਹੇਅਰ ਸਲੂਨ ਦੇ ਵਿੱਚ ਲੱਗ ਜਾਓ। ਇਹ ਇਦਾਂ ਦੀ ਨੌਕਰੀਆਂ, ਇੱਕ ਜਿਹੜਾ MBA ਪਾਸ ਆਊਟ ਹੈ, ਇੰਨੀ ਉਹਨੇ ਖਰਚਾ ਕਰਕੇ ਡਿਗਰੀ ਲਈ ਆ, ਉਹ ਇੱਕ ਨਾਈ ਦੀ ਦੁਕਾਨ ਤੇ ਜਾ ਕੇ ਵਾਲ ਕਟਿੰਗ ਹੀ ਕਰੂਗਾ ਬਸ। ਇਹਦੇ ਬਾਰੇ ਵੀ ਜਿਵੇਂ ਹੁਣ ਇੱਥੇ ਵੀ ਬੱਚੇ ਆ, ਪੜ੍ਹਦੇ ਆ, ਡਿਗਰੀਆਂ ਲੈਂਦੇ ਆ, ਰਾਈਟ ਵੇ ਕਈ ਵਾਰੀ ਸਾਨੂੰ ਜੌਬ ਨਹੀਂ ਮਿਲਦੀ ਹੈਗੀ। ਸਾਡੇ ਬੱਚੇ ਵੀ ਪਹਿਲਾਂ ਉਹ ਜਦੋਂ ਸਟਾਰਟ ਕਰਦੇ, ਕੰਮ ਸ਼ੁਰੂ ਕਰਦੇ ਆ, ਕਿਤੇ ਨਾ ਕਿਤੇ ਉਹ ਸੋਚਦੇ ਆ ਕਿ ਹੁਣ ਉਹਨਾਂ ਨੇ ਆਪਣੀਆਂ ਜਿਹੜੀਆਂ ਡਿਗਰੀਆਂ ਲਈਆਂ ਉੱਥੇ ਉਹਨਾਂ ਨੇ ਲੋਨ ਚੱਕ ਕੇ ਉਹ ਪੜ੍ਹੇ ਹੋਏ ਆ, ਕਿਤੇ ਨਾ ਕਿਤੇ ਉਹਨਾਂ ਨੇ ਉਹ ਕਰਜ਼ਾ ਵੀ ਉਤਾਰਨਾ, ਰਾਈਟ। ਤੇ ਉਹ ਉਹਨਾਂ ਨੂੰ ਲੱਗਦਾ ਕਿ ਉਹ ਜੇ ਕੰਮ ਸਟਾਰਟ ਕਰਨਾ ਉਹ ਕਿਤੇ ਵੀ ਸ਼ੁਰੂ ਕਰ ਲੈਂਦੇ। ਹੁਣ ਰੈਸਟੋਰੈਂਟਾਂ ਦੇ ਵੀ ਉਹ ਜੌਬਾਂ ਕਰਦੇ ਆ, ਨਿੱਕੀ ਮੋਟੀ ਜਿਹੜੀ ਵੀ ਉਹਨਾਂ ਨੂੰ ਜੌਬ ਮਿਲਦੀ ਆ ਉਹ ਕਰਦੇ ਆ, ਕਰਕੇ ਉਹਨਾਂ ਹੌਲੀ ਹੌਲੀ ਜਿਵੇਂ ਤੁਹਾਡਾ ਐਕਸਪੀਰੀਅੰਸ ਬਣਦਾ ਰਹਿੰਦਾ ਆ ਤੇ ਤੁਸੀਂ ਗਾਂਹ ਤੋਂ ਗਾਂਹ ਨਾਲ ਦੀ ਨਾਲ ਸਰਚ ਵੀ ਕਰਦੇ ਰਹਿੰਦੇ ਆ ਵੀ ਸਾਨੂੰ ਸਾਡੇ ਜਿਹੜਾ ਅਸੀਂ ਜਿਸ ਕਿੱਤੇ ਦੇ ਵਿੱਚ ਅਸੀਂ ਡਿਗਰੀ ਲਈ ਆ ਉਸ ਹਿਸਾਬ ਨਾਲ ਸਾਨੂੰ ਕੰਮ ਮਿਲ ਜਾਵੇ, ਹੈ ਨਾ। ਤੇ ਉਹ ਕਿਤੇ ਨਾ ਕਿਤੇ ਤਾਂ ਸਾਨੂੰ ਮੈਨੂੰ ਲੱਗਦਾ ਸ਼ੁਰੂ ਕਰਨਾ ਹੀ ਪਵੇਗਾ, ਹੈ ਨਾ, ਚਾਹੇ ਉਹ ਛੋਟਾ ਲੈਵਲ ਆ ਜਿਵੇਂ ਰੈਸਟੋਰੈਂਟਸ ਆ ਜਾਂ ਕਿਤੇੋਂ ਵੀ, ਹੈ ਨਾ, ਵੀ ਥੋੜ੍ਹੀ ਬਹੁਤੀ ਇਨਕਮ ਆਉਣੀ ਸ਼ੁਰੂ ਹੋਵੇ। ਮੈਮ ਅੱਜ ਦੇਖੋ ਪੰਜਾਬ ਦੇ ਅੱਜ ਦੇ ਹਾਲਾਤ ਇਦਾਂ ਦੇ ਨੇ ਕਿ ਇੱਕ ਸਾਲ ਦੇ ਵਿੱਚ ਨਾ ਘੱਟ ਤੋਂ ਘੱਟ 1.5 ਲੱਖ ਤੋਂ 2 ਲੱਖ ਜਿਹੜਾ ਸਟੂਡੈਂਟ ਆ ਉਹ ਆਇਲਟਸ ਕਰਕੇ ਕੈਨੇਡਾ, ਅਮਰੀਕਾ, USA ਜਾ ਰਹੇ ਆ ਜੀ। ਕੱਲਾ ਪੰਜਾਬ ਦੀ ਮੈਂ ਗੱਲ ਕਰ ਰਿਹਾ, 1.5 ਤੋਂ 2 ਲੱਖ ਜੀ। ਉਹਨਾਂ ਦੇ ਮਾਈਂਡ ਦੇ ਵਿੱਚ ਇੱਕੋ ਗੱਲ ਹੈ ਕਿ ਇੱਥੇ ਪੰਜਾਬ ਦੇ ਵਿੱਚ ਜੌਬ ਅਵੇਲੇਬਲ ਨਹੀਂ ਹੈਗੀ। ਹੁਣ ਤੁਹਾਡੇ ਕੈਨੇਡਾ ਵਿੱਚ ਕੀ ਹੈ, ਕੋਈ ਮੰਨ ਲਓ ਕਿ ਆਪਾਂ ਕਹਿੰਦੇ ਆ ਕਿ ਜੀ ਜੌਬਸ ਨੇ ਜਿਹੜੀਆਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਨੇ, ਹਾਂਜੀ, ਤੇ ਪੰਜਾਬ ਦੇ ਵਿੱਚ ਨਹੀਂ ਹੈਗਾ ਇਸ ਤਰ੍ਹਾਂ। ਅੱਛਾ ਅਮਨ ਜੀ, ਜਦੋਂ ਅਸੀਂ ਯੂਥ ਦੀ ਗੱਲ ਕਰਦੇ ਆ ਤੇ ਹੁਣ ਸਾਡੇ ਵੀ ਇੱਥੇ ਬੱਚੇ ਆ ਜੀ, ਅਸੀਂ ਕੰਪੇਅਰ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਲੀਡਰ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ, ਪਰ ਮੈਨੂੰ ਲੱਗਦਾ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ, ਕੈਲੀਫੋਰਨੀਆ ਤੇ ਨਹੀਂ ਬਣਿਆ। ਪਰ ਅਸੀਂ ਜਦੋਂ ਗੱਲ ਕਰਦੇ ਆ, ਹੁਣ ਅਸੀਂ ਛੋਟੀ ਹੁੰਦੇ ਇੱਥੇ ਆ ਗਏ ਆ, ਇਸ ਸਿਸਟਮ ਨੂੰ ਅਸੀਂ ਅਡਾਪਟ ਕਰ ਲਿਆ, ਪਰ ਜਿਹੜੇ ਅੱਜ ਵੀ ਸਾਡੇ ਪਰਿਵਾਰ ਉੱਥੇ ਰਹਿੰਦੇ ਨੇ, ਸਾਡੇ ਆਪਣੇ ਭੈਣ ਭਾਈ, ਸਾਡੇ ਚਾਚੇ ਮਾਮੇ ਦੇ ਪੁੱਤ ਉੱਥੇ ਰਹਿੰਦੇ ਨੇ, ਬੇਸ਼ੱਕ ਉਹ ਪੜ੍ਹੇ ਹੋਏ ਆ, ਬੇਸ਼ੱਕ ਉਹਨਾਂ ਨੇ ਡਿਗਰੀਆਂ ਲਈਆਂ ਆ, ਉਹ ਚਾਹੁੰਦੇ ਆ ਕਿ ਸਿਰਫ ਤਾਂ ਸਿਰਫ ਅਸੀਂ ਉਸੇ ਹੀ ਪੜ੍ਹਾਈ ਦੇ ਆਧਾਰ ਤੇ ਹੀ ਕੰਮ ਕਰਨਾ, ਕੋਈ ਹੋਰ ਛੋਟੇ ਲੈਵਲ ਤੋਂ ਅਸੀਂ ਜੌਬ ਨਹੀਂ ਸ਼ੁਰੂ ਕਰਨੀ। ਕਿਤੇ ਨਾ ਕਿਤੇ
ਨੌਜਵਾਨ ਪੀੜ੍ਹੀ, ਹੁਣ ਕਾਫੀ ਨੌਜਵਾਨ ਪੀੜ੍ਹੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਬਹੁਤ ਸਾਰੇ ਇਹੋ ਜਿਹੇ ਨੌਜਵਾਨ ਜਿਹੜੇ ਡਿਗਰੀਆਂ ਲੈ ਕੇ ਰੇੜੀਆਂ ਲਾ ਕੇ ਬੈਠੇ ਆ, ਕੋਈ ਕੁਲਚਿਆਂ ਦੀ ਰੇੜੀ ਲਾਈ, ਕਿਸੇ ਨੇ 버ਗਰਾਂ ਦੀ ਰੇੜੀ ਲਾਈ ਆ, ਪਰ ਹਾਲੇ ਵੀ ਕੁਝ ਇਹੋ ਜਿਹੇ ਨੌਜਵਾਨ ਆ ਜਿਹੜੇ ਕਹਿੰਦੇ ਜਿਹੜੀ ਅਸੀਂ ਪੜ੍ਹਾਈ ਕੀਤੀ ਆ ਉਹੋ ਹੀ ਸਾਨੂੰ ਉਹਦੇ ਰਿਗਾਰਡਿੰਗ ਉਹਦੇ ਜਦ ਕਹਿ ਲਓ ਕਿ ਉਹਦੇ ਅਨੁਸਾਰ ਹੀ ਅਸੀਂ ਜੌਬ ਲੈਣੀ ਆ, ਕੋਈ ਨਿੱਕਾ ਮੋਟਾ ਕੰਮ ਜਾਂ ਕਿਤੇ ਛੋਟੀ ਸ਼ੁਰੂਆਤ ਅਸੀਂ ਨਹੀਂ ਕਰਨੀ, ਸਾਡੀ ਸ਼ਾਨ ਦੇ ਖਿਲਾਫ ਆ। ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਉਹ ਸੰਗੋ ਸ਼ਰਮ ਆ ਕਿ ਜੇ ਮੈਂ ਮਾੜਾ ਕੰਮ ਕੋਈ ਛੋਟਾ ਕਰੂੰ ਤੇ ਲੋਕ ਕੀ ਕਹਿਣਗੇ। ਕਈ ਨੌਜਵਾਨਾਂ ਦੀ ਸੋਚ ਹੈ ਜਿਹੜੀ ਉਹ ਇੱਥੇ ਤੱਕ ਹੀ ਸੀਮਤ ਹੈ ਕਿ ਅਸੀਂ ਇਹ ਕੰਮ ਨਹੀਂ ਕਰਨਾ, ਇਹ ਕੰਮ ਸਾਡੇ ਲੈਵਲ ਦਾ ਨਹੀਂ ਹੈਗਾ। ਪਰ ਮੈਂ ਇੱਕ ਦੇਖਿਆ ਹੈ, ਇੱਕ ਵਾਰ ਮੈਂ ਕਿਤੇ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਭਰਤੀ ਚੱਲ ਰਹੀ ਸੀ ਪੀਐਨਜ਼ ਦੀ, ਹਾਈ ਕੋਰਟ ਦੇ ਵਿੱਚ ਪੀਐਨ ਦੀ ਜੌਬ ਚੱਲ ਰਹੀ ਸੀ। ਉੱਥੇ ਤੁਸੀਂ ਇਹ ਸੋਚ ਨਹੀਂ ਸਕਦੇ ਕਿ ਐਮਬੀਏ ਐਮਪੀਐਡ ਨੇ ਵੀ ਉਸ ਪੀਐਨ ਦੀ ਜੌਬ ਲਈ ਅਪਲਾਈ ਕੀਤਾ। ਇਹ ਤਾਂ ਹਾਲਾਤ ਹੋਏ ਪਏ ਨੇ। ਅੱਛਾ, ਤੁਸੀਂ ਇੱਕ ਸਰਕਾਰੀ ਜੌਬ ਵੀ ਕਰਦੇ ਹੈਗੇ ਆ, ਤੁਸੀਂ ਹਮੇਸ਼ਾ ਨੌਜਵਾਨਾਂ ਲਈ ਚਿੰਤਤ ਵੀ ਰਹਿੰਦੇ ਹੈਗੇ ਆ। ਹੁਣ ਜਿਹੜੀਆਂ 58 ਸਾਲ ਤੇ ਰਿਟਾਇਰਮੈਂਟ ਦੀ ਗੱਲ ਹੋਈ ਆ, ਸੁਖਜਿੰਦਰ ਰੰਧਾਵੇ ਉਹਨਾਂ ਨੇ ਗੱਲ ਕੀਤੀ ਆ ਕਿ 58 ਸਾਲ ਤੋਂ ਬਾਅਦ ਤੁਸੀਂ ਜੌਬ ਤੋਂ ਰਿਟਾਇਰਮੈਂਟ ਲੈ ਲਈ ਆ, ਜੇ ਉਹ ਰਿਟਾਇਰਮੈਂਟ ਤੋਂ ਬਾਅਦ ਲੋਕੀ ਕੰਮ ਕਰਨਗੇ ਫਿਰ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਵੇਗੀ? ਕੋਈ ਇਹੋ ਜਿਹਾ ਵਿਅਕਤੀ ਮਿਲੇ ਆ ਜਿਨ੍ਹਾਂ ਨੂੰ ਕੋਈ ਵਾਰਨਿੰਗ ਦਿੱਤੀ ਆ? ਕੋਈ ਇਹੋ ਜਿਹਾ ਐਕਸ਼ਨ ਹਾਲੇ ਤੱਕ ਹੋਇਆ ਕਿ ਇਹ ਸਿਰਫ ਪੇਪਰਾਂ 'ਚ ਹੀ ਰਹਿ ਗਿਆ, ਅਖਬਾਰਾਂ ਤੱਕ ਹੀ ਸੀਮਤ ਰਹਿ ਗਿਆ? ਮੇਰੇ ਨੌਲੇਜ ਦੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਹੈਗਾ, ਕਿਉਂਕਿ ਇਹ 2-3 ਦਿਨ ਪਹਿਲਾਂ ਹੀ ਇਸ਼ੂ ਹੋਏ ਨੇ। ਜੋ ਇਹਨਾਂ ਦੇ ਦਿਸ਼ਾ ਨਿਰਦੇਸ਼ ਨੇ, ਇਹਨਾਂ ਨੇ 2-3 ਦਿਨ ਪਹਿਲਾਂ ਹੀ ਇਸ਼ੂ ਕੀਤੇ ਨੇ। ਉਹਦੇ ਵਿੱਚ ਇਹ ਲਿਖਿਆ ਹੈ ਕਿ 58 ਸਾਲ ਤੋਂ ਬਾਅਦ ਜਿਹੜੇ ਵੀ ਗਵਰਨਮੈਂਟ ਸਰਵਿਸ ਤੋਂ ਰਿਟਾਇਰ ਹੋਏ ਨੇ 58 ਸਾਲ ਤੋਂ ਬਾਅਦ, ਜੇ ਕਿਸੇ ਵਿਅਕਤੀ ਨੂੰ ਤੁਸੀਂ ਠੇਕਾਦਾਰੀ ਸਿਸਟਮ ਦੇ ਥਰੂ, ਕਿਉਂਕਿ ਕੰਟਰੈਕਟਰ ਹੈ ਅੱਜ ਕੱਲ੍ਹ ਤਾਂ ਜਿਹੜੇ ਪੰਜਾਬ ਸਰਕਾਰੀ ਅਦਾਰੇ ਨੇ ਉਹਨਾਂ ਵਿੱਚ ਕੰਟਰੈਕਟਰ ਦੇ ਥਰੂ ਰੱਖਿਆ ਜਾਂਦਾ ਹੈ, ਤੇ ਭਰਤੀ ਤਾਂ ਐਡੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਗਵਰਨਮੈਂਟ ਦੀ ਜੌਬਸ ਬਹੁਤ ਘੱਟ ਨੇ, ਤਾਂ ਠੇਕੇਦਾਰੀ ਸਿਸਟਮ ਜ਼ਿਆਦਾ ਚੱਲਦਾ। ਤੇ ਇਹ ਵਿਅਕਤੀਆਂ ਨੂੰ ਉਹਨਾਂ ਨੇ ਕਿਹਾ ਹੈ ਕਿ ਖਾਸ ਕਿਉਂਕਿ ਇਹ ਵਿਅਕਤੀ ਨਾਲ ਵੀ ਇਹਨਾਂ ਨੂੰ ਤੁਰੰਤ ਫਾਰਗ ਕੀਤਾ ਜਾਵੇ। ਜੇ ਕਿਤੇ ਵੀ ਇਹ ਵਿਅਕਤੀ ਜਿੰਨੇ ਵੀ ਵਿਅਕਤੀ ਨੇ ਜਿਸ ਡਿਪਾਰਟਮੈਂਟ ਵਿੱਚ ਲੱਗੇ ਹੋਏ ਨੇ, ਇਹਨਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕੀਤਾ ਜਾਵੇ। ਤੇ ਅਮਨ ਇੱਕ ਮੇਰਾ ਹੋਰ ਸਵਾਲ ਆ, ਜੇ ਹੁਣ ਅਸੀਂ ਗੱਲ ਕਰਦੇ ਆ ਕਿ 58 ਸਾਲਾਂ ਦੇ ਵਿਅਕਤੀ ਨੂੰ ਸਰਕਾਰੀ ਨੌਕਰੀ ਤੋਂ ਫਾਰਗ ਦੀ ਗੱਲ ਕੀਤੀ ਅਸੀਂ, ਤੇ ਉਹ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਉਹਦੀ ਹੋ ਗਈ, ਉੱਥੋਂ ਫਾਰਗ ਹੋ ਗਿਆ ਆ, ਤੇ ਪਰ ਉਹ ਕੀ ਉਸ ਇਨਸਾਨ ਦੀਆਂ ਹਾਲੇ ਜ਼ਿੰਮੇਵਾਰੀਆਂ ਬਹੁਤ ਆ। 58 ਸਾਲ ਦੇ ਵਿੱਚ ਇੰਨਾ ਕੋਈ ਬੰਦਾ ਬਜ਼ੁਰਗ ਨਹੀਂ ਹੋ ਜਾਂਦਾ, ਸੋ ਬਹੁਤ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਪਰਿਵਾਰਿਕ, ਤੇ ਇੱਕ ਪੈਨਸ਼ਨ ਦੇ ਨਾਲ ਥੋੜੇ ਪੈਸਿਆਂ ਨਾਲ ਉਹਦਾ ਨਹੀਂ ਸਰਦਾ, ਪਰ ਉਹ ਸਰਕਾਰੀ ਜੌਬ ਤੋਂ ਫਾਰਗ ਹੋ ਕੇ ਬਾਹਰ ਕਿਤੇ ਵੀ ਆਪਣੀ ਮਿਹਨਤ ਦੀ ਹੋਰ ਕਿਤੇ ਜੌਬ ਕਰ ਸਕਦਾ, ਕਿਸੇ ਹੋਰ ਫੀਲਡ 'ਚ ਜਾ ਕੇ ਕਰ ਸਕਦਾ, ਗੈਰ ਸਰਕਾਰੀ ਕੋਈ ਕੰਮ ਕਰ ਹੀ ਸਕਦਾ। ਬਿਲਕੁਲ ਕਰ ਸਕਦਾ ਜੀ, ਕਿਉਂਕਿ ਮੇਨ ਰੀਜ਼ਨ ਕੀ ਹੈ, ਕੋਆਪਰੇਟ ਡਿਪਾਰਟਮੈਂਟ ਹੈ ਨਾ, ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਡਿਪਾਰਟਮੈਂਟ ਹੈ, ਇਹਦੇ ਵਿੱਚ ਨਾ ਪੈਨਸ਼ਨ ਨਹੀਂ ਹੈ। ਪ੍ਰੋਬਲਮ ਕੀ ਹੈ? ਪੈਨਸ਼ਨ ਨਹੀਂ ਹੈ। ਉਹ ਕੀ ਹੈ, ਜੇ ਤਾਂ ਵਿਅਕਤੀ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲ ਜਾਵੇ ਤਾਂ ਉਹ ਆਪਣਾ ਘਰੇ ਕੁਝ ਵੀ ਕੰਮ ਕਰ ਸਕਦਾ, ਲੇਕਿਨ ਇਹ ਜਿਹੜਾ ਡਿਪਾਰਟਮੈਂਟ ਨੇ ਇਹਨਾਂ ਦੇ ਕੋਆਪਰੇਟ ਡਿਪਾਰਟਮੈਂਟ ਹੈ, ਇਹਦੇ ਵਿੱਚ ਨਾ ਰਿਟਾਇਰ ਉਹ ਨਹੀਂ ਹੈਗੀ, ਪੈਨਸ਼ਨ ਨਹੀਂ ਹੈ। ਫਿਰ ਅਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਆ, ਅਸੀਂ ਨੌਜਵਾਨਾਂ ਦਾ ਤਾਂ ਫਿਕਰ ਕਰਦੇ ਆ ਕਿ ਨੌਜਵਾਨਾਂ ਦੀਆਂ ਜਿਹੜੀਆਂ ਨੌਕਰੀਆਂ ਆ, ਜਿਹੜੇ 58 ਸਾਲਾਂ ਤੋਂ ਬਾਅਦ ਜਿਹੜੇ ਉਹਨਾਂ ਨੂੰ ਫਾਰਗ ਕੀਤਾ ਜਾਵੇ ਸਰਕਾਰੀ ਨੌਕਰੀਆਂ ਤੋਂ, ਉਹਨਾਂ ਨੂੰ ਰਿਟਾਇਰਮੈਂਟ ਦਿੱਤੀ ਜਾਵੇ ਤਾਂ ਕਿ ਨਵਾਂ ਯੂਥ ਉਹਨਾਂ ਜੌਬਾਂ ਤੇ ਆ ਸਕੇ, ਉਹਨਾਂ ਨੌਕਰੀਆਂ ਨੂੰ ਹਾਸਲ ਕਰ ਸਕੇ। ਪਰ ਜਿਹੜਾ 58 ਵਰਿਆਂ ਦਾ ਆ, ਉਹ ਹੁਣ ਉਸ ਜੌਬ ਤੋਂ ਫਾਰਗ ਹੋ ਗਿਆ, ਉਹਦੀਆਂ ਹੱਲੇ ਪਰਿਵਾਰਕ ਜ਼ਿੰਮੇਵਾਰੀਆਂ, ਉਹਨੇ ਹੱਲੇ ਆਪਣੇ ਘਰ ਨੂੰ ਚਲਾਉਣਾ, ਉਹਨੂੰ ਪੈਨਸ਼ਨ ਕੋਈ ਨਹੀਂ ਮਿਲ ਰਹੀ, ਤੇ ਉਹ ਕਿਤੇ ਹੋਰ ਨੌਕਰੀ ਉਹਨੂੰ ਉਹਦੇ ਉਸ ਅਕੋਰਡਿੰਗ ਵੀ ਨਹੀਂ ਮਿਲ ਰਹੀ। ਇਹਦੇ ਲਈ ਵੀ ਸਰਕਾਰ ਕੋਈ ਨਵੇਂ ਕਦਮ ਚੁੱਕ ਰਹੀ ਹੈ ਕਿ ਉਹਨਾਂ ਦਾ ਕੀ ਕਰਨਾ ਜਿਨ੍ਹਾਂ ਨੇ 20 ਸਾਲ ਇੱਕ ਫਰਮ ਦੇ ਵਿੱਚ ਆਪਣੇ ਲਾਤੇ ਆ, ਉਹੋ ਹੀ ਉਹਨਾਂ ਕੋਲ ਐਕਸਪੀਰੀਅੰਸ ਆ, ਤੇ ਹੁਣ ਉਹ 58 ਸਾਲ ਦੇ ਹੋ ਗਏ ਆ, ਹੁਣ ਉਹਨਾਂ ਨੂੰ ਫਾਰਗ ਕਰਕੇ ਕਿਸੇ ਨਵੇਂ ਦੀ ਭਰਤੀ ਕਰ ਲਈ ਹੈਗੀ ਆ, ਪਰ ਉਹ ਇਨਸਾਨ ਗਾਂ ਉਹਦਾ ਕੀ ਫਿਊਚਰ ਆ, ਉਹ ਕੀ ਕਰੂਗਾ? 58 ਵਰਿਆਂ ਦੇ ਨੂੰ ਕਿਸੇ ਹੋਰ ਕੰਪਨੀ ਨੇ ਕੰਮ ਨਹੀਂ ਦੇਣਾ, ਕਹਿਣਾ ਇਹ ਸਿਆਣਿਆਂ ਚਾਹੁੰਦਾ ਆ, ਇਹ ਕੰਮ ਦੇ ਕਾਬਲ ਨਹੀਂ, ਬੇਸ਼ੱਕ ਉਹਦੇ ਕੋਲ ਐਕਸਪੀਰੀਅੰਸ ਆ। ਉਹਨਾਂ ਬਾਰੇ ਕੀ ਸੋਚਿਆ ਸਰਕਾਰ ਨੇ? ਜਿਹੜਾ ਸਵਾਲ ਹੈ ਬਿਲਕੁਲ ਵਾਜਿਬ ਹੈ। ਮੇਰਾ ਕਹਿਣ ਤਾਂ ਇਹ ਹੈ ਕਿ ਜੋ ਇਹ ਵਿਅਕਤੀ 58 ਸਾਲ ਤੋਂ ਬਾਅਦ ਰਿਟਾਇਰ ਹੋਏ ਨੇ ਨਾ, ਇਹ ਬਹੁਤ
ਹਾਈਅਰ ਪੇਸ ਦੇ ਉੱਤੇ ਰਿਟਾਇਰ ਹੋਏ ਨੇ। ਇਹਨਾਂ ਦੀ ਤਨਖਾਹ ਸੀ ਜਿਹੜੀ ਬਹੁਤ ਜ਼ਿਆਦਾ ਸੀ। ਹੂੰ ਇਹਨਾਂ ਨੂੰ 58 ਸਾਲ ਤੋਂ ਬਾਅਦ ਰਿਟਾਇਰਮੈਂਟ ਡਿਊਜ਼ ਬਕਾਇਦਾ ਦਿੱਤੇ ਗਏ ਨੇ। 10 12 15 ਲੱਖ ਇਹਨਾਂ ਨੂੰ ਰਿਟਾਇਰਮੈਂਟ ਡਿਊਜ਼ ਇਹਨਾਂ ਦੇ ਬਣ ਜਾਂਦੇ ਨੇ। ਹੂੰ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੂੰ ਰਿਟਾਇਰਮੈਂਟ ਦੇ ਉੱਤੇ ਡਿਊਜ਼ ਦਿੱਤੇ ਜਾਂਦੇ ਨੇ। ਤੇ ਇਹਦੇ ਵਿੱਚ ਹੁਣ ਦੋ ਪ੍ਰੋਸਪੈਕਟ ਨੇ ਜੀ। ਦੇਖੋ, ਜੀ ਇੱਕ ਤਾਂ ਜਿਹੜਾ ਵਿਅਕਤੀ ਸਿੱਧਾ ਗਵਰਨਮੈਂਟ ਥਰੂ ਭਰਤੀ ਹੋਇਆ, ਹੂੰ ਸਰਕਾਰੀ ਭਰਤੀ ਹੋਇਆ। ਹੂੰ ਇੱਕ ਵਿਅਕਤੀ ਉਹ ਹੈ ਜਿਹੜਾ ਸਰਕਾਰੀ ਭਰਤੀ ਨਹੀਂ ਹੋਇਆ, ਹੂੰ ਸਿੱਧਾ ਠੇਕੇਦਾਰ ਥਰੂ ਕਿਸੇ ਡਿਪਾਰਟਮੈਂਟ 'ਚ ਲੱਗਿਆ ਹੋਇਆ, ਪਹਿਲਾਂ ਹੀ ਠੇਕੇਦਾਰ ਥਰੂ ਲੱਗਿਆ ਹੋਇਆ। ਅੱਛਾ ਅਮਨ, ਜਿਹੜੇ ਸਰਕਾਰੀ ਸਿੱਧੀ ਭਰਤੀ ਹੁੰਦੀ ਆ ਤੇ ਜਾਂ ਜਿਹੜੇ ਠੇਕੇਦਾਰਾਂ ਦੇ ਥਰੂ ਆਉਂਦੇ ਆ, ਕੋਈ ਉਹਨਾਂ ਦੇ ਵਿਚਕਾਰ ਬੰਦਾ ਹੁੰਦਾ ਆ, ਮਿਡਲਮੈਨ ਹੁੰਦਾ ਜਿਹੜਾ ਠੇਕੇਦਾਰ ਆ, ਇਹਨਾਂ ਦਾ ਕੋਈ ਪੇ ਸਕੇਲ ਰੇਟ ਵੀ ਡਿਫਰੈਂਟ ਹੁੰਦਾ ਕਿ ਇਹ ਠੇਕੇਦਾਰ ਘੱਟ ਪੈਸੇ ਤੇ ਲਿਆਉਂਦੇ ਆ? ਇਹਨਾਂ ਦਾ ਪੇ ਸਕੇਲ ਬਿਲਕੁਲ ਡਿਫਰੈਂਟ ਹੁੰਦਾ ਹੈ। ਜਿਹੜਾ ਤਾਂ ਸਰਕਾਰੀ ਕਰਮਚਾਰੀ ਹੈ ਉਹਦੇ ਤੇ ਸਰਕਾਰ ਦੇ ਰੇਟਸ ਲਾਗੂ ਹੁੰਦੇ ਨੇ, ਹੂੰ ਸਰਕਾਰ ਦਾ ਪੇ ਸਕੇਲ ਲਾਗੂ ਹੁੰਦਾ। ਜਿਹੜੇ ਤਾਂ ਥਰੂ ਕੰਟਰੈਕਟਰ ਨੇ ਉਹਨਾਂ ਤੇ ਡੀਸੀ ਰੇਟ ਲਾਗੂ ਹੁੰਦਾ, ਜੋ ਕਿ 15,000 ਤੋਂ ਜ਼ਿਆਦਾ ਨਹੀਂ ਹੈਗਾ, ਹੂੰ ਵੱਧ ਤੋਂ ਵੱਧ 15,000। ਜੀ ਜਿਹੜੇ ਸਰਕਾਰੀ ਨੇ ਉਹਨਾਂ ਦੀਆਂ ਤਨਖਾਹਾਂ ਤਾਂ ਬਹੁਤ ਜ਼ਿਆਦਾ ਨੇ। ਤੇ ਫਿਰ ਜਿਹੜੇ ਠੇਕੇਦਾਰ ਅਮਨਪ੍ਰੀਤ ਜੀ, ਜਿਹੜੇ ਠੇਕੇਦਾਰ ਆ, ਕੀ ਇਹ ਸਰਕਾਰ ਵੱਲੋਂ ਰੱਖੇ ਗਏ ਆ? ਇਹ ਆਪਣੇ ਜਿਹੜੇ ਲੋਕਾਂ ਨੂੰ ਪੈਸੇ ਘੱਟ ਦੇਣ ਦੇ ਲਈ ਉਹਨਾਂ ਵੱਲੋਂ ਰੱਖੇ ਗਏ ਕਿ ਜਾਂ ਇਹ ਜਿਹੜੀਆਂ ਫਰਮਸ ਹੈਗੀਆਂ ਆ ਜਾਂ ਜਿਹੜੀਆਂ ਹੈਗੀਆਂ ਤਾਂ ਸਰਕਾਰੀ ਜੌਬਾਂ ਹੈਗੀਆਂ, ਸਰਕਾਰੀ ਕੰਮਕਾਰ ਆ, ਤੇ ਫਿਰ ਇਹ ਠੇਕੇਦਾਰ ਰੱਖਦਾ ਕੌਣ ਆ? ਬਣਦੇ ਕਿਉਂ ਆ? ਕਿਉਂ ਲੋੜ ਪੈਂਦੀ ਇਹਨਾਂ ਠੇਕੇਦਾਰਾਂ ਦੀ? ਠੇਕੇਦਾਰਾਂ ਦੀ ਲੋੜ ਇਸ ਲਈ ਪੈਂਦੀ ਹੈ ਕਿਉਂਕਿ ਕੋਈ ਵੀ ਡਿਪਾਰਟਮੈਂਟ ਨਹੀਂ ਚਾਹੁੰਦਾ ਆ ਕਿ ਕੋਈ ਵੀ ਬੰਦਾ ਰੈਗੂਲਰ ਹੋ ਜਾਵੇ। ਹੂੰ ਸਿੱਧਾ ਅਸੀਂ ਕਰ ਲਈਏ ਤੇ ਉਹਨੂੰ ਤਨਖਾਹ ਜ਼ਿਆਦਾ ਦੇਣੀ ਪਵੇ। ਹੂੰ ਕਿਉਂਕਿ ਜੇ ਤਾਂ ਡਿਪਾਰਟਮੈਂਟ ਸਿੱਧਾ ਭਰਤੀ ਕਰੂਗਾ ਤਾਂ ਉਹਨੂੰ ਗਵਰਨਮੈਂਟ ਦੇ ਪੇ ਸਕੇਲ ਦੇਣਾ ਪਊਗਾ। ਫਿਰ ਤਾਂ ਸਰਕਾਰ ਦਾ ਸਿੱਧਾ ਕਸੂਰ ਆ ਕਿ ਸਰਕਾਰ ਸਿੱਧੇ ਬੰਦੇ ਨਹੀਂ ਭਰਤੀ ਕਰਦੀ, ਸਰਕਾਰ ਉਹਨਾਂ ਦੇ ਸਹੀ ਜਿਹੜੇ ਉਹਨਾਂ ਦੇ ਮੁਆਵਜ਼ੇ ਨਹੀਂ ਦੇਣਾ ਚਾਹੁੰਦੀ। ਬਿਲਕੁਲ, ਪੰਜਾਬ ਦੇ ਵਿੱਚ ਭਰਤੀ ਉਹ ਹੈ ਨਹੀਂ। ਜੇ ਗਵਰਨਮੈਂਟ ਕੋਈ ਭਰਤੀ ਕਰੂਗੀ ਤਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੂ। ਕੋਈ ਹੈ ਸਰਕਾਰ ਦਾ ਸਿਸਟਮ ਨਹੀਂ ਹੈ। ਠੀਕ ਹੈ, ਉਹ ਇੱਕ ਠੇਕੇਦਾਰ ਕੀ ਹੈ, ਇੱਕ ਵਿਚੋਲਾ ਟਾਈਪ ਵਿਅਕਤੀ ਹੁੰਦਾ ਹੈ। ਉਹਨੂੰ ਡਿਪਾਰਟਮੈਂਟ ਕੀ ਕਰਦਾ ਹੈ ਕਿ ਟੈਂਡਰ ਇਸ਼ੂ ਕਰਦਾ। ਠੀਕ ਹੈ, ਉਹਦੇ ਵਿੱਚ ਵੱਖ-ਵੱਖ ਜਿਹੜੇ ਨੇ ਉਹ ਠੇਕੇਦਾਰ ਪਾਰਟਿਸਿਪੇਟ ਕਰਦੇ ਨੇ। ਫਿਰ ਉਹਨਾਂ ਜਿਹਨਾਂ ਨੂੰ ਟੈਂਡਰ ਮਿਲਦਾ ਹੈ, ਇਹ ਡਿਪਾਰਟਮੈਂਟ ਕੀ ਕਰਦਾ ਹੈ ਕਿ ਠੇਕੇਦਾਰ ਨੂੰ ਪੇਮੈਂਟ ਕਰਦਾ ਸਾਰੇ ਲੇਬਰ ਤੇ ਉਹ ਅੱਗੇ ਲੇਬਰ ਨੂੰ ਪੇਮੈਂਟ ਕਰਦਾ। ਇੱਕ ਵਿਚੋਲਾ ਟਾਈਪ ਵਿਅਕਤੀ ਇਹਨਾਂ ਨੇ ਰੱਖਿਆ ਹੁੰਦਾ ਡਿਪਾਰਟਮੈਂਟ ਦੇ ਵਿੱਚ ਤੇ ਉਹ ਉਹਦੇ ਦੁਆਰਾ ਪੇਮੈਂਟ ਕੀਤੀ ਜਾਂਦੀ। ਸਿੱਧੀ ਡਿਪਾਰਟਮੈਂਟ ਦੁਆਰਾ ਪੇਮੈਂਟ ਨਹੀਂ ਕੀਤੀ ਜਾਂਦੀ ਕਿਸੇ ਵੀ ਵਿਅਕਤੀ ਨੂੰ ਜੋ ਠੇਕੇਦਾਰੀ ਥਰੂ ਹੁੰਦਾ ਜੀ। ਪਰ ਬੇਸਿਕਲੀ ਮੈਨੂੰ ਲੱਗਦਾ ਕਿ ਠੇਕੇਦਾਰ ਉਹਦੇ ਵਿੱਚੋਂ ਆਪਣਾ ਕਮਿਸ਼ਨ ਲੈਂਦਾ। ਬਿਲਕੁਲ, ਉਹ ਕਮਿਸ਼ਨ ਦਿੱਤਾ ਜਾਂਦਾ ਜੀ ਉਹਨੂੰ। ਜੇ ਉਹਦਾ ਬਿੱਲ ਬਣਦਾ ਉਹਦੇ ਤੇ ਉਹਨੂੰ ਕਮਿਸ਼ਨ ਦਿੱਤਾ ਜਾਂਦਾ ਜੋ ਵੀ ਡਿਪਾਰਟਮੈਂਟ ਨੂੰ ਹਾਇਰ ਕਰਦਾ। ਤੇ ਨੌਜਵਾਨਾਂ ਦੇ ਵਿੱਚ ਰੁਝਾਨ ਵੱਧ ਰਿਹਾ ਹੈਗਾ ਅਮਨਪ੍ਰੀਤ ਜੀ। ਨੌਜਵਾਨ ਆਪਣਾ ਉੱਥੋਂ ਥੋੜੀ ਸਟੱਡੀ ਕਰਕੇ +2 ਕਰਕੇ ਤੇ ਉੱਥੋਂ ਉਹ ਹਾਇਰ ਐਜੂਕੇਸ਼ਨ ਦੇ ਲਈ ਬਾਹਰਲੇ ਮੁਲਕਾਂ ਵੱਲ ਨੂੰ ਨਿਕਲ ਰਹੇ ਹੈਗੇ ਆ, ਕੰਮਾਂ ਕਾਰਾਂ ਦੇ ਲਈ ਵਰਕ ਵੀਜ਼ੇ ਲੈ ਕੇ ਹੋਰਾਂ ਕੰਟਰੀਆਂ 'ਚ ਜਾ ਰਹੇ ਹੈਗੇ ਆ। ਤੇ ਹੁਣ ਤਾਂ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜੇ ਹੋਏ ਆ। ਕਿਸਾਨ ਧਰਨਿਆਂ ਤੇ ਬੈਠੇ ਆ, ਨੌਜਵਾਨ ਪੀੜ੍ਹੀ ਵੀ ਕਿਸਾਨਾਂ ਦਾ ਸਾਥ ਦੇ ਰਹੀ ਹੈਗੀ ਆ। ਹੁਣ ਕਿਹੋ ਜਿਹੇ ਹਾਲਾਤ ਆ? ਹੁਣ 2-3 ਦਿਨਾਂ ਤੋਂ ਮੈਂ ਰੁਝਾਨ ਦੇਖ ਰਿਹਾ ਕਿ ਨੌਜਵਾਨਾਂ 'ਚ ਵੱਧ ਰਿਹਾ ਜੀ। ਤੇ ਧਰਨਿਆਂ ਤੇ ਉਹ ਜਾ ਰਹੇ ਨੇ ਤੇ ਉਹ ਪੂਰੀ ਸਪੋਰਟ ਕਰ ਰਹੇ ਨੇ ਜੋ ਵੀ ਆਪਣੇ ਬਜ਼ੁਰਗਾਂ ਨੇ। ਉਹਨਾਂ ਨੂੰ ਵੀ ਹੁਣ ਸਮਝ ਆ ਗਿਆ ਕਿ ਹੋਰ ਤਾਂ ਕੋਈ ਹੱਲ ਹੈ ਨਹੀਂ। ਜੇ ਪੈੜੀ ਵੀ ਸਾਡੇ ਫੁੱਸ ਗਈ ਤਾਂ ਅਸੀਂ ਕਾਹਦੇ ਜੋਗੇ ਰਹਿ ਜਾਵਾਂਗੇ ਜੀ। ਤੇ ਇੱਕ ਰੁਝਾਨ ਮੈਂ ਹੋਰ ਦੇਖਿਆ ਹੈ ਕਿ ਪੰਜਾਬ ਦੇ ਜਿਹੜੇ ਨੇ ਜ਼ਿਆਦਾਤਰ ਨੌਜਵਾਨ, ਕਦੇ ਸਿੱਧੂ ਮੂਸੇਵਾਲਾ ਹੋ ਗਿਆ, ਕਦੇ ਤੁਹਾਡਾ ਮਾਨ ਸਾਹਿਬ ਹੋ ਗਏ, ਇਹਨਾਂ ਦੀ ਲੜਾਈਆਂ 'ਚ ਜ਼ਿਆਦਾ ਦਿਲਚਸਪੀ ਲੈਂਦੇ ਨੇ ਤੇ ਹੋਰ ਇਸ਼ੂਆਂ ਤੇ ਉਹ ਘੱਟ ਬੋਲਦੇ ਨੇ। ਅੱਛਾ ਅਮਨਪ੍ਰੀਤ ਜੀ, ਮੈਂ ਤੁਹਾਡੀ ਗੱਲ ਤੁਸੀਂ ਜਾਇਜ਼ ਕੀਤੀ ਆ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਅੱਜ ਕੱਲ ਸਿੰਗਰਾਂ ਦੇ ਪਿੱਛੇ ਜ਼ਿਆਦਾ ਭੱਜਦੀ ਆ, ਉਹਨਾਂ ਦੀ ਫੈਨ ਫੋਲੋਇੰਗ ਜ਼ਿਆਦਾ ਹੁੰਦੀ ਆ। ਉਹਨਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਦਾ ਜਾਂ ਆਪਣੀ ਕਿਰਸਾਨੀ ਨੂੰ ਬਚਾਉਣ ਦਾ ਜਾਂ ਹੋਰਨਾਂ ਪਾਸਿਆਂ ਦੇ ਜਿਨ੍ਹਾਂ ਦੇ ਫੈਨ ਬਣਨਾ ਚਾਹੀਦਾ, ਸਿੰਘਾਂ ਦੇ, ਸ਼ਹੀਦਾਂ ਦੇ, ਸੂਰਮਿਆਂ ਦੇ, ਉਹਨਾਂ ਦੇ ਫੈਨ ਨਹੀਂ ਬਣਦੇ, ਜਦ ਕਿ ਉਹ ਆਰਟਿਸਟਾਂ ਦੇ ਪਿੱਛੇ, ਸਿੰਗਰਾਂ ਦੇ ਪਿੱਛੇ ਲੜਦੇ ਰਹਿੰਦੇ ਆ।
ਪਰ ਇੱਕ ਗੱਲ ਹੋਰ ਵੀ ਆ ਤੇ ਬਹੁਤ ਸਾਰਾ ਇਹੋ ਜਿਹਾ ਆਨਲਾਈਨ ਮੀਡੀਆ ਆ, ਹਰ ਕਿਸੇ ਨੇ ਆਪਣਾ ਘਰ ਚੈਨਲ ਚਲਾਇਆ ਹੋਇਆ ਆ। ਸੋ ਇਹੋ ਜਿਹਾ ਮੀਡੀਆ ਜਦੋਂ ਇਹੋ ਜਿਹੀਆਂ ਗੱਲਾਂ ਨੂੰ ਉਛਾਲ ਕੇ ਲੈ ਕੇ ਆਉਂਦਾ ਤੇ ਨੌਜਵਾਨਾਂ ਦੇ ਵਿੱਚ ਲੜਾਈਆਂ ਹੁੰਦੀਆਂ, ਟਾਈਮ ਪਾ ਕੇ ਲੜਾਈਆਂ ਹੁੰਦੀਆਂ। ਇਹ ਲੜਾਈਆਂ ਸਿਰਫ ਪੰਜਾਬ 'ਚ ਨਹੀਂ, ਬਾਹਰਲੇ ਮੁਲਕਾਂ 'ਚ ਵੀ ਪਹੁੰਚ ਗਈਆਂ। ਬਿਲਕੁਲ ਜੀ, ਬਿਲਕੁਲ। ਪੰਜਾਬ ਦੇ ਵਿੱਚ ਵੀ ਲੜਾਈਆਂ ਮੈਂ ਦੇਖਿਆ ਇਹ ਕਈ ਨੇ YouTube ਤੇ ਆਪਣੇ ਚੈਨਲਸ ਕ੍ਰੀਏਟ ਕੀਤੇ ਹੋਏ ਨੇ, ਠੀਕ ਹੈ ਨੀ, ਇੱਕ ਦੂਜੇ ਨੂੰ ਸ਼ਰੇਆਮ ਧਮਕੀਆਂ ਦਿੰਦੇ ਨੇ, ਇੱਥੇ ਆ ਜਾ। ਇਹਨਾਂ ਤੇ ਕੋਈ ਕਾਨੂੰਨੀ ਸ਼ਿਕੰਜਾ ਨਹੀਂ ਗਾ ਇਹਨਾਂ ਚੈਨਲਸ ਦੇ ਉੱਤੇ, ਜਾਂ ਜਿਹੜੇ ਉਹ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਮੀਡੀਆ ਕਹਿੰਦੇ ਆ? ਨਹੀਂ, ਮੇਰੇ ਅਕੋਰਡਿੰਗ ਇਹਨਾਂ ਤੇ ਕੋਈ, ਜਿੰਨਾ ਮੇਰੀ ਨੌਲੇਜ ਦੇ ਵਿੱਚ ਹੈ, ਇਹ ਸ਼ਰੇਆਮ ਚੱਲਦਾ ਜੀ, ਠੀਕ ਹੈ। ਫੇਸਬੁੱਕ ਤੇ ਹੀ ਸ਼ਰੇਆਮ ਧਮਕੀ ਦਿੱਤੀ ਜਾਂਦੀਆਂ ਨੇ। ਤੇ ਹੁਣ ਜਿਹੜੇ ਨੌਜਵਾਨ ਆ, ਸਿੰਗਰ ਆ, ਉਹ ਤੇ ਧਰਨਿਆਂ ਤੇ ਸਾਥ ਦੇਣ ਲਈ ਕੁਛ ਇੱਕ ਨਿਕਲੇ ਆ, ਕਹਿੰਦੇ ਆਏ ਆ ਸੜਕਾਂ ਦੇ ਉੱਤੇ, ਕਿਸਾਨਾਂ ਦੇ ਨਾਲ ਖੜੇ ਹੋਏ ਆ। ਤੇ ਪਰ ਜਿਹੜਾ ਸਾਧ ਲਾਣਾ ਆ, ਜਿਹੜੇ ਕਣਕ ਦੀ ਆ, ਜਦੋਂ ਕਣਕ ਦੀ ਵਢਾਈ ਹੁੰਦੀ ਆ ਤੇ ਬੋਰੀਆਂ ਲੈ ਕੇ, ਲੰਡੀਆਂ ਜੀਪਾਂ ਲੈ ਕੇ ਪਹੁੰਚ ਜਾਂਦੇ ਸੀ ਖੇਤਾਂ ਦੇ ਵਿੱਚ ਕਣਕ ਦਾ ਦਸਵੰਧ ਕੱਢਣ ਦੇ ਲਈ ਤੇ ਕਣਕਾਂ ਦੀਆਂ ਬੋਰੀਆਂ ਲੈਣ ਦੇ ਲਈ। ਕਿ ਉਹ ਸਾਧ ਲਾਣਾ ਵੀ ਨਿਕਲਿਆ ਬਾਹਰ ਕਿਸਾਨਾਂ ਦੇ ਲਈ, ਕਿ ਉਹ ਹਾਲੇ ਵੀ ਆਪੋ ਆਪਣੀਆਂ ਗੁਫਾ 'ਚ ਹੀ ਬੈਠਾ? ਨਹੀਂ ਜੀ, ਮੇਰੇ ਧਿਆਨ ਦੇ ਵਿੱਚ ਏਦਾਂ ਕੋਈ, ਮੇਰੇ ਧਿਆਨ ਦੇ ਵਿੱਚ ਨਹੀਂ ਆਇਆ ਕਿਸੇ ਨੂੰ ਮੈਂ ਦੇਖਿਆ ਹੋਵੇ ਕਿ ਉਹਨਾਂ ਦੇ ਲਈ ਉਹਨਾਂ ਨਾਲ ਮੋਢਾ ਜੋੜ ਕੇ ਖੜੇ ਨੇ। ਮੇਰੇ ਧਿਆਨ ਦੇ ਵਿੱਚ ਨਹੀਂ ਆਇਆ। ਮੈਂ 2-4 ਕਲਾਕਾਰ ਜਿਹੜੇ ਹੈ ਨੇ, ਬਹੁਤ ਵਧੀਆ ਕਲਾਕਾਰ ਨੇ, ਜਿੱਦਾਂ ਕਿ ਹਰਜੀਤ ਹਰਮਨ ਜੀ ਹੋ ਗਏ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ। ਮੈਂ ਉਹ ਦੇਖਿਆ, ਉਹਨਾਂ ਨੂੰ ਕਿਸਾਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜੇ ਨੇ, ਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ। ਉਹ ਇੱਕ ਤਾਂ ਬਹੁਤ ਵਧੀਆ ਸਿੰਗਰ ਤੇ ਇੱਕ ਕਿਸਾਨ ਵੀ ਨੇ, ਤੇ ਜਿਵੇਂ ਉਹਨਾਂ ਨੇ ਕਿਸਾਨਾਂ ਦੇ ਧਰਨੇ ਤੇ ਜਾ ਕੇ ਸੰਬੋਧਨ ਕੀਤਾ, ਕਿਸਾਨਾਂ ਲਈ ਡਟ ਕੇ ਖੜੇ ਆ, ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਅਮਨ ਜੀ, ਤੁਸੀਂ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ। ਯੂਥ ਦੇ ਲਈ ਤੁਸੀਂ ਚਿੰਤਤ ਹੋ, ਤੁਸੀਂ ਆਪ ਵੀ ਇਹਨਾਂ ਗੱਲਾਂ ਨੂੰ ਅੱਗੇ ਲੈ ਕੇ ਆਉਂਦੇ ਹੋ, ਲੋਕਲ ਐਕਟਿਵਿਸਟ ਹੋ, ਤੇ ਜਿਹੜੇ NRI ਬਾਹਰਲੇ ਮੁਲਕਾਂ 'ਚ ਬੈਠੇ, ਉਹਨਾਂ ਲਈ ਕੀ ਮੈਸੇਜ ਆ, ਕੀ ਚਾਹੁੰਦੇ ਆ, ਕਿਵੇਂ ਉਹ ਕਿਸਾਨਾਂ ਦੇ ਨਾਲ ਖੜ ਸਕਦੇ ਆ, ਕਿਹੋ ਜੀ ਮਦਦ NRI ਤੋਂ ਚਾਹੀਦੀ ਆ ਪੰਜਾਬ ਦੇ ਕਿਸਾਨਾਂ ਨੂੰ? ਅਸੀਂ ਵੀ ਉਹਨਾਂ 'ਚੋਂ ਹੀ ਆ, ਪਰ ਅਸੀਂ ਪਰਦੇਸੀ ਹੋ ਗਏ ਆ। ਸੋ ਅਸੀਂ ਕਿਸ ਤਰ੍ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕਦੇ ਆ? ਕੀ ਮੈਸੇਜ ਦੇਣਾ ਚਾਹੁੰਦੇ ਆ ਸਾਂਝਾ TV ਦੇ ਰਾਹੀਂ ਤੁਸੀਂ? ਮੈਂ ਤਾਂ ਸਾਂਝਾ TV ਰਾਹੀਂ ਸਾਰੇ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਪੰਜਾਬੀ ਨੇ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇੰਡੀਅਨ ਐਮਬੈਸੀ ਹੈ ਨਾ, ਉਹਦੇ ਅੱਗੇ ਜਾ ਕੇ ਨਾ ਤੁਸੀਂ ਆਪਣਾ ਪ੍ਰੋਟੈਸਟ ਜ਼ਾਹਰ ਕਰੋ ਕਿਸਾਨਾਂ ਦੇ ਹੱਕ ਵਿੱਚ। ਨਾ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਆਪਣਾ ਪ੍ਰੋਟੈਸਟ ਕਰੋ ਜੀ। ਪੰਜਾਬ ਦੇ ਕਿਸਾਨ, ਜੇ ਪੰਜਾਬ ਦੇ ਕਿਸਾਨ ਹੀ ਨਹੀਂ ਰਹਿਣਗੇ ਤਾਂ ਪੰਜਾਬ ਵਿੱਚ ਰਹੂਗਾ ਕੀ ਜੀ? ਰੀੜ੍ਹ ਦੀ ਹੱਡੀ ਨੇ ਪੰਜਾਬ ਦੇ ਕਿਸਾਨ। ਦੇਸ਼ ਦੀ ਆਰਥਿਕਤਾ ਨਾ ਕਿਸਾਨਾਂ ਤੇ ਟਿਕੀ ਹੈ ਜੀ। ਜੇ ਕਿਸਾਨ ਹੀ ਨਹੀਂ ਰਹੂਗਾ ਤਾਂ ਦੇਸ਼ ਦੀ ਗਰੋਥ ਕਿੱਥੋਂ ਹੋ ਜਾਊਗੀ ਜੀ? ਬਹੁਤ ਵਧੀਆ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਅਮਨ ਜੀ, ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਾਡੇ ਕੋਲ ਸਾਡਾ ਬ੍ਰੇਕ ਦਾ ਸਮਾਂ ਹੋ ਰਿਹਾ, ਪਰ ਤੁਸੀਂ ਆਪਣਾ ਪੂਰਾ ਅੱਧਾ ਘੰਟਾ ਸਾਨੂੰ ਦਿੱਤਾ, ਗੱਲਬਾਤ ਕੀਤੀ, ਔਰ ਤੁਸੀਂ ਚਿੰਤਤ ਹੋ ਯੂਥ ਨੂੰ ਲੈ ਕੇ। ਸੋ ਥੈਂਕ ਯੂ ਤੁਹਾਡਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਾਫ ਕਰਨਾ, ਕੋਈ ਵੀ ਇਹੋ ਜਿਹਾ ਮੁੱਦਾ ਹੋਇਆ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਮੁੜ ਤੋਂ ਸਾਡੇ ਨਾਲ ਸ਼ਾਮਲ ਹੋਵੋ, ਮੁੜ ਤੋਂ ਸਾਡੇ ਨਾਲ ਆ ਕੇ ਗੱਲਬਾਤ ਜ਼ਰੂਰ ਕਰੋ। 2 ਮਿੰਟ ਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਪਹਿਲੇ ਮੁੱਦੇ ਦੀ ਜੀ। 2 ਮਿੰਟ ਮੈਂ ਕਨਕਲੂਡ ਕਰ ਦੂੰਗਾ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਸਟੈਪ ਲਿਆ ਨਾ, ਬਹੁਤ ਵਧੀਆ ਉਹਦਾ ਸਟੈਪ ਲਿਆ ਇਹਨਾਂ ਨੇ। ਮੇਰੀ ਜਿਹੜੇ 58 ਸਾਲ ਤੋਂ ਬਾਹਰ ਰਿਟਾਇਰ ਹੋ ਕੇ ਵਿਅਕਤੀ ਜਿਹੜੇ ਲੱਗੇ ਹੋਏ ਨੇ, ਚਲੋ ਮੇਰੇ ਵੱਡੇ ਨੇ ਉਮਰ ਦੇ ਵਿੱਚ, ਸੂਝਵਾਨ ਵੀ ਬਹੁਤ ਜ਼ਿਆਦਾ ਮੇਰੇ ਨਾਲ ਹੋਣਗੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਹੁਣ ਨਵੀਂ ਪੀੜ੍ਹੀ ਨੂੰ ਮੌਕਾ ਦਿਓ। ਤੁਹਾਡੀ ਮੇਰੀ ਬੇਨਤੀ ਹੈ, ਠੀਕ ਹੈ ਨਾ? ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ। 58 ਸਾਲ ਦੀ ਰਿਟਾਇਰਮੈਂਟ ਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਇਹ ਵਿਅਕਤੀ ਨੇ ਬਥੇਰੀ ਸੇਵਾ ਕਰ ਲਈ ਹੈ ਡਿਪਾਰਟਮੈਂਟ ਦੀ, ਇਹ ਹੁਣ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੇ, ਜੋ ਨਹੀਂ ਕਰ ਸਕਿਆ ਆਪਣੇ ਬੱਚਿਆਂ ਨਾਲ ਜੀ, ਠੀਕ ਹੈ? ਬਹੁਤ ਇਹਨੇ ਆਪਣੇ ਵੈਲਿਊਏਬਲ ਟਾਈਮ ਦਿੱਤਾ ਆ ਜੀ ਡਿਪਾਰਟਮੈਂਟ ਨੂੰ। ਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ, ਜਿਹੜੇ ਵਿਅਕਤੀ ਲੱਗੇ ਹੋਏ ਨੇ ਨਾ, ਪਲੀਜ਼ ਕਿ ਇਹਨਾਂ ਨੂੰ ਸਮਝਾਓ ਕਿ ਨੌਜਵਾਨਾਂ ਨੂੰ ਮੌਕਾ ਦਿਓ। ਬਿਲਕੁਲ, ਥੈਂਕ ਯੂ ਜੀ, ਤੁਹਾਡੀ ਚਿੰਤਾ ਜਾਇਜ਼ ਆ। ਥੈਂਕ ਯੂ ਤੁਹਾਡਾ ਅਮਨ ਜੀ, ਸਾਡਾ ਸਾਥ ਦੇਣ ਦੇ ਲਈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਤੁਹਾਤੋਂ ਉਮੀਦ ਰੱਖਦੇ ਹਾਂ ਕਿ ਫਿਰ ਤੋਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਕਿਸੇ ਮੁੱਦੇ ਤੇ ਜ਼ਰੂਰ ਗੱਲਬਾਤ ਕਰੋਗੇ। ਸੋ ਧੰਨਵਾਦ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਸਾਂਝਾ TV ਦਾ ਵੀ ਬਹੁਤ ਜ਼ਿਆਦਾ ਧੰਨਵਾਦ ਹੈ। ਥੈਂਕ ਯੂ ਜੀ, ਉਹਨਾਂ ਨੇ ਮੈਨੂੰ ਕੀਮਤੀ ਸਮਾਂ
ਦਿੱਤਾ ਹੈ ਜੀ। ਤੇ ਹਾਂਜੀ, ਬਹੁਤ ਵਧੀਆ ਜਾਣਕਾਰੀ ਮੈਂ ਤੁਸੀਂ ਦਿੱਤੀ। ਸਾਂਝਾ ਟੀਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਜੀ ਥੈਂਕ ਯੂ ਅਮਨ ਜੀ ਤੁਹਾਡਾ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸੁਣ ਬਿਲਕੁਲ ਬਲਵੀਰ ਜੀ, ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਬੜੀ ਜਾਇਜ਼ ਆ ਕਿ ਯੂਥ ਨੂੰ ਫਿਕਰ ਆ, ਔਰ ਬੜਾ ਵਧੀਆ ਮੈਸੇਜ ਦੇ ਕੇ ਗਏ ਕਿ ਰਿਕੁਐਸਟ ਹੀ ਆ ਕਿ ਤੁਸੀਂ ਹੁਣ ਜੇ ਰਿਟਾਇਰਮੈਂਟ ਲੈ ਲਈ ਹੈ ਤੇ ਆਪਣੇ ਜਿਹੜਾ ਆਪਣਾ ਤੁਹਾਡਾ ਕੀਮਤੀ ਸਮਾਂ ਆ ਤੁਸੀਂ ਆਪਣੇ ਪਰਿਵਾਰ ਦੇ ਨਾਲ ਬਹੁਤ ਸੇਵਾ ਕਰ ਲਈ ਤੁਸੀਂ ਡਿਪਾਰਟਮੈਂਟ ਦੀ, ਤੇ ਹੁਣ ਤੁਸੀਂ ਆਪਣੇ ਪਰਿਵਾਰ ਦੇ ਨਾਲ ਬਤੀਤ ਕਰੋ। ਵਧੀਆ ਮੈਸੇਜ ਦਿੱਤਾ, ਪਰ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਚਾਹ ਪਾਣੀ ਪੀ ਲਈਏ ਅਸੀਂ ਵੀ। ਸੋ ਰੁਕਦੇ ਅਸੀਂ ਛੋਟੀ ਜੀ ਬ੍ਰੇਕ ਲਈ, ਬ੍ਰੇਕ ਤੋਂ ਵਾਪਸ ਆ ਕੇ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਔਰ ਤੁਸੀਂ ਜਾਣਦੇ ਹੋ ਬਲਵੀਰ ਜੀ ਸਾਡੇ ਨਾਲ ਬੁੱਧਵਾਰ ਆਉਂਦੇ ਆ, ਸੋ ਇੱਕ ਦਿਨ ਦੇ ਵਿੱਚ ਨਾਲੇ 2 ਖਾਸ ਕਰਕੇ ਭੈਣਾਂ ਹੋਣ ਕਿਸੇ ਡਿਸਕਸ਼ਨ ਤੇ ਬੈਠੀਆਂ ਤੇ ਮੁੱਕਦੀਆਂ ਨਹੀਂ, 1 ਘੰਟਾ ਥੋੜਾ ਪੈ ਜਾਂਦਾ। ਪਰ ਰੁਕਦੇ ਆ ਛੋਟੀ ਜੀ ਬ੍ਰੇਕ ਲਈ, ਵਾਪਸ ਆਉਂਦੇ ਆ, ਦੇਖਦੇ ਰਹੋ ਸਾਂਝਾ ਟੀਵੀ। ਸੋ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਸਾਂਝਾ ਟੀਵੀ ਤੇ ਤੁਸੀਂ ਜਾਣਦੇ ਹੋ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰ ਦੇ 11 ਵਜੇ ਤੋਂ 12 ਵਜੇ ਤੱਕ ਅਸੀਂ ਤੁਹਾਡੇ ਨਾਲ ਖਬਰਸਾਰ ਬਿਹਾਈਂਡ ਦਾ ਨਿਊਜ਼ ਲੈ ਕੇ ਆਉਂਦੇ ਆ। ਸੋ ਕੋਈ ਵੀ ਸਾਡੇ ਤੱਕ ਖਬਰ ਪਹੁੰਚਦੀ ਹੈ, ਬੇਸ਼ੱਕ ਪੰਜਾਬ ਤੋਂ ਹੋਵੇ, ਬੇਸ਼ੱਕ ਸਾਡੇ ਆਪਣੇ ਮੁਲਕ ਦੀ, ਸਾਡੇ ਗੁਆਂਢੀ ਮੁਲਕ ਦੀ, ਜਾਂ ਕਿਸੇ ਵੀ ਮੁਲਕ ਦੀ ਹੋਵੇ, ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਡੇ ਨਾਲ ਡਿਸਕਸ ਕਰੀਏ। ਤੇ ਬਿਲਕੁਲ ਬਲਵੀਰ ਜੀ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ, ਜਿਵੇਂ ਸੁਖਜਿੰਦਰ ਰੰਧਾਵਾ ਹੁਣਾਂ ਨੇ ਇੱਕ ਨਿਰਦੇਸ਼ ਜਾਰੀ ਕੀਤਾ ਆ ਕਿ ਜਿਹੜੇ 58 ਸਾਲਾਂ ਦੇ ਹੋ ਗਏ ਆ ਤੇ ਉਹਨਾਂ ਨੂੰ ਫਾਰਗ ਕੀਤਾ ਜਾਵੇ ਕੰਮਾਂ ਕਾਰਾਂ ਤੋਂ। ਤੇ ਪਰ ਇੱਕ ਗੱਲ ਦਾ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਾ ਕਿ ਫਾਰਗ ਤੇ ਕਾਰਨ ਨੂੰ ਕਹਿ ਦਿੱਤਾ, ਪਰ ਉਹਨਾਂ ਨੂੰ ਕੋਈ ਰਿਟਾਇਰਮੈਂਟ, ਕੋਈ ਪੈਨਸ਼ਨ, ਕੁਝ ਵੀ ਨਹੀਂ ਆਉਣਾ। ਜੀ ਬਿਲਕੁਲ, ਉਹਨਾਂ ਨੇ ਮੈਂਸ਼ਨ ਕੀਤਾ ਸੀ ਆਈ ਥਿੰਕ ਜਦੋਂ ਉਹ 58 ਸਾਲ ਤੇ ਉਹਨਾਂ ਨੂੰ ਰਿਟਾਇਰ ਕਰਦੇ ਆ, ਆਈ ਥਿੰਕ ਪੈਕੇਜ ਦਿੰਦੇ ਆ, ਹਨਾ? ਹਾਂਜੀ, ਪੈਕੇਜ ਤਾਂ ਦਿੰਦੇ ਆ, ਚਲੋ 10-15 ਲੱਖ ਜਿੰਨਾ ਵੀ ਦਿੰਦੇ ਆ, 20 ਲੱਖ ਦਿੰਦੇ ਹੋਣਗੇ, ਪਰ ਜਿਹੋ ਜੀ ਮਹਿੰਗਾਈ ਹੈ, ਜਿਹੋ ਜਿਹੇ ਪੰਜਾਬ ਦੇ ਹਾਲਾਤ ਆ, ਤੇ ਜਦੋਂ ਅਸੀਂ 58 ਵਰਿਆਂ ਦੀ ਗੱਲ ਕਰਦੇ ਆ ਤੇ 58 ਵਰਿਆਂ ਤੱਕ ਕਈ ਵਾਰੀ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਹੋਈਆਂ ਹੁੰਦੀਆਂ, ਬੱਚਿਆਂ ਦੇ ਵਿਆਹ ਕਰਨੇ ਹੁੰਦੇ ਆ, ਘਰ ਪਰਿਵਾਰ ਹੁੰਦਾ ਆ, ਔਰ ਖਰਚੇ ਬਹੁਤ ਜ਼ਿਆਦਾ ਹੁੰਦੇ ਆ। ਸੋ ਉਸ ਇਨਸਾਨ ਨੂੰ ਫਿਰ ਮਜਬੂਰੀ ਬਸ ਵੀ ਹੋ ਸਕਦਾ ਸ਼ਾਇਦ ਉਸੇ ਹੀ ਜੌਬ ਤੇ ਉਹ ਆਪਣੇ ਆਪ ਨੂੰ ਰੱਖਦਾ ਹੋਵੇ। ਹਾਂਜੀ, ਸੋ ਅਸੀਂ ਦੋਨੇ ਪਹਿਲੂ ਦੇਖਦੇ ਆ। ਅਸੀਂ ਇਹ ਨਹੀਂ ਕਿ ਜੇ ਕਾਨੂੰਨ ਪੜਿਆ ਵੀ 58 ਵਰੇ ਹੋ ਗਏ ਆ ਤੇ ਚਲੋ ਜੀ ਕੱਢੋ ਇਹਨੂੰ, ਠੰਡੇ ਠੰਡੇ ਜਾਓ ਘਰ। ਹਾਂਜੀ, ਪਰਿਵਾਰਾਂ ਲਈ ਉਹ ਸਰਵਾਈਵ ਕਰਨਾ ਔਖਾ ਹੈ, ਹਨਾ? ਇੰਨੇ ਖਰਚ ਕਿੱਥੋਂ? ਪਰ ਦੂਜੇ ਪਾਸੇ ਗੱਲ ਇਹ ਆ ਕਿ ਸਰਕਾਰ ਨੂੰ ਕੋਈ ਹੋਰ ਸੋਰਸਸ ਇਹੋ ਜਿਹੇ ਕੱਢਣੇ ਚਾਹੀਦੇ ਆ। ਹੁਣ ਜੇ ਇੱਕ ਕਿਸੇ ਨੇ ਕਹਿ ਲਓ ਕਿ ਡਿਗਰੀਆਂ ਲਈਆਂ ਹੈਗੀਆਂ ਆ, ਕਿਸੇ ਨੇ ਕੋਈ ਵਧੀਆ ਐਜੂਕੇਸ਼ਨ 10 ਸਾਲ ਲਾ ਕੇ 5 ਸਾਲ ਲਾ ਕੇ ਆਪਣੀ ਕੋਈ ਡਿਗਰੀ ਲਈ ਆ ਤੇ ਜੌਬ ਸਰਚ ਹੋ ਰਹੀ ਆ, ਜੌਬ ਓਪਨਿੰਗ ਆ, ਜੌਬ ਬੈਂਕ ਆ, ਉੱਥੇ ਜਾ ਕੇ ਤੁਹਾਨੂੰ ਕਿਹਾ ਜਾਂਦਾ ਕਿ ਹੁਣ ਤੁਸੀਂ ਕਿਸੇ ਸਲੂਨ ਤੇ ਕੰਮ ਕਰ ਲਓ ਜਾਂ ਕਿਸੇ ਕੱਪੜੇ ਦੀ ਸਟੋਰ ਤੇ ਜਾ ਕੇ ਤੁਸੀਂ ਕੰਮ ਕਰ ਲਓ। ਹੁਣ ਜਿਹਨੇ ਆਪਣੇ 8-10 ਸਾਲ ਜਾਂ 5 ਸਾਲ ਲਾਏ ਆ ਇੰਨੇ ਮਹਿੰਗੇ ਯੂਨੀਵਰਸਿਟੀਆਂ ਚੋਂ ਡਿਗਰੀਆਂ ਲੈ ਕੇ, ਤੇ ਉਹਨਾਂ ਦੀ ਉਹ 10,000 ਮਹੀਨੇ ਦੇ ਨਾਲ ਕਿਵੇਂ ਸਰੂਗਾ, 5,000 ਮਹੀਨੇ ਦੇ ਨਾਲ ਕਿਵੇਂ ਸਰੂਗਾ? ਬਿਲਕੁਲ ਨਹੀਂ, ਬਹੁਤ ਔਖਾ ਹੈ ਜਿਸ ਹਿਸਾਬ ਨਾਲ ਮਹਿੰਗਾਈ ਹੈ। ਮੈਨੂੰ ਤਾਂ ਇਹੀ ਲੱਗ ਰਿਹਾ ਕਿ ਸਰਕਾਰਾਂ ਨੇ ਸਿਰਫ ਆਪਣੀਆਂ ਜੇਬਾਂ, ਆਪਣੇ ਘਰ ਭਰਨ ਤੱਕ ਹੀ ਸਾਰਾ ਕੁਝ ਸੀਮਤ ਕੀਤਾ ਹੋਇਆ ਆ, ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੀ ਦੇਸ਼ ਦੀ ਜਿਹੜੀ ਉਹਨਾਂ ਦੀ ਕੌਮ ਆ, ਜਿਹੜੀ ਉਹਨਾਂ ਦੇ ਲੋਕ ਆ, ਉਹ ਕਿੱਦਾਂ ਰਹਿੰਦੇ, ਉਹਨਾਂ ਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਹੈਗਾ, ਹਨਾ? ਇਸੇ ਕਰਕੇ ਇੰਨੀ ਬੇਰੁਜ਼ਗਾਰੀ ਆ ਤੇ ਬਹੁਤ ਔਖਾ ਆ। ਨਿਆਣੇ ਪੜ੍ਹਦੇ ਆ, ਬੱਚੇ ਪੜ੍ਹਦੇ, ਨੌਜਵਾਨ ਆਪਣੀਆਂ ਸਟੱਡੀ ਕਰਦੇ ਆ, ਪਰ ਉਹ ਹਾਇਰ ਸਟੱਡੀ ਦੇ ਲਈ ਇਹਨਾਂ ਮੁਲਕਾਂ ਵੱਲ ਭੱਜਦੇ ਆ। ਜੀ ਬਿਲਕੁਲ। ਤੇ ਇਹਨਾਂ ਮੁਲਕਾਂ 'ਚ ਆ ਕੇ ਉਹਨਾਂ ਨੂੰ ਇਹ ਹੁੰਦਾ ਕਿ ਉਹ ਕੰਮ ਵੀ ਕਰਦੇ ਆ ਤੇ ਨਾਲ ਸਟੱਡੀ ਵੀ ਕਰਦੇ ਆ। ਸੋ ਉਹ ਜੇ ਇਹਨਾਂ ਮੁਲਕਾਂ 'ਚ ਆਪਣੇ ਵਧੀਆ ਭਵਿੱਖ ਦੇ ਲਈ ਆਉਂਦੇ ਆ, ਪਰ ਕਿਤੇ ਨਾ ਕਿਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇੱਕ ਆਸ ਹੁੰਦੀ ਆ। ਮੈਂ ਦੇਖਿਆ ਕਿ ਜਿਹੜੇ ਇੰਟਰਨੈਸ਼ਨਲ ਬੱਚੇ ਆਉਂਦੇ ਆ ਉਹ ਇੱਥੇ ਆਪਣਾ ਕੰਮ ਵੀ ਕਰਦੇ ਆ, ਬਿਲਕੁਲ, ਇੱਥੇ ਵੀ ਆਪਣੀ ਫੀਸ ਦਿੰਦੇ ਆ, ਪਲੱਸ ਉਹ ਜਿਹੜੇ ਕਰਜ਼ੇ ਚੁੱਕ ਕੇ ਆਏ ਹੁੰਦੇ ਆ ਨਾ, ਆਪ ਗੁਰਦੁਆਰੇ ਰੋਟੀ ਖਾ ਲੈਣਗੇ ਬੱਚੇ, ਆਪ ਇੱਕ ਡੰਗ ਘੱਟ ਖਾ ਲੈਣਗੇ, ਪਰ ਉਹਨਾਂ ਨੂੰ ਫਿਕਰ ਹੁੰਦਾ ਕਿ ਮੇਰੇ ਬਾਪ ਨੇ ਜਿਹੜਾ ਕਰਜ਼ਾ ਚੱਕਿਆ ਨਾ, ਉਹਦੀ ਲਿਮਟ ਚੱਕੀ ਆ, ਉਹਦੀ ਜਿਹੜੀ ਪੇਮੈਂਟ ਉਹ ਦੇਣੀ ਆ। ਤੇ ਬੱਚੇ ਆਪਣਾ ਢਿੱਡ ਘੁੱਟ ਕੇ, ਆਪਣੀ ਭੁੱਖ ਮਾਰ ਕੇ ਆਪਣੇ ਪਰਿਵਾਰ ਦਾ ਪਿੱਛੇ ਢਿੱਡ ਭਰਦੇ ਆ, ਉਹਨਾਂ ਨੂੰ ਪੈਸੇ ਘੱਲਦੇ ਆ। ਬਹੁਤ ਤਰ੍ਹਾਂ ਦੇ ਬੱਚੇ ਆ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਕੁਝ % ਮਾੜੇ ਆ ਬਲਵੀਰ ਜੀ, ਕੁਝ %, ਪਰ ਆਪਾਂ ਜਦੋਂ ਲੇਬਲ ਲਾਉਂਦੇ ਆ ਵੀ ਸਾਰੇ ਹੀ ਮਾੜੇ ਆ ਨਾ, ਜਿਵੇਂ ਹਰ ਇੱਕ ਕਮਿਊਨਿਟੀ 'ਚ 2 ਤੋਂ 5% ਲੋਕ ਮਾੜੇ ਹੁੰਦੇ ਆ। ਅਕਸਰ ਆਪਣੀ ਡਿਸਕਸ਼ਨ ਹੁੰਦੀ ਰਹਿੰਦੀ ਆ ਤੇ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਆ। ਜਦੋਂ ਅਸੀਂ ਨਾ ਬੇਰੁਜ਼ਗਾਰੀ ਦੀ ਗੱਲ ਕਰਦੇ ਆ, ਜਦੋਂ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆ, ਕਈ ਵਾਰੀ ਇਹੋ ਜਿਹੇ ਇਨਸਾਨ ਤੁਹਾਨੂੰ ਮਿਲਦੇ ਆ। ਮੇਰੇ ਨਾਲ ਇੱਕ ਸ਼ਾਇਦ ਆਉਣ ਵਾਲੇ ਸਮੇਂ 'ਚ ਮੈਂ ਹਲੇ ਕੁਝ ਲੀਗਲ ਕਾਰਵਾਈ ਕਰ ਰਹੇ ਹੈਗੇ, ਅਸੀਂ ਲੀਗਲ ਜਿਹੜੇ ਇਸ਼ੂਜ਼ ਹੁੰਦੇ ਆ ਸਾਡੇ ਉਹ ਚੱਲ ਰਹੇ ਹੈਗੇ ਆ।
ਜਦੋਂ ਸਾਨੂੰ ਪਰਮਿਸ਼ਨ ਮਿਲੂਗੀ ਸ਼ਾਇਦ ਮੈਂ ਉਸ ਬੱਚੀ ਨੂੰ ਇਸ ਚੈਨਲ ਤੇ ਲਿਆ ਕੇ ਬਿਠਾਲ ਕੇ ਹਾਂਜੀ ਲੋਕਾਂ ਦੇ ਰੂਬਰੂ ਕਰੂੰਗੀ, ਲੋਕਾਂ ਦੇ ਸਾਹਮਣੇ ਲੈ ਕੇ ਆਉਂਗੀ ਕਿ ਇਹ ਉਹ ਵਿਕਟਮ ਲੋਕ ਆ। ਹਾਂਜੀ ਛੋਟੀ ਉਮਰ ਦੇ ਵਿੱਚ ਬੱਚੀਆਂ ਇੱਥੇ ਆ ਕੇ ਇਹਨਾਂ ਨੂੰ ਬਹੁਤ, ਮੈਂ ਸਾਰੇ ਨਹੀਂ ਕਹੂੰਗੀ, 5 ਉਂਗਲਾਂ ਇੱਕੋ ਜਿਹੀਆਂ ਨਿੱਗੀਆਂ, ਬਹੁਤ ਸਾਰੇ ਮੈਂ ਕਹੂੰਗੀ ਹਾਂਜੀ ਜਿਹੜੇ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਦੇ ਆ। ਬਿਲਕੁਲ ਕਰਦੇ। ਮੈਨੂੰ ਤਕਰੀਬਨ 2 ਹਫ਼ਤੇ ਹੋ ਗਏ ਬਲਵੀਰ ਜੀ। ਹਾਂਜੀ ਇੱਕ ਬੱਚੀ ਤਕਰੀਬਨ ਮੇਰੇ ਖਿਆਲ ਦੇ ਵਿੱਚ 24 ਕੁ ਸਾਲ ਦੀ ਆ। ਹਾਂਜੀ ਮਾਫ ਕਰਨਾ, ਮੈਂ ਕੋਈ ਨਾਂ ਨਹੀਂ ਲਵਾਂਗੀ ਬੱਚੀ ਦਾ, ਕਿਸੇ ਬਿਜ਼ਨਸ ਦਾ ਨਾਂ ਨਹੀਂ ਲਵਾਂਗੀ ਕਿਉਂਕਿ ਹੱਲੇ ਅੰਡਰ ਇਨਕੁਆਰੀ ਇਹ ਕੇਸ ਚੱਲ ਰਿਹਾ ਹੈਗਾ ਆ। ਪਰ ਮੈਂ ਇਹ ਗੱਲ ਤੁਹਾਡੇ ਨਾਲ ਵੈਸੇ ਕਰਨਾ ਚਾਹੁੰਦੀ ਆ ਕਿ ਜੋ ਹਾਲਾਤ ਹੈ ਇੱਥੇ ਦੇ, ਹਾਂਜੀ ਉਹ ਬੱਚੀ ਇੱਥੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਈ ਸੀ, ਬੜੇ ਗਰੀਬ ਪਰਿਵਾਰ ਦੀ ਬੱਚੀ ਆ। ਸੋ ਬੜੀਆਂ ਮਜਬੂਰੀਆਂ ਉਹਦੇ ਪਰਿਵਾਰ ਦੇ ਵਿੱਚ। ਜਦੋਂ ਕਹਿੰਦੇ ਪਰਿਵਾਰ ਦੇ ਵਿੱਚ ਨਾ ਕੋਈ ਇੱਕ ਜੀ ਹੈਂਡੀਕੈਪ ਹੋਵੇ ਨਾ, ਹਾਂਜੀ ਤੇ ਮਾਂ-ਬਾਪ ਬਜ਼ੁਰਗ ਹੋਣ, ਬਿਰਧ ਹੋਣ, ਤੇ ਘਰ ਦੀ ਸਾਰੀ ਜ਼ਿੰਮੇਵਾਰੀ ਪੁੱਤ ਦੀ ਬਜਾਏ ਇੱਕ ਧੀ ਦੇ ਮੋਢਿਆਂ ਤੇ ਹੋਵੇ, ਧੀ ਨੂੰ ਪੁੱਤ ਬਣਾ ਕੇ ਬਾਹਰਲੇ ਮੁਲਕ ਚ ਤੋਰਿਆ ਹੋਵੇ ਮਾਪਿਆਂ ਨੇ, ਤਾਂ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ। ਬਿਲਕੁਲ ਜੀ। ਤੇ ਕਹਿੰਦੇ ਜਦੋਂ ਤੁਸੀਂ ਉਸ ਬੱਚੇ ਦੇ ਪੈਸੇ ਵੀ ਕੰਮ ਕਰਨ ਦੇ ਰੱਖ ਲੈ ਜਾਂਦੇ ਆ, ਪਲੱਸ ਤੁਸੀਂ ਉਹਦੇ ਕੋਲੋਂ ਹੋਰ ਪੈਸੇ ਵੀ ਲੈ ਲੈਂਦੇ ਆ, ਉਹਨੂੰ ਡਰਾ ਧਮਕਾ ਕੇ ਉਹਦੀ ਤਨਖਾਹ ਵੀ ਨਹੀਂ ਦਿੰਦੇ, ਹਾਂਜੀ ਤੇ ਪਲੱਸ ਤੁਸੀਂ ਉਹਨੂੰ ਭੈਣ ਕਹਿ ਕੇ ਫਿਰ ਤੁਸੀਂ ਉਹਨੂੰ ਐਡਵਾਈਸ ਦਿੰਦੇ ਆ ਕਿ ਜੇ ਤੂੰ ਮੇਰੇ ਨਾਲ ਫਰੈਂਡਸ਼ਿਪ ਕਰਦੀ ਆ ਜਾਂ ਸਰੀਰਕ ਸੰਬੰਧ ਬਣਾਉਂਦੀ ਆ, ਹਾਂਜੀ ਫਿਰ ਮੈਂ ਤੇਰੇ ਪੈਸੇ ਵਾਪਸ ਦਊਂਗਾ, ਤੂੰ ਮੈਨੂੰ ਕੱਲੀ ਆ ਕੇ ਮਿਲ ਇੱਕ ਵਾਰੀ। ਜੀ ਬਿਲਕੁਲ। ਕਿੰਨਾ ਉਹ ਬੱਚਾ ਮਜਬੂਰ ਹੋਊ। ਜਦੋਂ ਮੈਂ ਇਸ ਕੇਸ ਦੇ ਵਿੱਚ ਗਈ ਸੀ ਔਰ ਉਹ ਬੱਚੀ ਨੇ ਕਮਿਟ ਵੀ ਕੀਤਾ ਸੁਸਾਈਡ ਲਈ, ਓ ਮਾਈ ਗॉड, ਬਹੁਤ ਛੋਟੀ ਉਮਰ ਦੇ ਵਿੱਚ ਉਸ ਬੱਚੀ ਨੇ ਕਮਿਟ ਵੀ ਕੀਤਾ ਸੁਸਾਈਡ। ਔਰ ਜਦੋਂ ਉਸ ਇਨਸਾਨ ਦੇ ਨਾਲ ਵੀ ਮਿਲ ਕੇ ਗੱਲ ਕੀਤੀ, ਮੈਂ ਹੈਰਾਨ ਆ ਉਸ ਬੰਦੇ ਦੀ ਸੋਚ ਤੇ। ਉਹ ਕਹਿੰਦਾ ਕਿ ਇਹ ਰਿਟਨ ਦੇ ਵਿੱਚ ਮੈਨੂੰ ਸਾਰੇ ਮਾਫੀਨਾਮੇ ਦਵੇ, ਜੋ ਵੀ ਇਹ ਮੇਰੇ ਬਾਰੇ ਬਾਹਰ ਜਾ ਕੇ ਕਹਿ ਰਹੀ ਹੈਗੀ ਆ, ਤੇ ਰਿਟਨ ਦੇ ਵਿੱਚ ਦਵੇ ਵੀ ਮੈਂ ਇਹਦਾ ਕੋਈ ਪੈਸਾ ਨਹੀਂ ਦੇਣਾ, ਤੇ ਫਿਰ ਮੈਂ ਇਹਦੀ ਜਿਹੜੀ ਕੋਈ ਕੰਪਲੇਂਟ ਦਿੱਤੀ ਵਾਪਸ ਲਵਾਂ। ਧਮਕੀਆਂ ਦੇ ਰਿਹਾ ਕਿ ਮੈਂ ਤੈਨੂੰ ਇੱਥੇ PR ਨਹੀਂ ਹੋਣ ਦੇਣਾ। ਤੇ ਹੁਣ ਜਦੋਂ ਅਸੀਂ ਜਾ ਕੇ ਉਸ ਇਨਸਾਨ ਨਾਲ ਗੱਲ ਕੀਤੀ, ਤੇ ਹੁਣ ਉਸ ਦਿਨ ਤੋਂ ਲੈ ਕੇ ਪਹਿਲਾਂ ਅਸੀਂ ਉਹਦੇ ਮਗਰ ਘੁੰਮ ਰਹੇ ਸੀ ਟਾਈਮ ਲੈਣ ਲਈ ਵੀ ਤੂੰ ਸਾਨੂੰ ਮਿਲ। ਉਹ ਰੋਜ਼ ਆਪਣੇ ਕੰਮਕਾਰ ਤੋਂ ਸਾਨੂੰ ਜਾਂਦਿਆਂ ਦੇਖ ਕੇ ਲੁਕ ਜਾਂਦਾ ਸੀ। ਹਾਂਜੀ ਹੁਣ ਜਿੱਦਣ ਦੇ ਮੈਂ ਉਹਦੇ ਦਰਸ਼ਨ ਕਰਕੇ ਆਈ ਆ ਨਾ, ਹੁਣ 2 ਟਾਈਮ ਉਹਦਾ ਮੈਨੂੰ ਫੋਨ ਆ ਰਿਹਾ ਵੀ ਭੈਣ ਜੀ ਆਪਾਂ ਇਹ ਮੈਟਰ ਸੋਰਟ ਆਊਟ ਕਰ ਲਈਏ, ਅੱਛਾ ਇਹਨੂੰ ਆਪਾਂ ਨਿਬੇੜ ਲਈਏ। ਮੈਂ ਕਿਹਾ ਪੁੱਤ ਨਿਬੜੂਗਾ, ਕਿਸੇ ਤਰੀਕੇ ਨਾਲ ਨਿਬੜੂਗਾ। ਮੈਂ ਉਹਨੂੰ ਦੱਸਿਆ ਸੀ, ਮੈਂ ਕਿਹਾ ਖਬਰਸਾਰ ਦੇਖਿਆ ਕਰ, ਅਸੀਂ ਜਿਹੜੀ ਗੱਲ ਕਹਿੰਦੇ ਠੋਕ ਵਜਾ ਕੇ ਕਹਿੰਦੇ ਆ। ਕਹਿੰਦੇ ਜੇ ਸੱਚ ਤੇ ਖੜਨਾ ਆ ਬਲਵੀਰ ਜੀ, ਸੱਚ ਲਈ ਆਣਾ ਆ ਨਾ, ਤਾਂ ਬੜੇ ਰਾਹ ਚ ਰੋੜੇ ਆਉਂਦੇ। ਬਿਲਕੁਲ ਆਉਂਦੇ ਆ। ਔਰ ਮੈਨੂੰ ਕਦੇ ਇਹ ਗੱਲ ਦੀ ਪਰਵਾਹ ਨਹੀਂ ਹੋਈ। ਮੈਂ ਉਸ ਬੱਚੀ ਨੂੰ ਵੀ ਕਿਹਾ ਸੀ, ਮੈਂ ਕਿਹਾ ਮਾਈ ਭਾਗੋ ਦੀਆਂ ਵਾਰਸਾਂ ਆ ਆਪਾਂ, ਜੇ ਇਦਾਂ ਦਿਆਂ ਤੋਂ ਡਰ ਕੇ ਅਸੀਂ ਰਹਿਣ ਲੱਗ ਪਏ ਫਿਰ ਤੇ ਜੀਣਾ ਛੱਡ ਦਾਂਗੇ। ਸਹੀ ਗੱਲ ਹੈ। ਹੁਣ ਉਹ ਇਨਸਾਨ ਕਹਿ ਰਿਹਾ ਕਿ ਆਪਾਂ ਕੰਪਰੋਮਾਈਜ਼ ਕਰ ਲੈਨੇ। ਮੈਂ ਕਿਹਾ ਵੀ ਕਾਹਦਾ ਭਾਈ ਕੰਪਰੋਮਾਈਜ਼? ਹਾਂ ਕੁੜੀ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਤੇਰੇ ਕੰਮ ਕੀਤਾ ਆ। $10,000 ਉਹਦੀ ਤਨਖਾਹ ਬਣਦੀ ਆ, ਹਾਂਜੀ ਪਲੱਸ ਤੂੰ ਉਹਨੂੰ ਡਰਾ ਕੇ ਉਤੋਂ 5,000 ਲੈ ਲਿਆ ਉਹਦੀ ਫੀਸ ਦਾ। ਉੱਤੇ ਮੈਂਟਲ ਸਟ੍ਰੈਸ ਆ, ਜਿਹੜੀ ਉੱਤੇ ਮੈਂਟਲ ਸਟ੍ਰੈਸ ਆ, ਹਰਾਸਮੈਂਟ ਆ। ਮੈਂ ਕਿਹਾ ਪੁੱਤ ਹੁਣ ਤਾਂ ਤੈਨੂੰ ਕੋਰਟ 'ਚ ਲੈ ਕੇ ਜਾਵਾਂਗੇ, ਹੁਣ ਤੈਨੂੰ ਦੱਸਾਂਗੇ ਵੀ ਕਾਨੂੰਨ ਕੀ ਹੁੰਦਾ। ਤੇ ਬਾਕੀ ਜਿਹੜੇ ਬੱਚੇ ਆ, ਸਟੂਡੈਂਟ ਵਿਚਾਰੇ ਡਰਦੇ ਹੀ ਅੰਦਰ ਬਹਿ ਜਾਂਦੇ ਆ, ਕੁੜੀਆਂ ਡਰਦੀਆਂ ਹੀ ਚੁੱਪ ਕਰ ਜਾਂਦੀਆਂ ਵੀ ਹਾਏ ਕਿਤੇ ਸਾਨੂੰ ਡਿਪੋਰਟ ਨਾ ਕਰਾ ਦੇਣ। ਇਹ ਡਿਪੋਰਟ ਕਰਾਉਣਾ ਜੀ ਐਡਾ ਖਾਲਾ ਜੀ ਦਾ ਬਾੜਾ ਨਹੀਂ। ਜੇ ਤੁਹਾਨੂੰ ਕੋਈ ਧਮਕੀ ਦਿੰਦਾ ਨਾ ਡਿਪੋਰਟ ਕਰਾ ਦਾਂਗੇ ਤੁਹਾਨੂੰ, ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢਿਆ ਕਰੋ ਗਲਵੇ ਤੋਂ ਫੜ ਕੇ, ਤੇ ਸਮਾਜ ਦੇ ਸਾਹਮਣੇ ਲੈ ਕੇ ਆਇਆ ਕਰੋ ਤਾਂ ਕਿ ਹੋਰ ਧੀਆਂ ਭੈਣਾਂ ਵੀ ਇਹਨਾਂ ਤੋਂ ਬਚ ਸਕਣ। ਬਿਲਕੁਲ। ਇਹ ਕਰਪਸ਼ਨ ਜਿਹੜੀ ਸਿਰਫ ਇੰਡੀਆ 'ਚ ਨਹੀਂ, ਇੱਥੇ ਵੀ ਕਰਪਸ਼ਨ ਬਹੁਤ ਆ। ਬਾਕੀ ਉੱਥੇ ਤਾਂ ਸਰਕਾਰਾਂ ਸੁਣਦੀਆਂ ਨਹੀਂ, ਇੱਥੇ ਤਾਂ ਸਰਕਾਰਾਂ, ਇੱਥੇ ਤੁਹਾਡੀ ਸੁਣਵਾਈ ਹੁੰਦੀ ਆ। ਸੋ ਡਰਨ ਦੀ ਲੋੜ ਨਹੀਂ ਹੈ। ਹਮੇਸ਼ਾ ਜੇ ਤੁਹਾਡੇ ਨਾਲ ਕੁਝ ਗਲਤ ਹੁੰਦਾ, ਆਵਾਜ਼ ਉਠਾਓ ਆਪਣੀ। ਬਿਲਕੁਲ ਜੀ, ਆਪਣੇ ਹੱਕਾਂ ਦੇ ਲਈ। ਹੁਣ ਜੇ ਅਸੀਂ ਕਿਸਾਨਾਂ ਦੀ ਬਲਵੀਰ ਜੀ ਗੱਲ ਕਰੀਏ ਤੇ ਕਿਸਾਨ ਡਟੇ ਹੋਏ ਆ। ਹਾਂਜੀ ਬਿਲਕੁਲ, ਹੋਰ ਕੋਈ ਚਾਰਾ ਵੀ ਨਹੀਂ। ਹੁਣ ਇੱਕ ਕਿਸਮ ਦਾ ਤੁਹਾਡੇ ਹੱਥ ਵੱਢ ਦੇਣੇ ਆ ਜੇ ਇਹ ਜਿਹੜਾ 3 ਆਰਡੀਨੈਂਸ ਜੋ ਵੀ ਹੈ ਇਹ ਪਾਸ ਹੋ ਜਾਂਦੇ ਆ, ਤੇ ਜਿਹੜੇ ਕਿਸਾਨ ਆ ਤੇ ਕਿਸੇ ਪਾਸੇ ਜੋਗੇ ਵੀ ਨਹੀਂ ਰਹਿਣੇ, ਹਨਾ। ਬਿੱਲ ਤੇ ਪਾਸ ਹੋ ਗਏ ਆ ਪਰ ਇਹ ਰੋਕੇ ਨਹੀਂ ਜਾ ਸਕਦੇ। ਰੋਕੇ ਜਾ ਸਕਦੇ ਆ, ਸੁਧਾਰ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਆ। ਔਰ ਇਹਨਾਂ ਦੇ ਵਿੱਚ ਹਿਡਨ ਬਹੁਤ ਕੁਛ ਆ ਬਲਵੀਰ ਜੀ, ਹਿਡਨ ਬਹੁਤ ਕੁਛ ਹੈ ਇਹਦੇ ਵਿੱਚ। ਜਦੋਂ ਅਸੀਂ ਡਾਕਟਰ ਜਗਜੀਤ ਸਿੰਘ ਜਾਂ ਡਾਕਟਰ ਪ੍ਰੀਤਮ ਸਿੰਘ ਆਕਸਫੋਰਡ ਯੂਨੀਵਰਸਿਟੀ ਤੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਜਦੋਂ ਪੜ੍ਹ ਕੇ ਦੱਸੇ ਨਾ ਵੀ ਇਹਨਾਂ ਦੇ ਵਿੱਚ ਇਹ ਜਿਹੜੇ ਬਿੱਲ ਪਾਸ ਹੋਏ ਆ ਨਾ, ਇਹਨਾਂ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਨੂੰ
ਇੱਕ ਮੰਗਤਾ ਬਣਾ ਕੇ ਲਿਆਉਣ ਦੀ ਦਰ ਤੱਕ ਇਹਨਾਂ ਨੇ ਸੋਚਿਆ ਹੋਇਆ ਆ, ਪਲਾਨ ਕੀਤੇ ਹੋਏ ਆ। ਪਲਾਨ ਤੇ ਇਹ ਹੀ ਆ ਕਿ ਬੇਸਿਕਲੀ ਕਿ ਜਿਹੜਾ ਕਿਸਾਨ ਤਾਂ ਪਹਿਲਾਂ ਹੀ ਕੀ ਕਹਿੰਦੇ ਹੁੰਦੇ ਆ, ਹਰ ਇੱਕ ਚੀਜ਼ ਦੀ ਮਾਰ ਹੇਠ ਕਿਸਾਨ ਆ, ਨਾ ਕਰਜ਼ਾਈ ਵੀ ਆ, ਸੁਸਾਈਡ ਕਰ ਰਿਹਾ ਆ, ਕਿਸੇ ਪਾਸੇ ਵੀ ਨਹੀਂ, ਨਾ ਉਹਦੀ ਫਸਲ ਵਿਕਦੀ ਆ। ਸੋ ਆਲਰੇਡੀ ਕਿਸਾਨ ਤਾਂ ਰੁਲ ਰਿਹਾ ਆ। ਉਹਨਾਂ ਦੀ ਇਹੀ ਸਕੀਮ ਆ ਕਿ ਇਹਨਾਂ ਨੂੰ ਜਿਵੇਂ ਵੱਡੇ ਵੱਡੇ ਕਾਰਪੋਰੇਸ਼ਨ ਆ ਜਾਣ ਤੇ ਉਹਨਾਂ ਨੂੰ ਸਾਰਾ ਕੁਝ ਜਿਵੇਂ ਇੱਕ ਦਿਹਾੜੀਦਾਰ, ਇੱਕ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਐਂਡ ਜਿਹੜਾ ਸਾਰਾ ਕੁਝ ਸਰਕਾਰਾਂ ਜਾਂ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਸਾਰਾ ਕੁਝ ਉਹ ਜ਼ਬਤ ਕਰ ਲੈਣ ਤੇ ਕਿਸਾਨ ਜਿਹੜੇ ਆ ਉਹ ਉਹਨਾਂ ਦੇ ਲਈ ਮਜ਼ਦੂਰੀ ਕਰਨ, ਬਸ ਕਿਸਾਨ ਭੁੱਖੇ ਮਰਨ। ਔਰ ਇਹ ਇਕੱਲਾ ਕਿਸਾਨਾਂ ਨੂੰ ਨਹੀਂ, ਇਹਦੇ ਨਾਲ ਕਿਸਾਨਾਂ ਤੋਂ ਨਹੀਂ, ਇਹ ਦੁਕਾਨਦਾਰਾਂ ਤੋਂ ਸ਼ੁਰੂ ਹੋ ਕੇ ਕਿਸਾਨਾਂ ਤੱਕ ਫੇਰ ਗੱਲ ਹੁੰਦੀ ਹੈ। ਕਿਸਾਨਾਂ ਦੇ ਨਾਲ ਬਹੁਤੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੈ। ਸਾਰਾ ਵਰਗ ਖੇਤਾਂ 'ਚ ਨਹੀਂ ਕੰਮ ਕਰਦੇ, ਸਾਰਾ ਵਰਗ ਕਿਸਾਨਾਂ ਦੇ ਨਾਲ ਆ। ਔਰ ਕਿਸਾਨਾਂ ਦੇ ਕਰਕੇ ਕਿੰਨਾ ਜਿਹੜਾ ਇਹ ਸਿਸਟਮ ਜਿਹੜਾ ਚੱਲਦਾ ਆ ਕਿਸਾਨਾਂ ਦੇ ਕਰਕੇ। ਬਿਲਕੁਲ ਉਹ ਸਾਰੇ ਲੋਕ ਉਹਦੇ ਨਾਲ ਇਫੈਕਟ ਹੋਣਗੇ। ਜੋ ਮਜ਼ਦੂਰ ਆ ਉਹ ਕਿੱਥੇ ਜਾਣਗੇ, ਹਨਾ। ਅੱਛਾ, ਨੌਜਵਾਨ ਪੀੜ੍ਹੀ ਦੀ ਚਿੰਤਾ ਅਸੀਂ ਹਮੇਸ਼ਾ ਕਰਦੇ ਆ, ਪੰਜਾਬ ਦੇ ਵਿੱਚ ਕਰਦੇ ਆ ਅਸੀਂ ਨੌਜਵਾਨ ਪੀੜ੍ਹੀ ਦੀ, ਤੇ ਹੁਣ ਪੰਜਾਬ ਤੋਂ ਨੌਜਵਾਨ ਇੱਥੇ ਇਹਨਾਂ ਮੁਲਕਾਂ 'ਚ ਆ ਰਹੇ ਹੈਗੇ ਆ। ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦਾ ਨੌਜਵਾਨਾਂ ਦਾ ਸ਼ੋਸ਼ਣ ਵੀ ਹੁੰਦਾ ਹੈ। ਹਾਂਜੀ, ਬਿਲਕੁਲ ਹੁੰਦਾ। ਸਾਡੇ ਆਪਣੇ ਬੱਚੇ ਆ, ਸਾਡੇ ਇੱਥੇ ਦੇ ਕੈਨੇਡੀਅਨ ਬੋਰਨ ਬੱਚੇ ਆ, ਉਹ ਕੰਮ ਕਰਦੇ ਆ, ਉਹਨਾਂ ਨੂੰ ਰੂਲ ਰੈਗੂਲੇਸ਼ਨਸ ਸਾਰੀਆਂ ਪਤਾ ਆ, ਕਿਉਂਕਿ ਉਹ ਸ਼ੁਰੂ ਤੋਂ ਸਕੂਲ ਦੇ ਵਿੱਚ ਪੜ੍ਹਦੇ ਆ। ਉਹਨਾਂ ਨੂੰ ਦੱਸਿਆ ਜਾਂਦਾ, ਸਕੂਲ 'ਚ ਯੂਨੀਵਰਸਿਟੀ 'ਚ ਪੜ੍ਹਾਇਆ ਜਾਂਦਾ ਤੁਹਾਡੇ ਰਾਈਟਸ ਕੀ ਆ, ਤੁਸੀਂ ਕਿਵੇਂ ਆਪਣੇ ਰਾਈਟਸ ਲਈ ਫਾਈਟ ਕਰਨੀ ਆ। ਅਕਸਰ ਦੇਖਿਆ ਹੁੰਦਾ, ਤੁਸੀਂ ਕੰਮਕਾਰ, ਅਸੀਂ ਵੀ ਕੰਮਕਾਰ ਕਰਦੇ ਆ, ਤੁਸੀਂ ਵੀ ਕੰਮਕਾਰ ਕਰਦੇ ਆ, ਤੁਸੀਂ ਨਹੀਂ ਠੀਕ ਫੀਲ ਕਰਦੇ, ਤੁਸੀਂ ਸਿੱਕ ਕਾਲ ਕਰਦੇ ਆ, ਤੁਹਾਨੂੰ ਤਨਖਾਹ ਦਿੱਤੀ ਜਾਂਦੀ ਆ। ਤੁਸੀਂ ਟ੍ਰੇਨਿੰਗ ਲਈ ਜਾਂਦੇ ਆ ਕਿਸੇ ਜੌਬ ਤੇ ਨਵੀਂ, ਤੁਹਾਨੂੰ ਟ੍ਰੇਨਿੰਗ ਦੀ ਤਨਖਾਹ ਦਿੱਤੀ ਜਾਂਦੀ ਆ। ਬਿਲਕੁਲ ਦਿੱਤੀ ਜਾਂਦੀ। ਤੁਸੀਂ ਲੰਬੇ ਸਮੇਂ ਲਈ ਬਿਮਾਰ ਆ, ਤੁਹਾਨੂੰ ਲੌਂਗ ਟਰਮ ਡਿਸੇਬਿਲਿਟੀ ਮਿਲਦੀ ਆ। ਤੁਹਾਡੇ ਕੰਮ ਤੇ ਸੱਟ ਲੱਗ ਜਾਂਦੀ ਆ, ਤੁਹਾਨੂੰ ਉਹਦੇ ਘਰ ਬੈਠਿਆਂ ਨੂੰ ਪੈਸੇ ਮਿਲਦੇ। WCB ਦਾ ਤੁਸੀਂ ਵਰਕਰ ਕੰਪਨਸੇਸ਼ਨ ਦਾ ਜਿਹੜਾ ਫਾਈਲ ਕਰਦੇ ਆ, ਘਰ ਬੈਠਿਆਂ ਨੂੰ ਪੈਸੇ ਮਿਲਦੇ ਆ। ਕੰਮ ਤੋਂ ਤੁਹਾਡੇ ਸ਼ਾਰਟੇਜ ਹੋ ਜਾਂਦੀ ਆ ਤੇ ਤੁਹਾਨੂੰ ਅਨਪਲਾਇਮੈਂਟ ਇੰਸ਼ੋਰੈਂਸ ਮਿਲਦਾ, ਤੁਹਾਨੂੰ ਲੇ ਆਫ ਕਰ ਦਿੰਦੇ ਆ, ਫਿਰ ਵੀ ਤੁਹਾਨੂੰ ਬੈਨੀਫਿਟ ਮਿਲਦੇ ਆ। ਜੀ ਬਿਲਕੁਲ, ਸਹੂਲਤਾਂ ਬਹੁਤ ਆ। ਜੇ ਤੁਸੀਂ ਉਹ ਬੈਨੀਫਿਟ ਲੈਂਦੇ ਆ ਘਰ ਬੈਠੇ ਆ, ਤੁਸੀਂ ਕਹਿੰਦੇ ਹੁਣ ਉਹਨਾਂ ਦੇ ਕੋਲ ਤਾਂ ਮੇਰੇ ਲਈ ਜੌਬ ਹੈ ਨਹੀਂ, ਉਹਨਾਂ ਨੇ ਮੈਨੂੰ ਲੇ ਆਫ ਕਰ ਦਿੱਤਾ, ਤੇ ਹੁਣ ਮੇਰੀ ਇਹ ਜਿਹੜਾ ਜਿੰਨਾ ਚਿਰ ਮੇਰੀ ਅਨਪਲਾਇਮੈਂਟ ਚੱਲਣਾ ਆ, ਜਿੰਨਾ ਚਿਰ ਮੈਨੂੰ ਪੇਮੈਂਟ ਆਉਣੀ ਆ, ਸੋਸ਼ਲ ਇਨਕਮ ਜਿੰਨਾ ਚਿਰ ਆਉਣੀ ਆ, ਉਹਨਾਂ ਚਿਰ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਵਧਾ ਕੇ ਮੈਂ ਕੋਈ ਹੋਰ ਕੋਰਸ ਕਰਨਾ, ਉਹਦੇ 'ਚ ਵੀ ਤੁਹਾਡੀ ਹੈਲਪ ਕਰਦੇ ਆ। ਬਿਲਕੁਲ ਕਰਦੇ। ਤੁਹਾਨੂੰ ਗਾਈਡ ਕਰਦੇ ਆ ਕਿ ਹੁਣ ਤੁਸੀਂ ਕੀ ਕਰਨਾ, ਤੁਸੀਂ ਕੀ ਬਣਨਾ, ਅੱਗੇ ਤੁਸੀਂ ਕੋਈ ਪੜ੍ਹ ਲਓ, ਲਿਖ ਲਓ, ਪੜ੍ਹਨ ਦੀ ਕੋਈ ਉਮਰ ਨਹੀਂ। ਮੈਂ ਇੱਕ ਬਜ਼ੁਰਗ ਨੂੰ ਮਿਲੀ ਜਿਹੜੇ 62 ਸਾਲਾਂ ਦੇ ਸੀ, ਤੇ ਮੈਨੂੰ ਉਹਨਾਂ ਨੇ ਆਪਣੀ ਡਿਗਰੀ ਦਿਖਾ ਲਈ। ਕਹਿੰਦੇ ਬਲਜਿੰਦਰ ਤੇਰੇ ਲਈ ਇੱਕ ਗੁੱਡ ਨਿਊਜ਼ ਆ ਪੁੱਤ। ਮੈਂ ਕਿਹਾ ਹਾਂਜੀ, ਕੀ ਗੁੱਡ ਨਿਊਜ਼ ਹੈ ਜੀ, ਦੋ। ਕਿਉਂਕਿ ਅਕਸਰ ਮੈਂ ਜਾਂਦੀ ਰਹਿਣੀ ਸੀਨੀਅਰ ਸੈਂਟਰ ਤੇ ਬਜ਼ੁਰਗਾਂ ਦੇ ਨਾਲ ਮੇਰਾ ਇੱਕ ਬੜਾ ਹੀ ਪਿਆਰਾ ਜਿਹਾ ਰਿਸ਼ਤਾ ਆ, ਤੇ ਮੈਂ ਬੜੇ ਹੱਕ ਦੇ ਨਾਲ ਜਾ ਕੇ ਉਹਨਾਂ ਦੇ ਕੋਲ ਬਹਿ ਕੇ ਕੋਈ ਗੱਲਬਾਤ ਝੱਟ ਦੇਣੀ ਕਰ ਦਿੰਦੀ ਆ। ਤੇ ਉਹ ਕਹਿੰਦੇ ਪੁੱਤ ਤੈਨੂੰ ਇੱਕ ਗੁੱਡ ਨਿਊਜ਼ ਦੇਣੀ ਆ। ਮੈਂ ਕਿਹਾ ਹਾਂਜੀ ਦੱਸੋ ਜੀ। ਉਹਨਾਂ ਦਾ ਨਾਂ ਵੈਸੇ ਪੂਰਾ ਤਾਂ ਮੈਨੂੰ ਨਹੀਂ ਪਤਾ, ਚਾਲ ਅੰਕਲ ਹੀ ਉਹਨਾਂ ਨੂੰ ਕਹਿੰਦੇ ਆ। ਮੈਂ ਕਿਹਾ ਹਾਂਜੀ ਚਾਲ ਅੰਕਲ ਜੀ, ਆਉਣ ਦਿਓ ਤੁਸੀਂ ਗੁੱਡ ਨਿਊਜ਼। ਕਹਿੰਦੇ ਮੈਂ ਡਿਗਰੀ ਲੈ ਲਈ। ਅੱਛਾ। ਮੈਂ ਕਿਹਾ ਕਾਹਦੀ ਡਿਗਰੀ ਲੈ ਲਈ? ਹੱਲੇ ਰਹਿੰਦੀ ਸੀ? ਮੈਂ ਕਿਹਾ ਕੋਈ ਜਿੱਦਾਂ ਮਜ਼ਾਕ ਦੇ ਮੂਡ 'ਚ। ਮੈਂ ਕਿਹਾ ਜੀ ਹੱਲੇ ਡਿਗਰੀ ਰਹਿੰਦੀ ਸੀ ਤੁਹਾਡੀ ਕੋਈ? ਕਹਿੰਦੇ ਮੇਰਾ ਜੀ ਕਰਦਾ ਸੀ ਰੀਅਲ ਸਟੇਟ ਦੀ ਪੂਰੀ ਪੜ੍ਹਾਈ ਕਰਕੇ ਤੇ ਦੇਖਣਾ, ਤੇ ਮੈਂ ਸਿਰਫ ਲੋਕਾਂ ਨੂੰ ਗਾਈਡ ਕਰਨਾ ਕਿ ਘਰ ਤੁਸੀਂ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਿਆਲ ਕਰਨਾ। ਕਹਿੰਦੇ ਮੈਂ ਕੋਈ ਵੇਚ ਕੇ ਪੈਸੇ ਨਹੀਂ ਲੈਣੇ, ਮੈਂ ਜਿਹੜੇ ਘਰ ਵੇਚਣ ਦੀ ਮੈਨੂੰ ਕਮਿਸ਼ਨ ਮਿਲਣੀ ਆ, ਜੋ ਵੀ ਮੈਨੂੰ ਮਿਲਣਾ ਆ, ਕਹਿੰਦੇ ਮੈਂ ਉਹ ਜਿਹੜੇ ਗਰੀਬਾਂ ਦੇ ਬੱਚੇ ਆ ਉਹਨਾਂ ਦੀ ਪੜ੍ਹਾਈ ਤੇ ਪੈਸੇ ਲਾਉਣੇ। ਕਹਿੰਦੇ ਮੇਰਾ ਤਾਂ ਬੜਾ ਵਧੀਆ ਸਰਦਾ, ਮੇਰੇ ਪੁੱਤ ਧੀਆਂ ਸਾਰੇ ਕੰਮਾਂ ਕਾਰਾਂ ਤੇ ਲੱਗੇ ਹੋਏ ਆ। ਕਹਿੰਦਾ ਮੈਂ ਸਿਰਫ, ਉਹਨਾਂ ਨੇ ਕਿਹਾ ਕਹਿੰਦੇ ਮੈਂ ਸਿਰਫ ਇਹ ਡਿਗਰੀ ਲਈ ਆ ਲੋਕਾਂ ਦਾ ਭਲਾ ਕਰਨ ਲਈ। ਮੈਨੂੰ ਬੜਾ ਚੰਗਾ ਲੱਗਾ। ਮੈਂ ਕਿਹਾ ਫਿਰ ਵਿਹਲੇ ਇਹੋ ਕੁਛ ਹੀ ਕਰਦੇ ਸੀ। ਕਹਿੰਦੇ ਤਦੇ ਤੇ ਮੈਂ ਆਇਆ ਨਹੀਂ, ਤੈਨੂੰ ਮਿਲਿਆ ਨਹੀਂ 3-4 ਮਹੀਨੇ ਨਾ। ਮੈਂ ਕਿਹਾ ਠੀਕ ਹੈ ਜੀ। ਨਹੀਂ, ਵਧੀਆ ਸੋਚ ਹੈ। ਤੇ ਮੈਨੂੰ ਉਹਨਾਂ ਨੇ ਬੜਾ ਪ੍ਰਾਊਡਲੀ ਦੱਸਿਆ, ਮੈਨੂੰ ਆਪਣੀਆਂ ਗ੍ਰੈਜੂਏਸ਼ਨ ਦੀਆਂ ਫੋਟੋ ਦਿਖਾਈਆਂ। ਸੋ ਗ੍ਰੈਜੂਏਸ਼ਨ ਦੀ ਹੈਟ ਲਈ ਆ ਦਸਤਾਰ ਦੇ ਉੱਤੋਂ ਦੀ, ਜਿਹੜਾ ਉਹਨਾਂ ਦੇ ਚਿਹਰੇ ਤੇ ਬਲਵੀਰ ਇੱਕ ਨੂਰ ਸੀ ਨਾ, ਦੱਸਣ ਦਾ, ਸੈਟੀਸਫੈਕਸ਼ਨ ਸੀ ਆਪਣੇ ਆਪ ਨੂੰ। ਤੇ ਪੜ੍ਹਾਈ ਦੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਆਪਾਂ ਹਰ ਰੋਜ਼ ਸਿੱਖਦੇ ਆ ਕਿਸੇ ਨਾ ਕਿਸੇ ਤੋਂ, ਹਨਾ। ਜਿਹੜਾ ਬੰਦਾ ਸਿੱਖਦਾ ਨਹੀਂ ਉਹ ਫਿਰ ਖੜੇ ਪਾਣੀ ਵਾਂਗੂ ਹੋ ਜਾਂਦਾ।
ਤੇ ਹੁਣ ਤੁਸੀਂ ਇੱਥੇ ਦੀ ਗੱਲ ਕਰਦੇ, ਇੱਥੇ ਵੀ ਸ਼ੋਸ਼ਣ ਹੁੰਦਾ ਬੱਚਿਆਂ ਦੇ ਨਾਲ? ਸ਼ੋਸ਼ਣ ਹੁੰਦਾ, ਜਿਵੇਂ ਕਰਪਸ਼ਨ ਆਪਾਂ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਕਰਦੇ, ਇੱਥੇ ਵੀ ਕਰਪਸ਼ਨ ਬਹੁਤ ਹੈਗੀ ਆ। ਇੱਥੇ ਕਰਪਸ਼ਨ, ਮੈਂ ਸਰਕਾਰੀ ਡਿਪਾਰਟਮੈਂਟਾਂ ਦੀ ਗੱਲ ਨਹੀਂ ਕਰੂੰਗੀ, ਕਰਪਸ਼ਨ ਜਿਹੜੇ ਸਾਡੇ ਪੰਜਾਬੀਆਂ ਦੇ ਬਿਜ਼ਨਸ ਆ ਨਾ, ਮਾਫ ਕਰਨਾ, ਹੋਰ ਜਿਹੜੇ ਲੋਕਾਂ ਨੇ ਬਿਜ਼ਨਸ ਸੈੱਟ ਕੀਤੇ ਆ ਉਹਨਾਂ 'ਚ ਜ਼ਰੂਰ ਹੁੰਦੀ ਆ, ਪਰ ਮੈਂ ਸਰਕਾਰੀ ਵੀ ਕੁਝ ਹੈ, ਕਿਸੇ ਨਾ ਕਿਸੇ ਤਰੀਕੇ ਵੱਡੀਆਂ ਕੰਪਨੀਆਂ 'ਚ ਵੀ ਇਹ ਕਰਪਸ਼ਨ ਹੁੰਦੀ ਆ। ਹੁਣ ਜੇ ਅਸੀਂ ਪੋਰਟ ਦੀ ਲੌਂਗ ਸ਼ੋਰ ਦੀ ਗੱਲ ਕਰ ਲਈਏ, ਹਾਂਜੀ, ਤੁਹਾਨੂੰ ਯਾਦ ਹੋਣਾ, ਹਾਂਜੀ ਹਾਂਜੀ, ਲੌਂਗ ਸ਼ੋਰ ਦੇ ਵਿੱਚ ਜਦੋਂ ਪਹਿਲਾਂ ਲੋਕੀ ਜਾਂਦੇ ਹੁੰਦੇ ਸੀ ਨਾ, ਤੇ ਉਹ ਇੱਕ ਬਾਲਟੀ ਰੱਖ ਦਿੰਦੇ ਹੁੰਦੇ ਸੀ, ਹਾਂਜੀ, ਤੇ ਬਾਲਟੀ ਦੇ ਵਿੱਚ ਤੁਸੀਂ ਆਪਣਾ ਨਾਮ ਲਿਖ ਕੇ ਪਰਚੀ ਪਾ ਦੇਣੀ, ਤੇ ਜਦੋਂ ਪੋਰਟ ਦੇ ਉੱਤੇ ਸ਼ਿਪ ਲੱਗਦਾ ਹੁੰਦਾ ਸੀ ਤੇ ਉਹਨਾਂ ਨੇ ਉਹ ਬਾਲਟੀ ਚੋਂ ਪਰਚੀਆਂ ਕੱਢਣੀਆਂ, ਜਿਹਦਾ ਨਾਂ ਆ ਗਿਆ ਉਸ ਬੰਦੇ ਨੂੰ ਕੰਮ ਤੇ ਲਾ ਦੇਣਾ। ਹਾਂਜੀ, ਫਿਰ ਉਹ ਤੁਹਾਡੇ ਨੰਬਰ ਬਣਨ ਲੱਗ ਪਏ, ਬੋਰਡ A ਬਣ ਗਿਆ, B ਬਣ ਗਿਆ, C ਬਣ ਗਿਆ। ਹਾਂਜੀ, ਫਿਰ ਜਦੋਂ ਵਿੱਚ ਸਾਡੇ ਗਏ ਪੰਜਾਬੀ, ਸੁੱਖ ਨਾਲ ਪੰਜਾਬੀ ਮੱਲਾ ਹੀ ਮਾਰਦੇ ਜਿੱਥੇ ਮਾਰਦੇ ਆ, ਤੇ ਜਦੋਂ ਸਾਡੇ ਪੰਜਾਬੀ ਗਏ ਤੇ ਫਿਰ ਪੰਜਾਬੀਆਂ ਨੇ ਜਾਂਦਿਆਂ ਨੇ ਉੱਥੇ ਆਪਣੇ ਮਾਮੇ ਮਾਸੀਆਂ ਫੁੱਫੜ ਸਾਰੇ ਲਾਉਣੇ ਸ਼ੁਰੂ ਕਰ ਲਏ ਹੌਲੀ ਹੌਲੀ। ਫਿਰ ਉਹ ਇੱਕ ਐਪਲੀਕੇਸ਼ਨ 5000 ਦੀ ਵਿਕਦੀ ਸੀ। ਮੈਨੂੰ ਕਦੇ ਵੀ ਇਦਾਂ ਨਹੀਂ ਹੋਇਆ ਕਿ ਮੈਂ ਚੈਨਲ ਤੇ ਬਹਿ ਕੇ ਕੋਈ ਗੱਲ ਸੋਚ ਕੇ ਜਾਂ ਡਰ ਕੇ ਬੋਲੂੰਗੀ, ਮੈਂ ਤਾਂ ਸੋਚੇ ਬਿਨਾ ਨਿਡਰ ਹੋ ਕੇ ਬੋਲਦੀ ਹੁੰਨੀ ਆ। ਜਿਹੜੀ ਗੱਲ ਸੱਚੀ ਆ, ਜਿੱਥੇ ਅਸੀਂ ਸ਼ੋਸ਼ਣ ਕਰਦੇ ਆ ਨਾ, ਅਸੀਂ ਕਰਦੇ ਆ। ਸਾਡੇ ਇੱਥੇ ਦੇ ਪੜ੍ਹੇ ਲਿਖੇ ਬੱਚੇ ਡਿਗਰੀਆਂ ਲਈਆਂ ਆ, ਉਹ ਵੀ ਉੱਥੇ ਟੈਸਟ ਦਿੰਦੇ ਆ, ਟੈਸਟ ਦਿੰਦੇ, ਐਪਲੀਕੇਸ਼ਨ ਫਿਲ ਕਰਦੇ, ਪਰ ਉਹ ਕਿੱਥੇ ਜਾਂਦੀ ਐਪਲੀਕੇਸ਼ਨ? ਪਈ ਰਹਿੰਦੀ ਉਹਨਾਂ ਦੇ ਬਾਕਸਾਂ 'ਚ, ਕੂੜੇ ਦੇ ਢੇਰ 'ਚ। ਮੈਂ ਵੀ ਕੰਮਾਂ ਤੇ ਕੌਣ ਜਾਂਦੇ ਆ ਉੱਥੇ ਲੌਂਗ ਸ਼ੋਰ ਤੇ? ਹਾਇਰਿੰਗ ਕਿਹਦੀ ਹੁੰਦੀ ਹੈ? ਜਿਹਦੀ ਜੇਬ ਦੇ ਵਿੱਚ 50 60 ਜਾਂ 70,000 ਡਾਲਰ ਆ ਨਾ, ਜਿਹੜਾ ਉਹ ਐਪਲੀਕੇਸ਼ਨ ਖਰੀਦ ਸਕਦਾ ਆ। ਸਹੀ ਗੱਲ ਆ, ਬਿਲਕੁਲ, ਉਹ ਬੰਦੇ ਜਾਂਦੇ ਆ। ਪਰ ਮੈਂ ਹੈਰਾਨ ਆ, ਇੱਕ ਆਪਣੀ ਭੈਣ ਕਹਿੰਦੀ ਕਿ ਮੇਰੀ ਕਿਸੇ ਦੇ ਕੋਲੋਂ ਐਪਲੀਕੇਸ਼ਨ ਲੈਣ ਦੀ ਗੱਲ ਹੋ ਗਈ ਆ, ਹਾਂਜੀ, ਉਹ ਮੇਰੇ ਤੋਂ 65,000 ਮੰਗਦੇ ਆ, ਪਰ ਮੇਰੇ ਤੋਂ 5,000 ਘਟਦਾ। ਮੈਂ ਕਿਹਾ ਵੀ 65,000 ਦੇ ਕੇ ਤੁਸੀਂ ਐਪਲੀਕੇਸ਼ਨ ਲੈਣੀ ਆ? ਹਾਂਜੀ, ਕਹਿੰਦੇ ਸਾਰੀ ਉਮਰ ਦੀਆਂ ਰੋਟੀਆਂ ਆ, 60-65 ਡਾਲਰ ਘੰਟੇ ਦੇ ਮਿਲਦੇ ਆ। ਹਾਂਜੀ, ਪਰ ਜੇ ਦੇਖਿਆ ਜਾਵੇ ਜਿਹੜਾ ਵਿੱਚ ਸਿਸਟਮ ਆ ਨਾ, ਜਿਹੜੇ ਵਿੱਚ ਵੀ ਆ ਹੁਣ ਗੋਰੇ ਵੀ ਆ, ਹੁਣ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਲੱਗ ਗਿਆ ਵੀ ਇਹ ਜੌਬ ਦੀ ਇੰਨੀ ਇੰਪੋਰਟੈਂਸ ਕਿਉਂ ਆ, ਕੀ ਵੈਲਿਊ ਹੈ। ਹਾਂਜੀ, ਸੋ ਅਸੀਂ ਆਏ ਦਿਨ ਸੁਣਦੇ ਆ ਲੋਕਾਂ ਕੋ ਵੀ ਫਲਾਨਾ ਚਲੇ ਗਿਆ ਲੌਂਗ ਸ਼ੋਰ 'ਚ, ਟੈਸਟ ਵੀ ਨਹੀਂ ਹੋਇਆ, ਉਹ ਪਾਸ ਹੋ ਗਿਆ। ਕਿਉਂ ਹੋ ਗਿਆ? 60-70,000 ਡਾਲਰ ਪੇ ਕੀਤਾ ਹੋਇਆ। ਸੋ ਇਹ ਜਿਹੜੀਆਂ ਗੱਲਾਂ ਨਾ ਅੰਦਰਲੀਆਂ ਆ, ਇਹ ਜਿਗਰੇ ਨਾਲ ਬਾਹਰ ਲਿਆਉਣੀਆਂ ਪੈਂਦੀਆਂ। ਸੋ ਕਹਿੰਦੇ ਜੇ ਸੱਚ ਬੋਲਣਾ ਆ ਨਾ ਤਾਂ ਬੜੀਆਂ ਔਕੜਾਂ ਮੁਸ਼ਕਲਾਂ, ਬਹੁਤ ਸਾਰੇ ਅੱਜ ਆਉਣਗੇ ਮੇਰੇ ਬੜੇ ਰਿਸ਼ਤੇਦਾਰ ਜਿਹੜੇ ਲੌਂਗ ਸ਼ੋਰ 'ਚ ਆ, ਬਹੁਤ ਸਾਰੇ ਆਉਣਗੇ, ਕਹਿਣਗੇ ਵੀ, ਬਹੁਤ ਸਾਰੇ ਕਹਿਣਗੇ ਕਿ ਇਹ ਜੀ ਗੱਲਾਂ ਇਦਾਂ ਨਹੀਂ, ਤੁਹਾਡੇ ਕੋਲ ਕੀ ਪ੍ਰੂਫ ਆ? ਭਾਈ ਹੱਥ ਕੰਗਣ ਨੂੰ ਆਰਸੀ ਕਿ ਜਦ ਤੁਹਾਡੇ ਖਾਨਦਾਨ ਚੋਂ, ਤੁਹਾਡੇ ਟੱਬਰ ਚੋਂ, ਤੁਹਾਡੀ ਰਿਸ਼ਤੇਦਾਰੀ ਚੋਂ ਇਹੋ ਜਿਹੇ ਲੋਕਾਂ ਨੇ ਲਈਆਂ ਹੁੰਦੀਆਂ ਐਪਲੀਕੇਸ਼ਨਾਂ, ਉਹ ਗਏ ਹੁੰਦੇ ਆ, ਤੇ ਫਿਰ ਤੁਸੀਂ ਝੂਠ ਕਿਵੇਂ ਬੋਲ ਸਕਦੇ? ਬਿਲਕੁਲ ਬਿਲਕੁਲ ਨਹੀਂ ਬੋਲ ਸਕਦੇ। ਜ਼ਿਆਦਾ ਹੀ ਬੋਲ ਦਿੱਤਾ ਅੱਜ। ਜ਼ਿਆਦਾ ਹੀ ਬੋਲਤਾ। ਇਦਾਂ ਹੀ ਜਿਹੜੀਆਂ ਵੱਡੀਆਂ ਕੰਪਨੀਆਂ ਇਦਾਂ ਵੀ ਅੰਦਰੋਂ ਅੰਦਰ ਹੀ ਜੌਬਾਂ, ਜਿਵੇਂ ਆ ਮੇਰਾ ਰਿਸ਼ਤੇਦਾਰ ਆ, ਫਲਾਨਾ ਰਿਸ਼ਤੇਦਾਰ, ਗਾਂ ਤੋਂ ਗਾਂ ਇਦਾਂ ਰਖਾਉਂਦੇ ਆ। ਬੋਰਡ ਲੱਗੇ ਹੁੰਦੇ ਆ ਜੌਬ ਦੇ। ਹਾਂਜੀ, ਜੌਬ ਦੀ ਹਾਇਰਿੰਗ ਦੇ ਬੋਰਡ ਲੱਗੇ ਸੀ। ਹਾਂਜੀ, ਤੇ 18-19 ਡਾਲਰ ਉਹਨਾਂ ਦੀ ਤਨਖਾਹ ਹੈ। ਇੱਥੇ 132 ਤੇ ਬੋਰਡ ਲੱਗੇ ਹੈਗੇ, 76 132 ਤੇ। ਉਹਨਾਂ ਨੂੰ ਫੋਨ ਕੀਤੇ, ਕਹਿੰਦੇ ਪੋਜੀਸ਼ਨ ਫੁੱਲ ਆ। ਤੇ ਫਿਰ ਮੈਂ ਕਿਹਾ ਬਾਹਰ ਜਿਹੜਾ ਬੋਰਡ ਲਾਇਆ ਭਾਈ ਲਾ ਲਓ, ਲੋਕਾਂ ਦਾ ਕਦੇ ਟਾਈਮ ਖਰਾਬ ਕਰਦੇ ਆ। ਮੈਂ ਕਹਿੰਦੇ ਉਹ ਹੱਲੇ ਸਾਡੀ ਜਿਹੜੀ ਪੋਜੀਸ਼ਨ ਹੈ ਉਹਦੀ ਓਪਨਿੰਗ ਇੰਨੀ ਤੋਂ ਇੰਨੀ ਤਰੀਕ ਤੱਕ ਆ। ਹਾਂਜੀ, ਤੇ ਮੈਂ ਕਿਹਾ ਪੋਜੀਸ਼ਨਸ ਤਾਂ ਫੁੱਲ ਵੀ ਹੋ ਗਈਆਂ, ਵੀ ਤੁਸੀਂ ਉਹ ਜਿਹੜੀ ਤੁਸੀਂ ਰੱਖਿਆ, ਸਰਟਨ ਟਾਈਮ ਰੱਖਿਆ ਹੈਗਾ, ਉਸ ਟਾਈਮ ਦੇ ਵਿੱਚ ਤੁਸੀਂ ਇੰਟਰਵਿਊਜ਼ ਜਾਂ ਐਪਲੀਕੇਸ਼ਨਸ ਹੋਰ, ਕਹਿੰਦੇ ਤੁਸੀਂ ਫੜਾ ਜਾਓ ਐਪਲੀਕੇਸ਼ਨ, ਪਰ ਸਾਡੀਆਂ ਪੋਜੀਸ਼ਨਸ ਫੁੱਲ ਆ। ਹਾਂਜੀ, ਔਰ ਮੈਂ ਖਾਸ ਅੰਦਰਲੇ ਸੋਰਸਸ ਤੋਂ, ਮੇਰੇ ਆਪਣੇ ਜਾਣਕਾਰ ਉੱਥੇ ਕੰਮ ਕਰਦੇ ਆ, ਉਹ ਕਹਿੰਦੇ ਲੱਗ ਗਈਆਂ ਸਾਡੀਆਂ ਭੂਆ, ਮਾਸੀਆਂ, ਮਾਮੀਆਂ। ਉਹ ਹੀ ਵਿੱਚ ਵੀ ਹੁਣ ਕਾਲਰ ਆ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰੀਆਂ ਦੋਨਾਂ ਭੈਣਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰਵਿੰਦਰ ਕਾਲੋ ਬੋਲ ਰਿਹਾ। ਹਾਂਜੀ ਰਵਿੰਦਰ ਵੀਰ ਜੀ। ਪਹਿਲੀ ਗੱਲ ਤਾਂ ਤੁਹਾਡਾ ਪ੍ਰੋਗਰਾਮ ਮੈਂ ਸੁਣਨਾ ਹੁੰਦਾ ਕਿਉਂਕਿ ਮੇਰਾ ਲੰਚ ਬ੍ਰੇਕ ਹੁੰਦੀ ਆ। ਹਾਂਜੀ, ਤੇ ਇਹ ਸ਼ੋਸ਼ਣ ਜਿਹੜਾ ਹੋ ਰਿਹਾ ਆ, ਮੈਂ ਹੁਣ ਮੈਨੂੰ ਵੀ ਪਤਾ, ਮੇਰੇ ਵੀ ਰਿਸ਼ਤੇਦਾਰ ਉੱਥੇ ਲੱਗੇ ਆ, ਔਰ ਉਹਨਾਂ ਨੇ ਦੱਸਿਆ ਕਿ ਅੱਜ ਤੋਂ 8-10 ਸਾਲ ਪਹਿਲਾਂ ਉਹਨਾਂ ਨੇ 40-50 ਹਜ਼ਾਰ ਦੇ ਕੇ ਲੱਗੇ। ਹੁਣ ਤਾਂ ਜੀ 70,000, 75,000, 80 ਤੇ ਹੁਣ ਲੱਖ ਡਾਲਰ ਤੱਕ ਐਪਲੀਕੇਸ਼ਨ ਪਹੁੰਚ ਗਈ ਹੈ ਜੀ ਲੌਂਗ ਸ਼ੋਰ ਦੀ। ਤੇ ਨਾਲੇ ਮੈਂ ਵੀ ਇਹ ਵੀ ਦੱਸਣਾ ਸੀ ਕਿ ਮੈਂ ਵੀ ਪਿਛਲੇ ਦਿਨੀ ਨਾ ਗ੍ਰੈਜੂਏਟ ਹੋਇਆ ਆ ਹਾਰਵਰਡ ਯੂਨੀਵਰਸਿਟੀ ਤੋਂ। ਕੀ ਬਾਤ ਹੈ ਜੀ, ਕੰਗ੍ਰੈਚੁਲੇਸ਼ਨ ਵੀਰ ਜੀ, ਸੋ ਪ੍ਰਾਊਡ ਆਫ ਯੂ। ਅਸੀਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਇਹਦੇ ਲਈ। ਹਾਂਜੀ, ਡਿਗਰੀ ਪਤਾ ਕਿਹੜੀ ਲਈ ਆ? ਕਿਹੜੀ ਡਿਗਰੀ ਲਈ ਇਹ ਵੀ ਦੱਸ ਦਿਓ ਜੀ। ਡਿਗਰੀ ਲਈ ਆ ਕਿ
ਯੂਜ਼ ਨਹੀਂ ਹੋਣਾ, ਕਿਸੇ ਨੂੰ ਆਪਣਾ ਮੋਢਾ ਨਹੀਂ ਦੇਣਾ ਰਫਲ ਚਲਾਉਣ ਲਈ। ਕਿਆ ਇਹ ਤਾਂ ਬੜੀ ਵੱਡੀ ਡਿਗਰੀ ਹੈ। ਇਹਦੇ ਵਿੱਚ ਫਿਰ ਤੁਹਾਡੇ ਤੋਂ ਪਹਿਲਾਂ ਮੈਂ ਨਿਕਲ ਗਈ ਜੀ। ਮੈਂ ਤਾਂ ਇਹੋ ਮੇਰੇ ਖਿਆਲ 'ਚ ਕਾਫੀ ਸਾਲ ਪਹਿਲਾਂ ਹੀ ਇਹ ਡਿਗਰੀ ਲੈ ਲਈ ਸੀ। ਇੱਕ ਡਿਗਰੀ ਹੋਰ ਮੈਨੂੰ ਲੱਗਦਾ ਸਾਰਿਆਂ ਨੂੰ ਲੈਣੀ ਚਾਹੀਦੀ ਹੈ, ਨਿਰਪੱਖ ਹੋਣ ਦੀ। ਹਾਂ, ਨਿਰਪੱਖ ਹੋਣ ਦੀ। ਉਹਦੇ ਲਈ ਹੁਣ ਹੋਰ ਯੂਨੀਵਰਸਿਟੀ 'ਚ ਜਾਣਾ ਪਊਗਾ ਮੇਰੇ ਖਿਆਲ। ਆਪਾਂ ਪੰਜਾਬ 'ਚ ਨਾ ਚੱਲੀਏ ਹੁਣ, ਜੇ ਲੈਣੀ ਹੋਈ ਤਾਂ ਦੱਸਿਓ, ਅਸੀਂ ਲੈ ਦਿਆਂਗੇ। ਦੱਸਿਓ ਕਿਹੜੀ ਯੂਨੀਵਰਸਿਟੀ ਭੈਣੇ ਜਾਣਾ ਜੀ। ਬਿਲਕੁਲ ਜੀ। ਪੰਜਾਬ ਦੇ ਕਿਸਾਨਾਂ ਲਈ ਕੀ ਮੈਸੇਜ ਹੈ ਰਵਿੰਦਰ ਸਿੰਘ ਜੀ ਤੁਹਾਡਾ, ਕੀ ਕਹੋਗੇ ਵੀਰੇ ਤੁਸੀਂ? ਮੈਂ ਤਾਂ ਆਪਣੇ ਫੇਸਬੁੱਕ ਪੇਜ ਤੇ ਵੀ ਪਾਇਆ ਸੀ ਅੱਜ ਤੋਂ 8-10 ਦਿਨ ਪਹਿਲਾਂ। ਮੈਂ ਬਿਲਕੁਲ ਪੜ੍ਹੀ ਸੀ ਜੀ ਤੁਹਾਡੀ ਪੋਸਟ। ਹਾਂਜੀ, ਕਿ ਇਹਦਾ ਜਿਹੜਾ ਮੇਨ ਸੀਗਾ, ਅੱਜ ਤੋਂ ਬਹੁਤ ਸਾਲ ਪਹਿਲਾਂ ਜਿਹੜਾ ਸਿੱਖਾਂ ਨੇ ਜਾਂ ਆਪਣੇ ਪੰਜਾਬੀਆਂ ਨੇ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਸੀਗਾ ਨਾ, ਜੇ ਉਹ ਪਾਸ ਹੋ ਜਾਂਦਾ, ਜਿਹਨੂੰ ਕਿਸੇ ਨੇ ਪੜ੍ਹਿਆ ਨਹੀਂ ਆਪਣੇ ਭਾਰਤੀ ਨੇ, ਉਹਦਾ ਡਟ ਕੇ ਵਿਰੋਧ ਕੀਤਾ ਕਿ ਇਹ ਵੱਖਵਾਦੀ ਆ, ਇਹ ਅੱਤਵਾਦੀਆਂ ਦਾ ਮਸਲਾ ਦਿਸ ਹੁੰਦਾ। ਉਹ ਸਿਰਫ ਵੱਧ ਅਧਿਕਾਰ ਦੇਣ ਦਾ ਹੀ, ਜਿਵੇਂ ਇੱਥੇ ਅਮਰੀਕਾ ਦੇ ਵਿੱਚ ਆ ਸਾਰੀਆਂ ਸਟੇਟਾਂ ਨੂੰ ਵੱਧ ਅਧਿਕਾਰ ਆ ਜੀ। ਅਸੀਂ ਕੈਲੀਫੋਰਨੀਆ ਵਾਲੇ ਆਪਣਾ ਪ੍ਰੋਡਕਟ ਜਿਹੜਾ ਆ ਉਹ ਤੁਹਾਨੂੰ ਕੈਨੇਡਾ ਨੂੰ ਵੇਚ ਸਕਦੇ ਆ, ਸਾਨੂੰ ਟਰੰਪ ਸਾਹਿਬ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ। ਟਰੰਪ ਸਾਹਿਬ ਉਹਦੇ ਤੇ ਵਾਧੂ ਟੈਕਸ ਲਾ ਸਕਦੇ ਆ ਜਿਵੇਂ ਉਹਨਾਂ ਨੇ ਲਾਇਆ ਹੋਇਆ ਆ, ਪਰ ਅਸੀਂ ਕਿਸੇ ਵੀ ਦੇਸ਼ ਨੂੰ ਆਪਣਾ ਜਿਹੜਾ ਪ੍ਰੋਡਕਟ ਆ ਉਹ ਵੇਚ ਸਕਦੇ ਆ। ਇੱਥੋਂ ਹੁਣ ਜਿਹੜੇ ਬਦਾਮ ਆ ਉਹ ਅਸੀਂ ਇੰਡੀਆ ਨੂੰ ਵੀ ਸੈੱਲ ਕਰਦੇ ਆ, ਇੱਥੋਂ ਪਿਸਤਾ ਜਿਹੜਾ ਆ ਅਸੀਂ ਇੰਡੀਆ ਨੂੰ ਸੈੱਲ ਕਰਦੇ ਆ, ਹੋਰਨਾਂ ਕੰਟਰੀਆਂ ਨੂੰ ਸੈੱਲ ਕਰਦੇ ਆ। ਜੇ ਉਹ ਉਦੋਂ ਵੱਧ ਅਧਿਕਾਰ ਸਾਰੇ ਰਾਜਾਂ ਨੂੰ ਮਿਲ ਜਾਂਦੇ ਨਾ, ਤੇ ਆ ਜਿਹੜਾ ਅੱਜ ਵਾਲਾ ਜਿਹੜਾ ਪੰਗਾ ਪਿਆ ਆ ਕਿ ਕਿਸਾਨੀ ਨੂੰ ਖਤਮ ਕਰਨ ਲੱਗੇ ਆ, ਕਾਰਪੋਰੇਟ ਘਰਾਣੇ ਜਿਹੜੇ ਆ ਉਹ ਖਤਮ ਕਰਨ ਲੱਗੇ ਆ, ਕਿਉਂਕਿ ਛੋਟਾ ਕਿਸਾਨ ਤਾਂ ਉਦਾਂ ਹੀ ਮਰ ਜਾਣਾ। ਛੋਟਾ ਕੀ, ਜਿਹੜਾ ਮਿਡਲ ਕਲਾਸ ਮੇਰੇ ਵਰਗਾ ਜਿਹੜਾ ਜਿਹਦੇ ਕੋਲ 15 ਏਕੜ ਹੈਗੇ ਆ, ਹੁਣ ਮੇਰੇ ਹਿੱਸੇ 'ਚ ਕਿਉਂਕਿ ਸਾਡੇ 100 ਏਕੜ ਸੀ ਅੱਗੇ, ਅਸੀਂ ਡੈਡੀ ਹੁਣਾਂ ਦੇ ਵੰਡ ਹੋਏ, ਸਾਡੇ ਭਰਾਵਾਂ 'ਚ ਵੰਡ ਹੋਈ, ਹੁਣ 15 ਏਕੜ ਰਹਿ ਗਏ ਮੇਰੇ, ਸਾਡੇ ਵਰਗੇ ਖਤਮ ਹੋ ਜਾਣੇ ਆ। ਬਿਲਕੁਲ ਜੀ, ਸਹੀ ਕਿਹਾ ਤੁਸੀਂ। ਉੱਥੇ ਬਚਣਾ ਆ ਜਿਹੜਾ 50, 60, 70 ਏਕੜ ਜਿਹੜਾ ਕੱਲੇ ਦੇ ਹੈਗੇ ਆ। ਗਾਂ ਅੱਗੇ ਜੇ ਵੰਡ ਵੰਡਾਈਆ ਹੁੰਦਾ ਉਹ ਨਹੀਂ, ਜੇ ਕੱਲੇ ਦੇ 50, 60, 70 ਏਕੜ ਹੈਗੇ ਆ ਉਹ ਵੀ ਮਸੀਂ ਬਚਣਾ ਆ। ਜਿਹਦੇ ਕੋਲ 4, 5 ਏਕੜ ਜਾਂ 6 ਏਕੜ ਵਾਲਾ ਬੰਦਾ ਆ ਉਹ ਖਤਮ ਹੋ ਜਾਣਾ ਆ। ਇਹ ਇੰਨੀਆਂ ਇਹਨਾਂ ਨੇ ਕਾਰਪੋਰੇਟ ਘਰਾਣੇ ਨੂੰ ਵਾਧੂ ਅਧਿਕਾਰ, ਵਾਧੂ ਸਾਰੀ, ਕਿਉਂਕਿ ਇਸ ਵੇਲੇ ਹੁਣ ਤੁਹਾਡੇ ਕੱਲ ਹੀ ਪ੍ਰੋਗਰਾਮ 'ਚ ਸੀ ਕਿ ਖੇਤੀਬਾੜੀ ਜਿਹੜੀ ਆ ਉਹੀ ਪ੍ਰੋਫਿਟ ਜਾ ਰਹੀ ਆ, ਬਾਕੀ ਸਾਰੇ ਜਿੰਨੀ ਇੰਡਸਟਰੀ ਆ ਉਹ 25-30% ਜਿਹੜੀ ਆ ਉਹ GDP ਥੱਲੇ ਗਈ ਆ। ਬਿਲਕੁਲ ਜੀ, ਸਹੀ ਕਿਹਾ ਤੁਸੀਂ। ਕਿਉਂਕਿ ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦਾ ਆ, ਇਸ ਵੇਲੇ ਮੇਰਾ ਲੰਚ ਹੁੰਦਾ ਜੀ। ਤੇ ਬਹੁਤ ਬਹੁਤ ਧੰਨਵਾਦ। ਮੈਂ ਬਲਵੀਰ ਭੈਣ ਜੀ, ਮੈਨੂੰ ਤੁਸੀਂ ਉਦਾਂ ਕਾਲ ਕਰਕੇ ਦੱਸ ਦਿਓ ਵੀ ਕਿਹੜੀ ਯੂਨੀਵਰਸਿਟੀ 'ਚ ਨਿਰਪੱਖਤਾ। ਠੀਕ ਹੈ ਜੀ, ਜ਼ਰੂਰ ਦੱਸਾਂਗੇ ਤੁਹਾਨੂੰ। ਥੈਂਕ ਯੂ ਵੀਰ ਜੀ, ਕਰੋ ਤੁਸੀਂ ਆਪਣਾ ਲੰਚ ਇੰਜੋਏ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਜਿੱਦਾਂ ਇਹਨਾਂ ਨੇ ਫੇਸਬੁੱਕ ਰਾਹੀਂ ਵੀ ਲਿਖ ਕੇ ਦੱਸਿਆ ਕਿ ਸ਼ੋਸ਼ਣ ਕਰਨ ਵਾਲੇ ਵੀ ਆਪਣੇ ਆ ਤੇ ਸਹਿਣ ਵਾਲੇ ਵੀ ਆਪਣੇ ਆ, ਸਾਨੂੰ ਆਵਾਜ਼ ਚੁੱਕਣ ਦੀ ਲੋੜ ਆ। ਕਈ ਵਾਰੀ ਅਸੀਂ ਡਰਦੇ ਰਹਿੰਦੇ ਆ। ਜੇ ਅਸੀਂ ਸਹੀ ਆ, ਸਾਡੇ ਹੱਕ ਆ, ਜੇ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਉਹੋ ਹੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀਣੀ ਆ, ਤੇ ਫਿਰ ਸਾਨੂੰ ਫਾਇਦਾ ਕੀ ਇੱਥੇ ਆਉਣ ਦਾ? ਹਾਂਜੀ, ਬਿਲਕੁਲ। ਤੇ ਫਿਰ ਤਾਂ ਅਸੀਂ ਬੇਰੁਜ਼ਗਾਰ ਉੱਥੇ ਵੀ ਬੈਠੇ ਸੀ ਤੇ ਮਾਂ-ਬਾਪ ਘਰੇ ਰੋਟੀ ਤਾਂ ਦੇਈ ਜਾਂਦੇ ਸੀਗੇ। ਨਾਲੇ ਇਹਨਾਂ ਕੰਟਰੀਆਂ 'ਚ ਤਾਂ ਤੁਹਾਨੂੰ ਸੁਣਦੇ ਆ ਲੋਕ, ਸੁਣ ਹੁੰਦੀ ਤੁਹਾਡੀ ਆਵਾਜ਼ ਜਿਹੜੀ ਆ, ਜਦ ਤੁਸੀਂ ਉਠਾਉਂਦੇ ਆ ਲੋਕ ਸੁਣਦੇ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ ਜਿਹੜੇ ਇੱਥੇ ਦੇ ਬੋਰਨ ਬੱਚੇ ਆ ਨਾ, ਜਿਹੜੇ ਬੋਰਨ ਰੇਜ਼ਡ ਇੱਥੇ ਹੋਏ ਆ, ਉਹ ਬੱਚੇ ਸ਼ੋਸ਼ਣ ਨਹੀਂ ਆਪਣਾ ਹੋਣ ਦਿੰਦੇ। ਉਹ ਬੱਚੇ ਆਵਾਜ਼ ਚੁੱਕਦੇ ਆ। ਬਹੁਤ ਘੱਟ ਬੱਚੇ ਆ, ਕੁਝ ਪਰਸੈਂਟ ਆ ਜਿਹੜੇ ਡਰ ਜਾਂਦੇ ਆ ਜਾਂ ਜਿਹੜੇ ਗੱਲ ਅੰਦਰ ਰੱਖ ਕੇ ਸਟ੍ਰੈਸ ਲੈ ਲੈਂਦੇ ਆ। ਪਰ ਮੋਸਟ ਕੰਪਨੀਆਂ ਦਾ ਮਾਹੌਲ ਕਿਹੋ ਜਿਹਾ ਆ ਉਹ ਉਹਦੇ ਤੇ ਡਿਪੈਂਡ ਕਰਦਾ, ਕੰਪਨੀ ਦੇ ਮਾਹੌਲ ਤੇ ਆ। ਪਰ ਮੋਸਟ ਬੱਚੇ ਇਸ ਗੱਲ ਨੂੰ ਡਟ ਕੇ ਉਹ ਸਵਾਲ ਕਿਉਂ ਪੁੱਛਦੇ ਆ। ਸਵਾਲ ਪੁੱਛਣਾ ਸਾਡਾ ਫਰਜ਼ ਆ। ਜੇ ਸਾਨੂੰ ਕੋਈ ਸਪੀਚ ਦੇ ਰਿਹਾ ਨਾ ਵੀ ਤੁਸੀਂ ਖੂਹ 'ਚ ਛਾਲ ਮਾਰ ਦੋ, ਤੇ ਅਸੀਂ ਪੁੱਛਾਂਗੇ ਵੀ ਭਾਈ ਖੂਹ 'ਚ ਕੀ ਰੱਖਿਆ, ਕਾਹਤੇ ਛਾਲ ਮਾਰਨੀ? ਬਿਲਕੁਲ। ਹੁਣ ਜੇ ਕਿਸੇ ਨੇ ਕਹਿਤਾ ਨਾ ਵੀ ਖੂਹ 'ਚ ਛਾਲ ਮਾਰ ਦੋ, ਤੇ ਅਸੀਂ ਉਹ ਅੰਨੇ ਭਗਤ ਹੋ ਕੇ ਖੂਹ 'ਚ ਨਾ ਮਾਰ ਦਈਏ। ਅਸੀਂ ਪੁੱਛੀਏ ਵੀ ਭਾਈ ਕੀ ਆ ਖੂਹ 'ਚ, ਕਿਉਂ ਛਾਲ ਮਾਰੀ ਜਾਵੇ, ਇਹਦੇ 'ਚ ਕੀ ਰੱਖਿਆ ਸਾਡੇ ਲਈ ਇੱਥੇ? ਸੋ ਜਿਵੇਂ ਹੁਣ ਆ ਜਿਹੜਾ ਸਾਧ ਲਾਣਾ ਆ, ਜਦੋਂ ਬੀਬੀਆਂ ਜਾਂ ਬਾਬੇ ਜਾਂ ਜਿੰਨੇ ਵੀ ਲੋਕ ਇਹਨਾਂ ਦੇ ਪਿੱਛੇ ਅੰਨੀ ਸ਼ਰਧਾ 'ਚ ਲੱਗੇ ਹੋਏ ਆ। ਹੁਣ ਅਸੀਂ ਜੇ ਗੱਲ ਕਰੀਏ ਰਾਮ ਰਹੀਮ ਦੀ ਗੱਲ ਕਰ ਲਈਏ, ਸਾਰਾ ਕੁਝ ਸੱਚ ਸਾਹਮਣੇ ਆ ਗਿਆ। ਪਰ ਲੋਕੀ ਅੱਜ ਵੀ ਕਹਿ ਰਹੇ ਨਹੀਂ ਜੀ ਸਾਡੇ ਪਿਤਾ ਜੀ ਜੋ ਹੈ ਉਹ ਹੈ, ਤੇ ਉਹ ਮੰਨ ਹੀ ਨਹੀਂ ਰਹੇ ਵੀ ਨਹੀਂ ਜੀ ਉਹ ਤੁਸੀਂ ਗਲਤ ਆ, ਸਾਰਾ ਸਿਸਟਮ ਗਲਤ ਆ।
FBI ਵਾਲੇ ਵੀ ਸਾਰੇ ਹੀ CIB CB ਕਿਹੜੇ ਹੁੰਦੇ ਆ FB ਵੀ ਸਾਰੇ ਹੀ ਗਲਤ ਆ। ਹਾਂਜੀ CID ਵਾਲੇ ਸਭ ਗਲਤ ਆ, ਸਾਰੇ ਹੀ ਗਲਤ ਆ, ਸਿਸਟਮ ਸਾਰਾ ਹੀ ਗਲਤ ਆ, ਪੂਰਾ ਭਾਰਤ ਦਾ ਸਿਸਟਮ ਗਲਤ ਆ। ਜਿੰਨੇ ਵੀ ਜਾਂਚ ਹੋਈ ਆ, CBIC ਦੀ ਜਾਂਚ ਹੋਈ, ਜੋ ਵੀ ਹੋਇਆ ਉਹ ਕਹਿੰਦੇ ਸਾਰਾ ਹੀ ਗਲਤ ਆ, ਪਲਾਨ ਕੀਤਾ ਆ, ਕੋਰਟ ਵੀ ਗਲਤ ਆ, ਜੱਜ ਵੀ ਗਲਤ ਆ, ਸਿਰਫ ਸਾਡੇ ਪਿਤਾ ਜੀ ਸਹੀ ਆ। ਹੁਣ ਅੱਖਾਂ ਤੇ ਬੰਨੀ ਅੰਨੀ ਭਗਤੀ ਤੇ ਉਹ ਜਿਹੜੀ ਬੰਨੀਆਂ ਪੱਟੀਆਂ ਅੱਖਾਂ ਤੇ ਲਾਉਣ ਦੀ ਲੋੜ ਆ। ਤੇ ਮੈਨੂੰ ਲੱਗਦਾ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਨਹੀਂ ਬੰਨੀ, ਲੋਕਾਂ ਦੇ ਤੇ ਬੰਨੀ ਹੋਈ ਆ। ਸੋ ਕਾਨੂੰਨ ਨੂੰ ਅਸੀਂ ਪੜ੍ਹ ਕੇ ਫੋਲ ਕੇ ਆਪਣੇ ਹੱਕਾਂ ਲਈ ਆਵਾਜ਼ ਚੁੱਕ ਸਕਦੇ ਆ। ਅਸੀਂ ਐਵੇਂ ਹੀ ਹਰ ਇੱਕ ਗੱਲ ਦੇ ਪਿੱਛੇ ਨਾ ਆਪਣੇ ਝੰਡੇ ਚੁੱਕ ਲਿਆ ਕਰੀਏ। ਹੁਣ ਜਿਹੜੇ ਕਣਕਾਂ ਲੈਣ ਆਉਂਦੇ ਸੀ ਜਾਂ ਜਿਹੜੇ ਤੁਹਾਡੇ ਘਰਾਂ 'ਚ ਆਉਂਦੇ ਸੀ, ਤੁਹਾਡਾ ਭਵਿੱਖ ਚੇਂਜ ਕਰਨ ਆਉਂਦੇ ਸੀ, ਉਹਨਾਂ ਨੂੰ ਪੁੱਛੋ ਵੀ ਹੁਣ ਲੋੜ ਆ, ਹੁਣ ਬਾਹਰ ਨਿਕਲੋ। ਤੇ ਇਹਨਾਂ ਨੂੰ ਪੁੱਛੋ ਵੀ ਕਿਸਾਨਾਂ ਦਾ ਆਉਣ ਵਾਲਾ ਭਵਿੱਖ ਕਿਵੇਂ ਦਾ ਹੋਵੇਗਾ। ਉਹ ਤਾਂ ਕੋਈ ਆ ਕੇ ਨਾਲ ਖੜਿਆ ਵੀ ਨਹੀਂ ਹੋਣਾ ਮੈਨੂੰ ਲੱਗਦਾ। ਸੋ ਬਲਵੀਰ ਜੀ ਚਲਿਏ, ਹੁਣ ਆਪਣਾ ਸਮਾਂ ਹੋ ਗਿਆ ਜਾਣ ਦਾ, ਪਰ ਥੈਂਕ ਯੂ ਤੁਸੀਂ ਅੱਜ ਬੁੱਧਵਾਰ ਸਾਡੇ ਨਾਲ ਆਏ। ਤੇ ਹੁਣ ਅਗਲੇ ਬੁੱਧਵਾਰ ਫੇਰ ਕੋਈ ਵਧੀਆ ਜੀ ਗੱਲਬਾਤ ਕਰਾਂਗੇ। ਤੁਹਾਡੀਆਂ ਰਚਨਾਵਾਂ ਵੀ ਨਹੀਂ ਅੱਜ ਸੁਣ ਹੋਈਆਂ ਕਿਉਂਕਿ ਅੱਜ ਸਾਡੀ ਗੱਲਬਾਤ ਥੋੜੀ ਹੋਰ ਹੀ ਪਾਸੇ ਨਿਕਲ ਗਈ ਸੀ। ਕੋਈ ਨਹੀਂ, ਨੈਕਸਟ ਟਾਈਮ ਜ਼ਰੂਰ ਸੁਣਾਵਾਂਗੇ। ਥੈਂਕ ਯੂ ਜੀ ਤੁਹਾਡਾ ਆਉਣ ਦੇ ਲਈ। ਥੈਂਕ ਯੂ ਬਲਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਖਬਰਸਾਰ ਬਿਹਾਈਂਡ ਦਾ ਨਿਊਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਖਬਰਾਂ ਸਾਡੇ ਸਾਹਮਣੇ ਹੁੰਦੀਆਂ। ਕਈ ਵਾਰੀ ਅਸੀਂ ਜਿਗਰਾ ਨਹੀਂ ਰੱਖਦੇ ਉਹਨਾਂ ਨੂੰ ਸਾਹਮਣੇ ਲਿਆਉਣ ਲਈ। ਅਸੀਂ ਉਹਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਝਿਜਕਦੇ ਹਾਂ ਜਾਂ ਡਰਦੇ ਹਾਂ ਕਿ ਜੇ ਮੈਂ ਇਹ ਗੱਲ ਕਹੀ ਤੇ ਸ਼ਾਇਦ ਮੇਰੇ ਤੇ ਕੋਈ ਇਹੋ ਜਿਹਾ ਕੋਈ ਨਾ ਹੋਵੇ, ਕੋਈ ਕਾਰਵਾਈ ਨਾ ਹੋ ਜਾਵੇ। ਪਰ ਕਹਿੰਦੇ ਸੱਚ ਬੋਲਣ ਲੱਗੇ ਜਿਗਰਾ ਰੱਖ ਕੇ ਬੋਲਣਾ ਚਾਹੀਦਾ। ਕਾਰਵਾਈਆਂ ਤਾਂ ਹੁੰਦੀਆਂ ਰਹਿੰਦੀਆਂ, ਬੰਦਿਆਂ ਤੇ ਹੁੰਦੀਆਂ ਆ, ਔਰ ਕਾਨੂੰਨ ਬਣੇ ਹੈਗੇ ਆ ਤੇ ਕਾਨੂੰਨ ਨੇ ਵੀ ਕੋਈ ਕੰਮ ਕਰਨਾ, ਉਹਦੇ ਲਈ ਵੀ ਕੁਝ ਛੱਡਿਆ ਕਰੋ, ਕਾਰਵਾਈ ਹੋ ਲੈਂਦਿਆ ਕਰੋ ਜਿਹੜੀ ਹੁੰਦੀ ਆ, ਪਰ ਸੱਚ ਤੇ ਅੜੇ ਰਿਹਾ ਕਰੋ। ਸੋ ਹੁਣ ਸਮਾਂ ਆ ਅਸੀਂ ਕਿਸਾਨਾਂ ਦੇ ਨਾਲ ਡਟੇ ਰਹੀਏ, ਕਿਸਾਨਾਂ ਦੇ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ। ਜੇ ਅਸੀਂ ਉਹਨਾਂ ਦੀ ਕੋਈ ਮਦਦ ਕਰ ਸਕਦੇ ਆ ਅਸੀਂ ਉਹਨਾਂ ਦੀ ਮਦਦ ਕਰੀਏ। ਗੁੱਸੇ ਗਿਲੇ ਪਿੱਛੇ ਛੱਡ ਕੇ ਆਪਣਿਆਂ ਦਾ ਹੱਥ ਫੜੀਏ, ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਈਏ। ਸੋ ਕੱਲ ਮੇਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਕੱਲ ਸਾਡੇ ਨਾਲ ਸੀਨੀਅਰ ਜਰਨਲਿਸਟ ਗੁਰਬਾਜ ਸਿੰਘ ਬਰਾੜ ਹੋਣਗੇ। ਸੋ ਉਹ ਵੀ ਬੜੀਆਂ ਚੁਣ ਕੇ ਕੱਢ ਕੇ ਖਬਰਾਂ ਲੈ ਕੇ ਆਉਂਦੇ ਆ। ਕੱਲ ਫਿਰ ਅਸੀਂ ਖਬਰਾਂ ਦੇ ਉੱਤੇ ਕਰਾਂਗੇ ਗੱਲਬਾਤ, ਵਧੀਆ ਜੀ ਜਾਣਕਾਰੀ ਲੈ ਕੇ ਪਹੁੰਚਾਂਗੇ। ਪਰ ਅੱਜ ਸ਼ਾਮੀ ਮੇਰੇ ਨਾਲ ਖਾਸ ਤੌਰ ਤੇ ਡਾਕਟਰ ਮੁਰਤਜ਼ਾ ਆ ਰਹੇ ਆ। ਪਿਛਲੀ ਵਾਰੀ ਪਾਣੀ ਦੀ ਗੱਲ ਹੋਈ ਸੀ, ਉਹਨੇ ਕਿਹਾ ਸੀ ਕਿ ਜੇ ਵਧੀਆ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਬਿਮਾਰੀ ਕੋਈ ਨਹੀਂ ਲੱਗਣੀ। ਪਰ ਅੱਜ ਕਿਹੜੀਆਂ ਬਿਮਾਰੀਆਂ ਦਾ ਇਲਾਜ ਦੱਸਣਗੇ। ਸੋ ਤੁਸੀਂ ਫ੍ਰੀ ਦੇ ਵਿੱਚ ਮਸ਼ਵਰਾ ਲੈ ਸਕਦੇ ਹੋ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ। ਸੋ ਅੱਜ ਤੁਸੀਂ 7 ਤੋਂ 8 ਵਜੇ ਫੋਨ ਕਰਕੇ ਡਾਕਟਰ ਮੁਰਤਜ਼ਾ ਹੁਣਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਕੋਈ ਫੀਸ ਨਹੀਂ, ਕੋਈ ਕੰਸਲਟੇਸ਼ਨ ਦੀ ਫੀਸ ਨਹੀਂ। ਸੋ ਸਾਂਝਾ ਪਲੇਟਫਾਰਮ ਆ ਤੇ ਸਾਂਝੀਆਂ ਕਾਲਾਂ ਆ। ਸੋ ਸਾਡੇ ਨਾਲ 7 ਤੋਂ 8 ਤੁਸੀਂ ਅੱਜ ਲਾਈਵ ਆ ਸਕਦੇ ਹੋ, ਕਾਲ ਕਰਕੇ ਆਪਣੀ ਗੱਲਬਾਤ ਉਹਨਾਂ ਤੋਂ ਪੁੱਛ ਸਕਦੇ ਹੋ। ਪਰ ਕੱਲ ਫਿਰ ਮੁਲਾਕਾਤ ਹੋਵੇਗੀ ਖਬਰਸਾਰ ਵਿੱਚ। ਤਦ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।